ਹੈਲੋ ਫਰੈਂਡਸ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਰਾਜ ਮਲਹੋਤਰਾ IAS ਅਕੈਡਮੀ। ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ PCS ਦਾ ਐਗਜ਼ਾਮ ਆ ਚੁੱਕਿਆ ਹੈ ਤੇ ਆਈ ਹੋਪ ਕਿ ਸਾਰਿਆਂ ਦੀ ਜਿਹੜੀ ਤਿਆਰੀ ਹੈ ਉਹ ਬੜੀ ਵਧੀਆ ਚੱਲ ਰਹੀ ਹੋਵੇਗੀ। ਤੇ ਅੱਜ ਅਸੀਂ ਜਿਹੜੀ ਡਿਸਕਸ਼ਨ ਕਰਨੀ ਹੈ ਫਰੈਂਡਸ, ਉਹ ਆਪਾਂ ਕਰਨੀ ਹੈ ਸਾਇੰਸ ਦੇ ਕੁਐਸਚਨਸ ਦੀ, ਜੋ ਕਿ ਪ੍ਰੀਵੀਅਸ ਈਅਰ ਵਿੱਚ ਆ ਚੁੱਕੇ ਨੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਸਾਇੰਸ ਦਾ ਕੰਪੋਨੈਂਟ ਹੈ ਉਹ ਹਰ ਸਾਲ ਜਿੰਨੇ ਵੀ ਸਾਡੇ ਪੇਪਰ ਹੋ ਚੁੱਕੇ ਨੇ, ਚਾਹੇ ਉਹ 2013 ਦਾ ਹੋਵੇ, 2015 ਦਾ ਹੋਵੇ ਜਾਂ ਉਹ 2018 ਦਾ ਹੋਵੇ, ਤੇ ਸਾਇੰਸ ਕੰਪੋਨੈਂਟ ਜਿਹੜਾ ਹੈ ਉਹ ਕਾफ़ੀ ਜ਼ਿਆਦਾ ਆਇਆ ਹੈ। ਤੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਜਿਹੜਾ ਸਾਇੰਸ ਕੰਪੋਨੈਂਟ ਹੈ ਬਹੁਤ ਜ਼ਿਆਦਾ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਤੇ ਹੁਣ ਸਵਾਲ ਜਿਹੜਾ ਹੈਗਾ ਮੇਨ ਇਹ ਹੈ ਕਿ ਬਹੁਤ ਜ਼ਿਆਦਾ ਸਟੂਡੈਂਟ ਇੱਦਾਂ ਦੇ ਨੇ ਜਿਹੜੇ ਹਿਊਮੈਨਿਟੀ ਬੈਕਗਰਾਊਂਡ ਤੋਂ ਨੇ, ਜਿਨ੍ਹਾਂ ਨੇ ਸਾਇੰਸ ਨਹੀਂ ਪੜ੍ਹੀ ਹੋਈ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਜਿਹੜਾ ਸਾਇੰਸ ਦਾ ਕੰਪੋਨੈਂਟ ਉਹ ਬਹੁਤ ਬੇਸਿਕ ਆ ਰਿਹਾ ਹੈ। ਤੇ ਜੇ ਤੁਸੀਂ ਬੇਸਿਕ ਸਾਇੰਸ ਇੱਕ ਵਾਰੀ ਸਮਝ ਲਈ, ਪੜ੍ਹ ਲਈ, ਤਾਂ ਜੋ ਕਿ ਬਹੁਤ ਸੌਖੀ ਹੈ, ਤੇ ਤੁਹਾਡੇ ਲਈ ਬੜਾ ਸੌਖਾ ਹੋ ਜਾਊਗਾ ਵਧੀਆ ਸਕੋਰ ਕਰਨਾ ਪ੍ਰੀਲਿਮਸ ਦੇ ਵਿੱਚ। ਤੇ ਫਰੈਂਡਸ, ਅੱਜ ਆਪਾਂ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨ ਹੈ ਉਹ ਆਪਾਂ ਡਿਸਕਸ ਕਰਨੇ ਨੇ। ਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਸਮਝਾਂਗੇ ਵੀ, ਜਿਹੜੀ ਚੀਜ਼ ਸਮਝਾਉਣ ਵਾਲੀ ਹੋਗੀ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਵੀ ਕਰ ਦੂੰਗਾ। ਤੇ ਤੁਹਾਨੂੰ ਇੱਕ ਬੇਸਿਕ ਆਈਡੀਆ ਹੋ ਜਾਊਗਾ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈਗੀ ਉਹ ਕਿਸ ਡਾਇਰੈਕਸ਼ਨ ਵਿੱਚ ਉਹਨੂੰ ਲੈ ਕੇ ਜਾਣ ਦੀ ਲੋੜ ਹੈ। ਤੇ ਚਲੋ ਸ਼ੁਰੂ ਕਰਦੇ ਹਾਂ ਅਸੀਂ ਅੱਜ ਪ੍ਰੀਵੀਅਸ ਈਅਰ ਦੇ ਕੁਐਸਚਨ। ਤੇ ਆਈ ਹੋਪ ਕਿ ਤੁਹਾਨੂੰ ਬਹੁਤ ਵਧੀਆ ਸਮਝ ਲੱਗੂਗਾ। ਤੇ ਜੇ ਕੋਈ ਡਾਊਟ ਹੋਗਾ ਉਹ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ, ਤੁਹਾਨੂੰ ਉਹਦਾ ਰਿਪਲਾਈ ਮਿਲ ਜਾਊਗਾ। ਤੇ ਚਲੋ ਅਸੀਂ ਸਭ ਤੋਂ ਪਹਿਲਾਂ 2013 ਦੇ ਜਿਹੜੇ ਕੁਐਸਚਨ ਹੈ ਉੱਥੋਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਜੀ ਕੁਐਸਚਨ ਕੀ ਹੈ। 2013 ਦੇ ਐਗਜ਼ਾਮ 'ਚ ਕੁਐਸਚਨ ਸੀਗਾ, ਕੁਐਸਚਨ ਇਜ਼ ਐਟਮ, ਤੇ ਉਸ ਤੋਂ ਨੀਚੇ ਆਪਸ਼ਨਸ ਦਿੱਤੀਆਂ ਗਈਆਂ ਨੇ। ਇਜ਼ ਦ ਸਮੋਲੈਸਟ ਪਾਰਟੀਕਲ ਆਫ ਐਨ ਐਲੀਮੈਂਟ, ਬੀ ਇਜ਼ ਕੈਨ ਐਗਜ਼ਿਸਟ ਇੰਡੀਪੈਂਡੈਂਟਲੀ, ਕੈਨ ਰਿਟੇਨ ਕੈਮੀਕਲ ਪ੍ਰੋਪਰਟੀਜ਼ ਆਫ ਦ ਐਲੀਮੈਂਟ। ਹੁਣ ਇਸ ਕੁਐਸਚਨ ਦੇ ਵਿੱਚ ਸਾਨੂੰ ਦੋ ਤਿੰਨ ਜਿਹੜੀਆਂ ਟਰਮਸ ਹੈਗੀਆਂ ਉਹ ਪਤਾ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਐਟਮ ਕੀ ਹੁੰਦਾ ਹੈ, ਜਾਂ ਫਿਰ ਸਾਨੂੰ ਇੱਕ ਐਲੀਮੈਂਟ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਤੇ ਜਿੱਦਾਂ ਅਸੀਂ ਬਾਇਓ ਦੇ ਵਿੱਚ ਪੜ੍ਹਦੇ ਹਾਂ ਕਿ ਜਿਹੜਾ ਸੈੱਲ ਹੈਗਾ ਉਹ ਬੇਸਿਕ ਯੂਨਿਟ ਆਫ ਲਾਈਫ ਹੈਗਾ, ਇਸੇ ਤਰ੍ਹਾਂ ਮੈਟਰ ਦਾ ਜਿਹੜਾ ਬੇਸਿਕ ਕੰਪੋਨੈਂਟ ਹੈਗਾ ਆ ਉਹ ਐਟਮ ਹੈ। ਔਰ ਐਲੀਮੈਂਟ ਜਿਹੜਾ ਹੈਗਾ ਆ ਉਹ ਕੀ ਹੈਗਾ, ਇੱਕ ਸਿੰਪਲੈਸਟ ਸਬਸਟਾਂਸ ਹੈਗਾ। ਜਿੱਦਾਂ ਤੁਸੀਂ ਨਾ ਇੱਕ ਪੀਰੀਓਡਿਕ ਟੇਬਲ ਪੜ੍ਹਿਆ ਹੋਣਾ, ਠੀਕ ਹੈ, ਸਾਇੰਸ ਦੇ ਵਿੱਚ ਅਸੀਂ ਕੈਮਿਸਟਰੀ 'ਚ ਪੀਰੀਓਡਿਕ ਟੇਬਲ ਪੜ੍ਹਦੇ ਸੀ। ਉਹ ਕੀ ਹੈ, ਉਹ ਐਲੀਮੈਂਟਸ ਨੇ। ਔਰ ਉਹ ਐਲੀਮੈਂਟਸ ਕੀ ਨੇ, ਉਹ ਸਿੰਪਲੈਸਟ ਸਬਸਟਾਂਸ ਹੈ ਜਿਹਨੂੰ ਫਰਦਰ ਆਪਾਂ ਬ੍ਰੇਕ ਡਾਊਨ ਨਹੀਂ ਕਰ ਸਕਦੇ ਵਿਦ ਕੈਮੀਕਲ ਰਿਐਕਸ਼ਨ। ਓਕੇ, ਸਿੰਪਲ ਜੀ। ਤਾਂ ਜੇ ਅਸੀਂ ਹੁਣ ਐਟਮ ਦੀ ਗੱਲ ਕਰੀਏ, ਸਮੋਲੈਸਟ ਪਾਰਟੀਕਲ ਆਫ ਐਨ ਐਲੀਮੈਂਟ ਹੈ, ਬਿਲਕੁਲ ਸਹੀ ਹੈ ਜੀ। ਕੈਨ ਐਗਜ਼ਿਸਟ ਇੰਡੀਪੈਂਡੈਂਟਲੀ, ਬਿਲਕੁਲ ਸਹੀ ਹੈ ਜੀ ਇਹ। ਤੇ ਕੈਨ ਰਿਟੇਨ ਕੈਮੀਕਲ ਪ੍ਰੋਪਰਟੀਜ਼ ਆਫ ਦ ਐਲੀਮੈਂਟ, ਤਾਂ ਇਹਦਾ ਮਤਲਬ ਕਿ ਇੱਥੇ ਜਿਹੜਾ ਕਰੈਕਟ ਆਪਸ਼ਨ ਹੈ ਉਹ ਡੀ ਹੈ, ਆਲ ਆਫ ਦੀ ਅਬਵ। ਠੀਕ ਹੈ ਜੀ। ਤਾਂ ਇੱਦਾਂ ਦੇ ਬਿਲਕੁਲ ਬੇਸਿਕ ਕੁਐਸਚਨ ਤੁਹਾਨੂੰ ਆਉਣਗੇ। ਜੇ ਤੁਹਾਨੂੰ ਬੇਸਿਕ ਥੋੜ੍ਹੀ ਜਿਹੀ ਵੀ ਅੰਡਰਸਟੈਂਡਿੰਗ ਹੈਗੀ ਹੈ ਤਾਂ ਤੁਸੀਂ ਬੜੇ ਆਰਾਮ ਨਾਲ ਉੱਥੇ ਇਹ ਕੁਐਸਚਨ ਜਿਹੜੇ ਹੈਗੇ ਆ ਉਹ ਅਟੈਂਪਟ ਕਰ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਨੈਕਸਟ ਸਲਾਈਡ ਸਾਡੇ ਕੋਲ ਹੈ। ਦੂਜਾ ਕੁਐਸਚਨ ਕੀ ਹੈ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਏ ਮੈਥਡ ਆਫ ਹੀਟ ਟ੍ਰਾਂਸਫਰ ਵੈਨ ਟੂ ਬੋਡੀਜ਼ ਆਰ ਇਨ ਕੰਟੈਕਟ। ਠੀਕ ਹੈ ਜੀ, ਸਿੰਪਲ ਕੁਐਸਚਨ ਹੈ। ਤਾਂ ਇਹ ਜਿਹੜਾ ਹੈਗਾ ਕੰਡਕਸ਼ਨ ਹੈ ਜੀ, ਬੀ ਆਪਸ਼ਨ ਇਜ਼ ਕਨਵੈਕਸ਼ਨ, ਸੀ ਇਜ਼ ਐਬਜ਼ੌਰਪਸ਼ਨ ਐਂਡ ਡੀ ਇਜ਼ ਰੇਡੀਏਸ਼ਨ। ਹੁਣ ਚਾਰਾਂ 'ਚੋਂ ਅਸੀਂ ਦੇਖਣਾ ਹੈਗਾ ਕਿ ਜਦੋਂ ਦੋ ਬੋਡੀਜ਼ ਕੰਟੈਕਟ ਵਿੱਚ ਹੁੰਦੀਆਂ ਨੇ ਤੇ ਉਦੋਂ ਕਿਹੜੀ ਇਹਨਾਂ ਦੇ ਵਿੱਚੋਂ ਆਪਸ਼ਨ ਨਹੀਂ ਹੁੰਦੀ ਜਾਂ ਹੀਟ ਟ੍ਰਾਂਸਫਰ ਉਹਦੇ ਨਾਲ ਨਹੀਂ ਹੁੰਦੀ। ਹੁਣ ਮੈਂ ਨਾ ਤੁਹਾਨੂੰ ਇੱਕ ਇੱਥੇ ਸਿੰਪਲ ਐਗਜ਼ਾਮਪਲ ਦੇ ਨਾਲ ਸਮਝਾਉਣਾ। ਸਪੋਜ਼ ਇਸ ਐਗਜ਼ਾਮਪਲ ਦੇ ਨਾਲ ਜਿਹੜੀਆਂ ਇਹਨਾਂ ਵਿੱਚੋਂ ਤਿੰਨ ਟਰਮਸ ਹੈਗੀਆਂ ਉਹ ਐਕਸਪਲੇਨ ਹੋ ਜਾਣੀਆਂ। ਚੌਥੀ ਜਿਹੜੀ ਬਚ ਗਈ ਉਹ ਕੀ ਹੋਊਗੀ, ਉਹੀ ਇਹਦਾ ਆਨਸਰ ਹੋਊਗੀ, ਯਾਨੀ ਕਿ ਉਹਦੇ ਨਾਲ ਹੀਟ ਟ੍ਰਾਂਸਫਰ ਨਹੀਂ ਹੁੰਦੀ। ਜਿਹੜਾ ਸਾਡਾ ਅਰਥ ਸਰਫੇਸ ਹੈਗਾ, ਇਹਦੇ ਉੱਪਰ ਜਿਹੜੀਆਂ ਸਨਰੇਜ਼ ਆਉਂਦੀਆਂ ਨੇ, ਇਹ ਜਿਹੜੀਆਂ ਸਨਰੇਜ਼ ਆਈਆਂ ਇਹਨਾਂ ਨੂੰ ਅਸੀਂ ਕਹਿੰਦੇ ਆ ਰੇਡੀਏਸ਼ਨ। ਠੀਕ ਹੈ ਜੀ। ਅੱਛਾ, ਔਰ ਉਸ ਤੋਂ ਬਾਅਦ ਜੇ ਆਹ ਸਰਫੇਸ ਗਰਮ ਹੋ ਗਿਆ, ਇੱਥੇ ਹੀਟ ਐਬਜ਼ੌਰਬ ਹੋ ਗਈ। ਠੀਕ ਹੈ ਜੀ। ਇਹ ਗਰਮ ਹੋਇਆ, ਇਹਦੇ ਕੰਟੈਕਟ ਵਿੱਚ ਇੱਥੇ ਜਿਹੜੀ ਏਅਰ ਆਊਗੀ ਉਹਨੂੰ ਇਹ ਹੀਟ ਅਪ ਕਰੂਗਾ ਕੰਡਕਸ਼ਨ ਦੇ ਨਾਲ। ਓਕੇ ਜੀ। ਤੇ ਉਸ ਤੋਂ ਬਾਅਦ ਜਿਹੜੀ ਹੀਟ ਟ੍ਰਾਂਸਫਰ ਹੋਊਗੀ ਵਿਦ ਹੌਟ ਏਅਰ, ਉਹ ਜਿਹੜਾ ਹੈਗਾ ਮੈਥਡ ਉਹ ਹੈਗਾ ਜੀ ਕਨਵੈਕਸ਼ਨ। ਠੀਕ ਹੈ, ਜਿਹੜਾ ਕਿ ਆ ਆਪਸ਼ਨ ਹੈ। ਤੇ ਕਿਹੜੀ ਜਿਹੜੀ ਹੈਗੀ ਮੈਥਡ ਨਹੀਂ ਯੂਜ਼ ਹੋਇਆ, ਉਹ ਹੈਗਾ ਜੀ ਐਬਜ਼ੌਰਪਸ਼ਨ। ਤਾਂ ਸੀ ਇਜ਼ ਦਾ ਆਪਸ਼ਨ, ਸੀ ਇਜ਼ ਦਾ ਆਨਸਰ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਜਿਹੜਾ ਮੈਥਡ ਨਹੀਂ ਯੂਜ਼ ਹੁੰਦਾ ਉਹ ਹੈਗਾ ਸਾਡੇ ਕੋਲ ਐਬਜ਼ੌਰਪਸ਼ਨ। ਠੀਕ ਹੈ ਜੀ। ਤਾਂ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਰਿਹਾ ਹੋਊਗਾ। ਚਲੋ ਨੈਕਸਟ ਜਿਹੜਾ ਸਾਡੇ ਕੋਲ ਹੈਗਾ ਕੁਐਸਚਨ ਉਹ ਇਹ ਹੈ, land breeze and sea breeze are caused by difference in rate of cooling of the earth and water, mark the correct answer। ਤੇ ਹੁਣ ਦੇਖੋ ਇੱਥੇ ਆਪਸ਼ਨਸ ਕੀ ਨੇ। ਤਾਂ ਪਹਿਲਾ ਹੈਗਾ sea breeze move from sea to land during night,
sea breeze moves from sea to land during day, land breeze moves from sea to land during night, and none of the above। ਹੁਣ ਦੇਖੋ ਇਹਦੇ ਚੋਂ ਅਸੀਂ ਕਰੈਕਟ ਆਨਸਰ ਲੱਭਣਾ ਆ, ਠੀਕ ਹੈ ਜੀ। ਤੇ ਕਰੈਕਟ ਆਨਸਰ ਵਿੱਚ ਕੀ ਹੈਗਾ, ਦੇਖੋ ਸੀ ਬਰੀਜ਼ ਕੀ ਚੀਜ਼ ਹੈਗੀ ਆ, ਹਵਾ ਚੱਲਦੀ ਹੈਗੀ ਆ ਸੀ ਤੋਂ ਲੈਂਡ ਸਰਫੇਸ ਦੇ ਵੱਲ, ਠੀਕ ਹੈ ਜੀ। ਹੁਣ ਉੱਥੇ ਹੁੰਦਾ ਕੀ ਹੈਗਾ, ਸਭ ਤੋਂ ਪਹਿਲਾਂ ਤਾਂ ਸਾਨੂੰ ਸਮਝਣਾ ਪਵੇਗਾ, ਇੱਕ ਹੁੰਦੀ ਆ ਏਅਰ ਜਿਹਨੂੰ ਅਸੀਂ ਹਵਾ ਕਹਿ ਦਿੰਦੇ ਹਾਂ, ਤੇ ਜੇ ਉਹ ਏਅਰ ਮੂਵ ਕਰਦੀ ਹੈ ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਵਿੰਡ। ਹਾਂਜੀ ਕਲੀਅਰ ਜੀ, ਇੰਨਾ ਸਮਝ ਲੱਗ ਗਿਆ। ਹੁਣ ਜੇ ਅਸੀਂ ਵਿੰਡ ਦੀ ਗੱਲ ਕਰੀਏ ਤਾਂ ਵਿੰਡ ਹਮੇਸ਼ਾ ਮੂਵ ਕਰਦੀ ਹੈਗੀ ਆ ਜੀ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ, ਠੀਕ ਹੈ ਜੀ। ਵਿੰਡ ਨੇ ਕਿੱਥੋਂ ਮੂਵ ਕਰਨਾ, ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ। ਹੁਣ ਹੁੰਦਾ ਕੀ ਹੈ, ਜੇ ਅਸੀਂ ਗੱਲ ਕਰੀਏ ਦਿਨ ਦੇ ਟਾਈਮ ਤੇ ਜਿੱਧਰ ਜ਼ਿਆਦਾ ਗਰਮੀ ਹੋਊਗੀ ਉੱਥੇ ਜਿਹੜੀ ਏਅਰ ਹੈਗੀ ਆ ਉਹ ਗਰਮ ਹੋ ਕੇ ਰਾਈਜ਼ ਕਰ ਜੂਗੀ ਤੇ ਉੱਥੇ ਪ੍ਰੈਸ਼ਰ ਤਾਂ ਘਟ ਜਾਊਗਾ। ਤੇ ਜੇ ਅਸੀਂ ਸੀ ਸਰਫੇਸ ਦੀ ਗੱਲ ਕਰੀਏ, ਸਮੁੰਦਰ ਦੇ ਵਿੱਚ ਜਿਹੜਾ ਹੁੰਦਾ ਹੈਗਾ ਉਹ ਟੈਂਪਰੇਚਰ ਘੱਟ ਹੁੰਦਾ ਤੇ ਉੱਥੇ ਹਾਈ ਪ੍ਰੈਸ਼ਰ ਹੋਊਗਾ। ਯਾਨੀ ਕਿ ਦਿਨ ਦੇ ਟਾਈਮ ਦੇ ਉੱਤੇ ਜਿਹੜੀ ਸੀ ਬਰੀਜ਼ ਹੈ ਉਹ ਸੀ ਤੋਂ ਲੈ ਕੇ ਲੈਂਡ ਵੱਲ ਜਾਊਗੀ। ਤੋ ਇੱਥੇ ਸਾਡੇ ਕੋਲ ਜਿਹੜਾ ਕਰੈਕਟ ਆਪਸ਼ਨ ਹੈ, ਇਹਨੂੰ ਪੜ੍ਹੋ ਜਰਾ, ਸੀ ਬਰੀਜ਼ ਮੂਵ ਫਰੋਮ ਸੀ ਟੂ ਲੈਂਡ ਡਿਊਰਿੰਗ ਡੇ, ਤੋ ਸੈਕਿੰਡ ਆਪਸ਼ਨ ਇਜ਼ ਕਰੈਕਟ। ਓਕੇ ਜੀ। ਤੇ ਜੇ ਅਸੀਂ ਨਾਈਟ ਟਾਈਮ ਦੀ ਗੱਲ ਕਰੀਏ, ਰਾਤ ਵੇਲੇ ਕੀ ਹੁੰਦਾ ਹੈਗਾ ਕਿ ਜਿਹੜੀ ਜ਼ਮੀਨ ਹੈ ਉਹ ਕੰਪੈरेटिवली ਠੰਡੀ ਹੋ ਜਾਂਦੀ ਹੈ, ਉੱਥੇ ਹਾਈ ਪ੍ਰੈਸ਼ਰ ਹੁੰਦਾ ਹੈ, ਤੇ ਜਿਹੜਾ ਸੀ ਹੁੰਦਾ ਹੈਗਾ ਉਹ ਕੰਪੈरेटिवली ਥੋੜਾ ਵਾਰਮ ਹੁੰਦਾ ਹੈਗਾ, ਤੇ ਉੱਥੇ ਟੈਂਪਰੇਚਰ ਜਿਹੜਾ ਹੁੰਦਾ ਜ਼ਿਆਦਾ ਹੁੰਦਾ ਆ ਤੇ ਪ੍ਰੈਸ਼ਰ ਕੀ ਹੋ ਜਾਊਗਾ, ਘੱਟ। ਤੇ ਰਾਤ ਦੇ ਟਾਈਮ ਤੇ ਲੈਂਡ ਟੂਵਰਡਸ ਦਾ ਸੀ, ਦਿਨ ਦੇ ਟਾਈਮ ਤੇ ਫਰੋਮ ਸੀ ਟੂਵਰਡਸ ਦੀ ਲੈਂਡ, ਇਹ ਡਾਇਰੈਕਸ਼ਨ ਰਹੂਗੀ ਵਿੰਡ ਦੀ। ਤੋ ਇੱਥੇ ਸਾਡੇ ਕੋਲ ਜਿਹੜਾ ਕਰੈਕਟ ਆਪਸ਼ਨ ਹੈਗਾ ਉਹ ਬੀ ਹੈਗਾ। ਹਾਂਜੀ ਸਮਝ ਲੱਗ ਗਈ ਜੀ, ਬਹੁਤ ਸਿੰਪਲ ਇੱਦਾਂ ਦੇ ਪੁਆਇੰਟ ਨੇ, ਬੇਸਿਕ ਫੰਡੇ ਨੇ, ਜੇ ਤੁਸੀਂ ਉਹਨਾਂ ਨੂੰ ਸਮਝ ਲਿਆ ਤੇ ਬੜੇ ਆਰਾਮ ਨਾਲ ਤੁਹਾਡੇ ਸਾਇੰਸ 'ਚੋਂ ਬਹੁਤ ਵਧੀਆ ਨੰਬਰ ਆ ਸਕਦੇ ਨੇ। ਚਲੋ ਅੱਗੇ ਚੱਲਦੇ ਹਾਂ। ਵੂਲਨ ਕਲੋਥਸ ਕੀਪ ਅਸ ਵਾਰਮ ਡਿਊਰਿੰਗ ਵਿੰਟਰ, ਵਿਚ ਆਫ ਦ ਫੋਲੋਇੰਗ ਫੈਕਟਸ ਇਜ਼ ਇਨਕਰੈਕਟ। ਠੀਕ ਹੈ ਜੀ। ਹੁਣ ਇਹਦੇ 'ਚ ਅਸੀਂ ਦੇਖਣਾ ਹੈਗਾ ਕਿ ਇਹਦੇ ਵਿੱਚ ਸਾਡੇ ਕੋਲ ਇਨਕਰੈਕਟ ਜਿਹੜਾ ਹੈਗਾ ਆਪਸ਼ਨ ਹੈਗਾ ਉਹ ਕਿਹੜਾ ਹੈ। ਚਲੋ ਇਹਦੇ 'ਚ ਦੇਖੋ ਇਹ ਆਪਸ਼ਨ ਕੀ ਹੈਗਾ, ਵੂਲ ਇਜ਼ ਅ ਬੈਡ ਕੰਡਕਟਰ ਆਫ ਹੀਟ, B is electrostatic charge of fibers retains heat, and wool keeps air trapped in its fibers, and wool resists escape of body heat to environment। ਓਕੇ ਸੋ ਹੁਣ ਇਹਦੇ 'ਚੋਂ ਅਸੀਂ ਇਨਕਰੈਕਟ ਜਿਹੜਾ ਹੈਗਾ ਆ ਉਹ ਦੇਖਣਾ ਹੈਗਾ ਆ। ਤੋ ਪਹਿਲੀ ਗੱਲ ਤਾਂ ਇਹ ਵੂਲ ਇਜ਼ ਬੈਡ ਕੰਡਕਟਰ, ਇਹ ਸਾਰਾ ਬਿਲਕੁਲ ਸਹੀ ਹੈ। ਵੂਲ ਕੀਪਸ ਏਅਰ ਟਰੈਪਡ ਇਨ ਇਟਸ ਫਾਈਬਰ, ਬਿਲਕੁਲ ਸਹੀ। ਵੂਲ ਰਜਿਸਟ escape of body heat to environment, ਇਹ ਵੀ ਸਹੀ ਹੈ। ਜੇ ਅਸੀਂ ਇਹਦਾ ਬੀ ਆਪਸ਼ਨ ਦੇਖੀਏ, ਇਲੈਕਟ੍ਰੋਸਟੈਟਿਕ ਚਾਰਜ ਆਫ ਫਾਈਬਰਸ ਰਿਟੇਨਸ ਹੀਟ। ਹੁਣ ਇਲੈਕਟ੍ਰੋਸਟੈਟਿਕ ਚਾਰਜ ਉਹ ਹੁੰਦਾ ਹੈਗਾ ਜਦੋਂ ਦੋ ਸਰਫੇਸ ਦੇ ਵਿੱਚ ਫ੍ਰਿਕਸ਼ਨ ਦੇ ਨਾਲ ਜਿਹੜੀ ਹੀਟ ਪੈਦਾ ਹੁੰਦੀ ਹੈਗੀ। ਤੁਸੀਂ ਦੇਖਿਆ ਹੋਣਾ ਕਿ ਜੇ ਤੁਸੀਂ ਪਲਾਸਟਿਕ ਦੀ ਚੇਅਰ ਦੇ ਉੱਤੇ ਬੈਠਦੇ ਆ ਤਾਂ ਤੁਹਾਡੇ ਜਿਹੜੇ ਬੋਡੀ ਹੇਅਰ ਹੁੰਦੇ ਹੈਗੇ ਆ ਉਹ ਉਹਨਾਂ ਦੇ ਵਿੱਚ ਉਹ ਚਾਰਜ ਹੋ ਜਾਂਦੇ ਹੈਗੇ ਆ। ਤੋ ਇੱਥੇ ਇੱਦਾਂ ਦਾ ਕੋਈ ਇਲੈਕਟ੍ਰੋਸਟੈਟਿਕ ਚਾਰਜ ਜਿਹੜਾ ਹੈਗਾ ਉਹ ਵੂਲਨ ਕਲੋਥ 'ਚੋਂ ਬੋਡੀ 'ਚ ਨਹੀਂ ਹੀਟ ਪ੍ਰੋਡਿਊਸ ਕਰਦਾ। ਤੋ ਇਨਕਰੈਕਟ ਜਿਹੜੀ 'ਚ ਆਪਸ਼ਨ ਹੈ ਆਏਗੀ ਉਹ ਬੀ ਆਏਗੀ। ਤੋ ਇੱਥੇ ਆਨਸਰ ਜਿਹੜਾ ਹੈਗਾ ਤੁਹਾਡਾ ਬੀ ਹੋ ਗਿਆ। ਓਕੇ ਜੀ। ਚਲੋ ਸਿੰਪਲ ਕੁਐਸਚਨ ਹੈ ਜੀ ਇਹ। ਅੱਗੇ ਚੱਲਦੇ ਹਾਂ। ਐਟ ਵਟ ਟੈਂਪਰੇਚਰ ਡੂ ਦ ਸੈਲਸੀਅਸ ਐਂਡ ਫਾਰਨਹੀਟ ਸਕੇਲਸ ਵਿਲ ਰੀਡ ਦ ਸੇਮ। ਤੋ ਫਰੈਂਡਸ ਇੱਥੇ ਇਹ ਆਪਸ਼ਨ ਜਿਹੜੀ ਹੈਗੀ 32 ਡਿਗਰੀ, ਬੀ ਆਪਸ਼ਨ ਇਜ਼ ਇੱਥੇ -32 ਡਿਗਰੀ ਜਿਹੜਾ ਹੈਗਾ ਆ ਇੱਥੇ ਮਿਸਪੈਲ ਹੈ, ਔਰ ਸੀ ਇਜ਼ -40 ਡਿਗਰੀ ਐਂਡ ਡੀ ਇਜ਼ ਐਬਸੋਲਿਊਟ 0। ਤੋ ਫਰੈਂਡਸ ਇਹ ਨਾ ਬਿਲਕੁਲ ਫੈਕਚੁਅਲ ਕੁਐਸਚਨ ਆ। ਸੈਲਸੀਅਸ ਐਂਡ ਫਾਰਨਹੀਟ ਦੀ ਜਿਹੜੀ ਰੀਡਿੰਗ ਹੁੰਦੀ ਅਲੱਗ ਹੁੰਦੀ ਹੈ, ਪਰ ਜਿਹੜੇ ਦੋਨੋਂ ਸਕੇਲ ਨੇ ਉਹ -40 ਡਿਗਰੀ ਤੇ ਸੇਮ ਇਹਨਾਂ ਦੀ ਰੀਡਿੰਗ ਆਉਂਦੀ ਹੈ। ਤੋ ਇੱਥੇ -40 ਡਿਗਰੀ ਹੋਣਾ ਚਾਹੀਦਾ ਸੀਗਾ। ਤੋ ਸੀ ਆਪਸ਼ਨ ਜਿਹੜਾ ਹੈਗਾ -40 ਔਰ ਸੀ ਆਪਸ਼ਨ ਹੀ ਇਹਦਾ ਕਰੈਕਟ ਆਨਸਰ ਹੈ। ਠੀਕ ਹੈ ਜੀ। ਤਾਂ ਇਹ ਫੈਕਚੁਅਲ ਬਿਲਕੁਲ ਪੁਆਇੰਟ ਹੈਗਾ, ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਕਿ ਕਿਹੜੀ ਸੇਮ ਰੀਡਿੰਗ ਹੈ ਜੀ -40। ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ। ਨੈਕਸਟ ਕੀ ਹੈ ਕੁਐਸਚਨ। ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੀ ਨਾਰਮਲ ਰੂਟੀਨ ਦੇ ਵਿੱਚ ਜਦੋਂ ਤੁਸੀਂ ਨਿਊਜ਼ਪੇਪਰ ਪੜ੍ਹਦੇ ਹੋ ਉਹਦੇ 'ਚ ਜਿਹੜੀਆਂ ਟਰਮਸ ਆਉਂਦੀਆਂ ਨੇ ਉਹਨਾਂ ਦੇ ਨਾਲ ਰਿਲੇਟਿਡ ਬਹੁਤ ਸਾਰੇ ਕੁਐਸਚਨ ਆ ਸਕਦੇ ਨੇ। ਤੁਸੀਂ ਇੱਕ ਦੇਖਿਆ ਹੋਣਾ ਕਿ ਜਦੋਂ ਵੀ ਵੈਦਰ ਬਾਰੇ ਕੋਈ ਨਿਊਜ਼ ਆਉਂਦੀ ਉਹ 'ਚ ਰਿਲੇਟਿਵ ਹਿਊਮਿਡਿਟੀ ਲਿਖਿਆ ਹੁੰਦਾ। ਠੀਕ ਹੈ। ਤਾਂ ਇੱਦਾਂ ਦੀਆਂ ਜਿਹੜੀਆਂ ਤੁਹਾਡੀਆਂ ਡੇਲੀ ਯੂਜ਼ ਦੀਆਂ ਟਰਮਸ ਨੇ, ਕਿਉਂਕਿ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਸਿਲੇਬਸ ਦੇ ਵਿੱਚ ਲਿਖਿਆ ਹੈ ਡੇਲੀ ਸਾਇੰਸ, ਠੀਕ ਹੈ, ਜਨਰਲ ਸਾਇੰਸ ਜਿਹੜੀ ਤੁਸੀਂ ਆਪਣੀ ਡੇਲੀ ਰੂਟੀਨ 'ਚ ਆਲੇ ਦੁਆਲੇ ਦੇਖਦੇ ਹੋ। ਅਤੇ ਇਹਦਾ ਮਤਲਬ ਕਿ ਜਿਹੜੀਆਂ ਇੱਦਾਂ ਦੀਆਂ ਟਰਮਸ ਨੇ ਜਿਹੜੀਆਂ ਤੁਸੀਂ ਰੋਜ਼ ਨਿਊਜ਼ 'ਚ ਪੜ੍ਹਦੇ ਹੋ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ। ਠੀਕ ਹੈ ਜੀ। ਚਲੋ ਪ੍ਰੈਸ਼ਰ ਕੁੱਕਰ ਹੈਲਪਸ ਅਸ ਇਨ ਕੁਕਿੰਗ ਫੂਡ ਫਾਸਟਰ ਬਿਕੋਜ਼। ਹੁਣ ਇੱਥੇ ਆਪਾਂ ਰੀਜ਼ਨ ਦੇਖਣਾ ਹੈ। ਘਰਾਂ ਦੇ ਵਿੱਚ ਆਪਾਂ ਪ੍ਰੈਸ਼ਰ ਕੁੱਕਰ ਸਾਰੇ ਯੂਜ਼ ਕਰਦੇ ਹਾਂ ਅਤੇ ਰੀਜ਼ਨ ਉਹਦਾ ਕੀ ਹੈ। ਇਟ ਰੇਜ਼ਿਜ਼ ਦ ਬੋਇਲਿੰਗ ਪੁਆਇੰਟ ਆਫ ਲਿਕੁਇਡਸ ਡਿਊ ਟੂ ਇਨਕਰੀਜ਼ ਇਨ ਪ੍ਰੈਸ਼ਰ। ਇਟ ਕੈਨ ਕੰਜ਼ਰਵ ਹੀਟ being made of special metal,
it does not allow atmosphere to cool down the food, provides better medium of conduction of heat to food। हाँ जी, ਹੁਣ ਇਹਦੇ ਚ ਕੀ ਹੋਊਗਾ ਤੁਸੀਂ ਇਹਨੂੰ ਜਰਾ ਸੋਚੋ ਤੇ ਮੈਂ ਫਿਰ ਤੁਹਾਨੂੰ ਇਹ ਸਮਝਾਉਣਾ ਕਿ ਇਹਦੇ ਚ ਕੀ ਹੈਗਾ। हाँ जी, आई होप ਤੁਸੀਂ ਕੋਈ ਗੈਸ ਲਾਇਆ ਹੋਊਗਾ। ਅੱਛਾ ਦੇਖੋ, ਪ੍ਰੈਸ਼ਰ ਕੁੱਕਰ ਜਿਹੜਾ ਹੈਗਾ ਤਾਂ ਮੇਨ ਕੰਮ ਕੀ ਹੁੰਦਾ ਹੈਗਾ। ਹੁਣ ਤੁਸੀਂ ਨਾ ਇੱਕ ਫੈਕਟ ਸੁਣਿਆ ਹੋਣਾ ਕਿ ਜਿਹੜੇ ਹਿਲੀ ਰੀਜਨ ਹੈਗੇ ਆ, ਜਿਹੜੇ ਪਹਾੜੀ ਇਲਾਕੇ ਹੈਗੇ ਆ, ਉੱਥੇ ਜਦੋਂ ਤੁਸੀਂ ਫੂਡ ਕੁੱਕ ਕਰਦੇ ਆ, ਜੇ ਤੁਸੀਂ ਉਹਨੂੰ ਕੜਾਈ 'ਚ ਬਣਾਓਗੇ ਤੇ ਉਹ ਇੰਨਾ ਵਧੀਆ ਨਹੀਂ ਬਣੂਗਾ ਤੇ ਉੱਥੇ ਪ੍ਰੈਸ਼ਰ ਕੁੱਕਰ ਯੂਜ਼ ਕਰਨਾ ਪੈਂਦਾ। ਉਹਦਾ ਹੁਣ ਰੀਜ਼ਨ ਇਹ ਦੱਸਿਆ ਜਾਂਦਾ ਕਿ ਬਈ ਉੱਥੇ ਜਿਹੜਾ ਐਟਮੋਸਫੇਰਿਕ ਪ੍ਰੈਸ਼ਰ ਹੈ ਉਹ ਘਟ ਜਾਂਦਾ ਕਿਉਂਕਿ ਐਲਟੀਟਿਊਡ ਜ਼ਿਆਦਾ ਹੈਗਾ। ਹੁਣ ਐਟਮੋਸਫੇਰਿਕ ਪ੍ਰੈਸ਼ਰ ਘੱਟ ਹੋਣ ਨਾਲ ਕੀ ਹੁੰਦਾ ਉੱਥੇ ਕਿ ਜਿਹੜਾ ਬੋਇਲਿੰਗ ਪੁਆਇੰਟ ਹੈਗਾ ਉਹ ਪਾਣੀ ਦਾ ਘਟ ਜਾਂਦਾ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਨਾਰਮਲੀ ਫੂਡ ਕੁੱਕ ਕਰਦੇ ਆ ਤਾਂ ਜਿਹੜਾ ਬੋਇਲਿੰਗ ਪੁਆਇੰਟ ਯਾਨੀ ਕਿ ਜਿਹੜਾ 100 ਡਿਗਰੀ ਤੇ ਪਾਣੀ ਬੋਇਲ ਹੋਣਾ ਸੀ ਉਹ 97 ਜਾਂ 98 ਤੇ ਹੋਣ ਲੱਗ ਪਿਆ ਤੇ ਜਿਹੜਾ ਫੂਡ ਸੀਗਾ ਉਹ ਅਨਕੁਕਡ ਰਹਿ ਜਾਊਗਾ। ਤੇ ਪਰ ਜੇ ਅਸੀਂ ਪ੍ਰੈਸ਼ਰ ਕੁੱਕਰ ਯੂਜ਼ ਕਰਦੇ ਕੀ ਕਰਦਾ ਦੁਬਾਰਾ ਬੋਇਲਿੰਗ ਪੁਆਇੰਟ ਨੂੰ ਵਧਾ ਦਿੰਦਾ ਆ। ਠੀਕ ਹੈ, ਤੇ ਜਦੋਂ ਬੋਇਲਿੰਗ ਪੁਆਇੰਟ ਵਧੂਗਾ ਤੇ ਇਹ ਵਿੱਚ ਪ੍ਰੈਸ਼ਰ ਵੀ ਵਧਾਊਗਾ ਕਿਉਂਕਿ ਪ੍ਰੈਸ਼ਰ ਕੁੱਕਰ ਓਬਵੀਅਸ ਪ੍ਰੈਸ਼ਰ ਵਧਾਊਗਾ ਤੇ ਜਦੋਂ ਬੋਇਲਿੰਗ ਪੁਆਇੰਟ ਵੱਧ ਜਾਊਗਾ ਤਾਂ ਜਿਹੜਾ ਫੂਡ ਹੈਗਾ ਉਹ ਪ੍ਰੋਪਰਲੀ ਕੁੱਕ ਹੋ ਜਾਊਗਾ। ਤਾਂ ਇਹ ਇਜ਼ ਅ ਕਰੈਕਟ ਆਪਸ਼ਨ। ਇੱਥੇ ਜਿਹੜਾ ਆਨਸਰ ਹੈਗਾ ਉਹ ਇਹ ਹੋਊਗਾ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਤੇ ਚਲੋ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ। ਦੇਖੋ ਜੀ, ਡੈਂਸਿਟੀਜ਼ ਆਫ ਵਾਟਰ ਐਂਡ ਆਈਸ, ਇਹ ਹੈਗੇ ਆਪਸ਼ਨ। A is equal, B is different, C is can be equal or different, C is none of the above. So these are the options and you have to choose the correct option among these. तो here A option is equal। ਹੁਣ ਜੇ ਅਸੀਂ ਡੈਂਸਿਟੀ ਦੀ ਗੱਲ ਕਰੀਏ, ਡੈਂਸਿਟੀ ਹੁੰਦੀ ਕੀ ਹੈਗੀ ਹੈ? ਡੈਂਸਿਟੀ ਦਾ ਮਤਲਬ ਹੁੰਦਾ ਕਿਸੇ ਪਰਟੀਕੂਲਰ ਵੋਲਿਊਮ ਵਾਸਤੇ ਉਹਦਾ weight ਕਿੰਨਾ ਆ। ਯਾਨੀ ਕਿ ਜੇ ਹੁਣ ਅਸੀਂ ਆਈਸ ਦੀ ਜਾਂ ਵਾਟਰ ਦੀ ਡੈਂਸਿਟੀ ਆਪਸ 'ਚ ਕੰਪੇਅਰ ਕਰਨੀ ਆ, ਫਿਰ ਆਪਾਂ ਦੇਖਾਂਗੇ ਕਿ ਕੋਈ ਸਪੈਸਿਫਿਕ ਵੋਲਿਊਮ ਆ। ਠੀਕ ਹੈ, ਚਾਹੇ ਉਹਦੇ ਵਿੱਚ 1 ਮਿਲੀਲੀਟਰ ਵਾਟਰ ਹੋਵੇ ਜਾਂ ਉਹਦੇ ਵਿੱਚ ਮਿਲੀਗ੍ਰਾਮ ਆਈਸ ਹੋਵੇ, ਬਿਲਕੁਲ ਸੇਮ ਅਸੀਂ ਉਹਦਾ ਵੋਲਿਊਮ ਲਿਆ, ਫਿਰ ਦੇਖਣਾ ਕਿ ਕਿਹਦਾ weight ਜ਼ਿਆਦਾ ਆ। ਹੁਣ ਜਿਹੜਾ ਵਾਟਰ ਹੁੰਦਾ ਆ ਉਹਦਾ weight ਤਾਂ ਹੁੰਦਾ ਹੈਗਾ 1 ਗ੍ਰਾਮ ਪਰ ਮਿਲੀਲੀਟਰ, ਉਹਦੀ ਡੈਂਸਿਟੀ ਇੰਨੀ ਹੁੰਦੀ ਵਾਟਰ ਦੀ। ਠੀਕ ਹੈ ਜੀ, ਪਰ ਜਿਹੜੀ ਆਈਸ ਹੁੰਦੀ ਆ ਉਹਦੀ ਡੈਂਸਿਟੀ ਜਿਹੜੀ ਹੁੰਦੀ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਵਾਟਰ। ਇਹੀ ਕਾਰਨ ਹੈ ਕਿ ਜੇ ਤੁਸੀਂ ਆਈਸ ਦੇ ਜਿਹੜੇ ਟੁਕੜੇ ਹੈਗੇ ਪੀਸ ਤੁਸੀਂ ਉਹਦੇ ਵਿੱਚ ਕਿਊਬ ਪਾਉਂਦੇ ਆ ਪਾਣੀ ਦੇ ਵਿੱਚ ਤੇ ਉਹ ਬਿਲਕੁਲ ਸਰਫੇਸ 'ਤੇ ਆ ਕੇ ਫਲੋਟ ਕਰਨ ਲੱਗ ਪੈਂਦੇ ਆ। ਠੀਕ ਹੈ, ਤਾਂ ਇਹੀ ਰੀਜ਼ਨ ਆ ਕਿ ਜਿਹੜੀ ਡੈਂਸਿਟੀ ਹੈਗੀ ਉਹ ਆਈਸ ਦੀ ਘੱਟ ਆ। ਤਾਂ ਇੱਥੇ ਜਿਹੜਾ ਆਨਸਰ ਤੁਹਾਡਾ ਹੋਊਗਾ ਉਹ ਬੀ ਹੈ ਜੀ, ਡਿਫਰੈਂਟ। ਹਾਂਜੀ ਕਲੀਅਰ, ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਤਾਂ ਦੇਖੋ ਯਾਰ, ਕੁਐਸਚਨ ਤੁਹਾਨੂੰ ਬਿਲਕੁਲ ਸਿੰਪਲ ਆਊਗਾ, ਬਿਲਕੁਲ ਡੇਲੀ ਲਾਈਫ 'ਚੋਂ ਆਊਗਾ। ਠੀਕ ਹੈ, ਬਸ ਤੁਹਾਨੂੰ ਉਹਦਾ ਬੇਸਿਕ ਕੰਸੈਪਟ ਪਤਾ ਹੋਣਾ ਚਾਹੀਦਾ। ਹੁਣ ਦੇਖੋ ਇੱਕ ਹੋਰ ਸਿੰਪਲ ਆ ਗਿਆ ਕੁਐਸਚਨ, ਐਨ 에ਅਰਕ੍ਰਾਫਟ ਵਿਚ ਇਜ਼ ਹੈਵੀਅਰ ਦੈਨ 에ਅਰ ਫਲਾਈਜ਼ ਇਨ 에ਅਰ ਡਿਊ ਟੂ। ਤੇ ਕੁਐਸਚਨ ਬੜਾ ਵਧੀਆ ਹੈ ਕਿ ਯਾਰ ਇੰਨਾ 1000 ਟਨ ਦਾ ਭਾਰ ਹੁੰਦਾ ਐਰੋਪਲੇਨ ਦਾ ਤੇ ਉਹ ਕਿੱਦਾਂ ਹਵਾ 'ਚ ਉੱਡ ਜਾਂਦਾ। ਠੀਕ ਹੈ ਜੀ, ਹੁਣ ਦੇਖੋ ਇੱਥੇ A buoyancy, B forward motion of the aircraft, C difference in pressure on the upper and lower sides of the wings, and D is jet propulsion। ਠੀਕ ਹੈ ਜੀ, ਹੁਣ ਇੱਥੇ ਜੇ ਆਪਾਂ ਗੱਲ ਕਰੀਏ buoyancy ਜਿਹੜੀ ਹੁੰਦੀ ਹੈ ਵਾਟਰ 'ਚ ਹੁੰਦੀ ਹੈ। ਠੀਕ ਹੈ, ਤੁਸੀਂ ਆਰਕੀਮੀਡੀਜ਼ ਪ੍ਰਿੰਸੀਪਲ ਪੜ੍ਹਿਆ ਹੋਣਾ। ਠੀਕ ਹੈ ਜੀ, ਉਹ ਪਾਣੀ ਦੇ ਟੱਬ 'ਚ ਬੈਠਾ ਸੀ, ਪਾਣੀ ਬਾਹਰ ਆ ਗਿਆ, ਯੂਰੇਕਾ ਕਰਦਾ ਭੱਜਿਆ ਉਹ। ਠੀਕ ਹੈ ਜੀ, ਇੱਥੇ ਜਿਹੜੀ ਅਸੀਂ ਮੇਨ ਗੱਲ ਕਰ ਰਹੇ ਹਾਂ 에ਅਰ ਫਲਾਈਜ਼ ਦੀ, ਮੈਂ ਤੁਹਾਨੂੰ ਵੈਸੇ ਹੀ ਕੰਸੈਪਟ ਦੱਸ ਦਿੰਦਾ। ਠੀਕ ਹੈ ਜੀ, ਐਰੋਪਲੇਨ ਹੈਗਾ ਆ, ਉਹਦੇ ਵਿੰਗਸ ਹੈਗੇ ਆ ਤੇ ਵਿੰਗਸ ਦੇ ਉੱਪਰ ਦੀ ਸਾਈਡ ਔਰ ਨੀਚੇ ਦੀ ਸਾਈਡ ਪ੍ਰੈਸ਼ਰ ਦਾ ਕੀ ਰੋਲ ਹੈਗਾ ਉੱਤੇ ਡਿਪੈਂਡ ਕਰੂਗਾ ਕਿ ਐਰੋਪਲੇਨ ਕਿੱਦਾਂ ਜਾਊਗਾ। ਹੁਣ ਇੰਜਨ ਦਾ ਵੀ ਫੰਕਸ਼ਨ ਹੈ, ਇੰਜਨ ਜਿਹੜਾ ਹੈਗਾ ਆ ਉਹ 에ਅਰ ਨੂੰ ਪਿੱਛੇ ਦੀ ਤਰਫ ਥਰਸਟ ਕਰਦਾ ਤੇ ਐਰੋਪਲੇਨ ਉੱਪਰ ਜਾਊਗਾ। ਬਟ ਜਿਹੜਾ ਇਹਨਾਂ ਦਾ ਪ੍ਰੈਸ਼ਰ ਡਿਫਰੈਂਸ ਹੈ, ਠੀਕ ਹੈ ਜੀ, ਦੋਨੋਂ ਸਾਈਡ ਤੇ ਕਿੰਨਾ ਪ੍ਰੈਸ਼ਰ ਹੈ ਉਹ ਡਿਸਾਈਡ ਕਰੂਗਾ ਕਿ ਜਿਹੜਾ ਪਲੇਨ ਹੈਗਾ ਆ ਉਹ ਕਿੰਨਾ ਉੱਪਰ ਜਾਊਗਾ, ਕਿੱਦਾਂ ਉੱਪਰ ਫਲਾਈ ਕਰੂਗਾ। ਹੁਣ ਇੱਥੇ ਕੀ ਹੁੰਦਾ ਹੈਗਾ, ਜੇ ਸਪੋਜ਼ ਉੱਪਰ ਨੂੰ ਲੱਗਣ ਵਾਲਾ ਪ੍ਰੈਸ਼ਰ ਯਾਨੀ ਕਿ ਉੱਪਰ ਨੂੰ ਲੱਗਣ ਵਾਲੀ ਥਰਸਟ ਜਿਹੜੀ ਹੈਗੀ ਆ ਉਹ ਕਿਹਦੇ ਨਾਲੋਂ ਜ਼ਿਆਦਾ ਹੋਵੇ, ਗ੍ਰੈਵੀਟੇਸ਼ਨਲ ਪੁੱਲ ਨਾਲੋਂ, ਕਿਉਂਕਿ ਗ੍ਰੈਵਿਟੀ ਨੇ ਤਾਂ ਚੀਜ਼ ਨੂੰ ਨੀਚੇ ਖਿੱਚਣਾ ਹੈਗਾ, ਅਟਰੈਕਟ ਕਰਨਾ। ਤੇ ਜੇ ਉੱਪਰ ਨੂੰ ਲੱਗਣ ਵਾਲੀ ਥਰਸਟ ਜਿਹੜੀ ਹੈਗੀ ਉਹ ਗ੍ਰੈਵਿਟੀ ਤੋਂ ਜ਼ਿਆਦਾ ਆ ਤੇ ਇਹ ਜਿਹੜਾ ਹੈਗਾ ਐਰੋਪਲੇਨ ਆ ਉਹ ਫਲਾਈ ਕਰੂਗਾ ਬੜੇ ਆਰਾਮ ਨਾਲ। ਠੀਕ ਹੈ ਜੀ, ਬੇਸਿਕ ਕੰਸੈਪਟ। ਠੀਕ ਹੈ, ਤਾਂ ਇੱਥੇ ਜਿਹੜਾ ਆਪਸ਼ਨ ਹੈ ਤੁਹਾਡਾ ਜੀ ਉਹ ਹੈਗਾ ਸੀ ਕਿ ਦੋਨਾਂ ਦੇ ਉੱਪਰ ਤੇ ਨੀਚੇ ਵਾਲੇ ਪ੍ਰੈਸ਼ਰ ਜਿਹੜਾ ਡਿਫਰੈਂਸ ਆ ਉਹ ਡਿਸਾਈਡ ਕਰੂਗਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਰੇਟ ਆਫ ਕੂਲਿੰਗ ਆਫ ਏ ਬੋਡੀ ਡਿਪੈਂਡਸ ਔਨ। ਤਾਂ ਇਹ ਤਾਂ ਵੀ ਬਹੁਤ ਸੌਖਾ ਕੁਐਸਚਨ ਹੈ, ਇਹ ਤਾਂ ਤੁਸੀਂ ਆਨਸਰ ਵੈਸੇ ਹੀ ਦੇ ਦੋਗੇ।
ए ऑप्शन हैगा इट साइज एंड द वेलोसिटी ऑफ एयर अराउंड इट, डिफरेंस इन टैंपरेचर बिटवीन द बॉडी एंड द सराउंडिंग, मैथड ऑफ हीट ट्रांसफर, या इज़ इंडिपेंडेंट ऑफ द टैंपरेचर ऑफ सराउंडिंग। ठीक है जी, देखो कोई चीज़ गर्म आ, जिन्ना असी ਉਹਨੂੰ ਠੰਡੇ ਰੀਜਨ ਦੇ ਵਿੱਚ ਰੱਖਾਂਗੇ ਉਨੀ ਸਪੀਡ ਨਾਲ ਨਹੀਂ ਉਹ ਠੰਡਾ ਹੋਊਗਾ। ਠੀਕ ਹੈ, ਹੁਣ ਕੋਈ ਸਪੋਜ਼ ਚੀਜ਼ ਹੈਗੀ ਬਹੁਤ ਗਰਮ ਹੈਗੀ ਆ, ਤੁਸੀਂ ਉਹਨੂੰ 40 ਡਿਗਰੀ 'ਚ ਰੱਖ ਦਿਓ, ਉਹ ਹੌਲੀ ਹੌਲੀ ਠੰਡੀ ਹੋਊਗੀ। ਤੇ ਜੇ ਤੁਸੀਂ ਉਹਨੂੰ ਆਰਕਟਿਕ ਵਰਗੇ ਰੀਜਨ 'ਚ ਰੱਖੋਗੇ ਤਾਂ ਸਕਿੰਟਾਂ ਦੇ ਵਿੱਚ ਠੰਡੀ ਹੋ ਜਾਊਗੀ। ਤੁਸੀਂ ਬਹੁਤ ਸਾਰੀਆਂ ਨਾ ਵੀਡੀਓਜ਼ ਦੇਖੀਆਂ ਹੋਣੀਆਂ YouTube ਤੇ ਕਿ ਬਈ ਉਬਲਦਾ ਪਾਣੀ ਹੁੰਦਾ, ਉਹਨੂੰ ਹਵਾ 'ਚ ਸਿੱਟਦੇ ਆ ਤੇ ਉੱਪਰ ਹੀ ਜੰਮ ਜਾਂਦਾ। ਕਿਉਂ? ਕਿਉਂਕਿ ਸਰਾਊਂਡਿੰਗ ਜਿਹੜੀ ਹੈਗੀ ਬਹੁਤ ਠੰਡੀ ਆ। ਤਾਂ ਇੱਥੇ ਜਿਹੜਾ ਆਪਸ਼ਨ ਹੈਗਾ ਉਹ B ਆਊਗਾ, ਡਿਫਰੈਂਸ ਇਨ ਟੈਂਪਰੇਚਰ ਬਿਟਵੀਨ ਦ ਬੋਡੀ ਐਂਡ ਦ ਸਰਾਊਂਡਿੰਗ, ਕਿ ਜਿੰਨਾ ਉਹਦੇ 'ਚ ਡਿਫਰੈਂਸ ਜ਼ਿਆਦਾ ਹੋਊਗਾ, ਯਾਨੀ ਕਿ ਜਿੰਨੀ ਸਰਾਊਂਡਿੰਗ ਠੰਡੀ ਹੋਊਗੀ ਉਨੀ ਜਲਦੀ ਉਹ ਕੂਲਿੰਗ ਹੋ ਜਾਊਗੀ। ਸਿੰਪਲ। ਠੀਕ ਹੈ ਜੀ, ਤਾਂ ਸਾਇੰਸ ਮੈਂ ਤੁਹਾਨੂੰ ਸਹੀ ਦੱਸਾਂ PCS ਦੇ ਵਿੱਚ ਇੰਨਾ ਸੌਖਾ ਕੰਪੋਨੈਂਟ ਹੈ ਕਿ ਤੁਸੀਂ ਇਹਨੂੰ ਫ੍ਰੀ ਟਾਈਮ ਵੀ ਪੜ੍ਹਨ ਲੱਗ ਪਏ ਨਾ, ਰੋਜ਼ ਥੋੜ੍ਹੇ 2-4 ਪੇਜ ਤੁਸੀਂ ਰੋਜ਼ ਪੜ੍ਹਨ ਲੱਗ ਪਏ ਤੇ ਇਹ ਤਾਂ ਜੀ ਮਹੀਨੇ ਦੇ ਵਿੱਚ ਤੁਹਾਡੀ ਬੜੇ ਆਰਾਮ ਨਾਲ ਤਿਆਰੀ ਹੋ ਜਾਊਗੀ ਵਿਦਆਊਟ ਐਨੀ ਐਕਸਟਰਾ ਐਫਰਟ। ਬਾਕੀ ਆਪਣਾ ਐਕਸਟਰਾ ਐਫਰਟ ਤੁਸੀਂ ਹਿਸਟਰੀ ਤੇ, ਪੋਲਿਟੀ ਤੇ, ਜੀਓਗ੍ਰਾਫੀ ਤੇ ਪੂਰਾ ਲਾ ਦਿਓ ਤੇ ਤੁਸੀਂ ਫ੍ਰੀ ਟਾਈਮ ਦੇ ਵਿੱਚ ਵੀ ਸਾਇੰਸ ਪੜ੍ਹੀ ਜਾਓਗੇ ਤੇ ਬੜੇ ਆਰਾਮ ਨਾਲ ਇਹਨੂੰ ਤੁਸੀਂ ਕਵਰ ਕਰ ਲਓਗੇ ਜੀ। ਠੀਕ ਹੈ ਜੀ, ਚਲੋ ਅੱਗੇ ਹੈ ਜੀ ਕੁਐਸਚਨ ਨੰਬਰ 10, ਵੈਨ ਏ ਸਬਸਟੈਂਸ ਪਾਸਿਸ ਫਰੋਮ ਸੋਲਿਡ ਸਟੇਟ ਟੂ ਵੇਪਰ ਸਟੇਟ ਵਿਦਆਊਟ ਪਾਸਿੰਗ ਥਰੂ ਲਿਕੁਇਡ ਸਟੇਟ ਦ ਫਿਨੋਮੀਨਨ ਇਜ਼ ਕਾਲਡ। ਤੇ ਇੱਕ ਸੌਖਾ ਕੁਐਸਚਨ ਹੈ, ਇਹਦੇ 'ਚ ਕੋਈ ਸਮਝਣ ਵਾਲੀ ਚੀਜ਼ ਨਹੀਂ, ਫੈਕਚੁਅਲ ਹੈ ਕਿ ਬਈ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ। वेपराइजेशन ਉਹਨੂੰ ਨਹੀਂ ਕਹਿੰਦੇ, ਮਿਊਟੇਸ਼ਨ ਜਿਹੜੀ ਹੈਗੀ ਉਹ ਜੈਨੇਟਿਕਸ ਵਿੱਚ ਹੁੰਦੀ ਹੈ ਜੀ, ਕੰਡੈਂਸੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਪਤਾ ਹੀ ਹੈ ਕਲਾਊਡਸ ਉੱਪਰ ਜਾ ਕੇ ਹੁੰਦੀ ਹੈਗੀ, ਉਹਨੂੰ ਪ੍ਰੋਸੈਸ ਨੂੰ ਕਹਿੰਦੇ ਆ, ਉਹਨੂੰ ਕਹਿੰਦੇ ਜੀ ਸਬਲੀਮੇਸ਼ਨ। ਤਾਂ ਫੈਕਚੁਅਲ ਪੁਆਇੰਟ ਹੈ, ਠੀਕ ਹੈ, ਕੋਈ ਸਮਝਣ ਵਾਲੀ ਚੀਜ਼ ਨਹੀਂ। ਜਦੋਂ ਸੋਲਿਡ ਤੋਂ ਡਾਇਰੈਕਟ ਗੈਸ ਬਣੂਗੀ ਵਿਦਆਊਟ ਪਾਸਿੰਗ ਥਰੂ ਦ ਲਿਕੁਇਡ ਸਟੇਟ, ਅਸੀਂ ਉਹਨੂੰ ਕਹਿ ਦਾਂਗੇ ਜੀ ਇਹ ਹੋ ਗਈ ਹੈ ਸਬਲੀਮੇਸ਼ਨ। ਚਲੋ ਨੈਕਸਟ ਦੇਖਦੇ ਹਾਂ ਜੀ, ਯੂਜੂਅਲੀ ਦ ਆਊਟਸਾਈਡ ਰੀਅਰ ਵਿਊ ਮਿਰਰਸ ਆਫ ਮੋਟਰ ਵਹੀਕਲ ਆਰ। ਦੇਖੋ ਕਿੰਨਾ ਡੇਲੀ ਲਾਈਫ 'ਚੋਂ ਕੁਐਸਚਨ ਆ ਰਿਹਾ ਜੀ। ਠੀਕ ਹੈ, ਇਹ ਤਾਂ ਤੁਸੀਂ ਉਹ 'ਤੇ ਦੇਖਿਆ ਵੀ ਹੋਣਾ, ਜਿਹੜਾ ਤੁਹਾਡੀ ਗੱਡੀ ਦਾ ਸਾਈਡ ਮਿਰਰ ਹੁੰਦਾ ਆ ਉਹ 'ਤੇ ਲਿਖਿਆ ਵੀ ਹੁੰਦਾ। ਤੋ ਕਨਕੇਵ ਮਿਰਰ, ਕਨਵੈਕਸ ਮਿਰਰ, ਪਲੇਨ ਮਿਰਰ, ਕਨਕੇਵੋ ਕਨਵੈਕਸ ਮਿਰਰ। ਠੀਕ ਹੈ, ਤਾਂ ਆਂਸਰ ਤੁਹਾਨੂੰ ਪਤਾ ਹੋਵੇਗਾ ਕਨਵੈਕਸ ਮਿਰਰ ਹੁੰਦਾ ਹੈਗਾ। ਅੱਛਾ, ਤਾਂ ਕਨਵੈਕਸ ਮਿਰਰ ਜਿਹੜਾ ਹੈਗਾ ਆ ਇਹਦੇ 'ਚ ਤੁਸੀਂ ਇੱਕ ਇਹ ਵੀ ਗੱਲ ਯਾਦ ਰੱਖਣੀ ਆ ਕਿ ਕਨਵੈਕਸ ਮਿਰਰ ਹਮੇਸ਼ਾ ਬਹੁਤ ਵੱਡੇ ਏਰੀਏ ਨੂੰ ਛੋਟੀ ਜਿਹੀ ਜਗ੍ਹਾ ਵਿੱਚ ਦਿਖਾ ਦਊਗਾ। ਠੀਕ ਹੈ, ਤੁਸੀਂ ਆਪ ਸੋਚੋ ਕਿ ਜੋ ਗੱਡੀ ਦਾ ਮਿਰਰ ਹੁੰਦਾ ਤੁਹਾਡਾ, ਉਹਦਾ ਮੇਰਾ ਖਿਆਲ ਹੈ ਵੀ ਸਾਈਜ਼ ਇੰਨਾ ਕੀ ਹੋਣਾ ਹੈ ਨਾ, ਅਤੇ ਪਿੱਛੇ ਉਹ ਪੂਰੀ ਸੜਕ ਤੁਹਾਨੂੰ ਦਿਖਾ ਦਿੰਦਾ। ਅਤੇ ਉਹਦੀ ਖਾਸੀਅਤ ਇਹ ਹੁੰਦੀ ਹਮੇਸ਼ਾ ਕਿ ਉਹ ਬਹੁਤ ਵੱਡੇ ਰੀਜਨ ਨੂੰ ਇੱਕ ਛੋਟੇ ਜਿਹੇ ਪਾਰਟ ਵਿੱਚ ਦਿਖਾ ਦਊਗਾ। ਹਾਂਜੀ ਠੀਕ ਹੈ ਜੀ, ਅਤੇ ਇਹ ਹੋ ਗਿਆ ਤੁਹਾਡਾ ਕਨਵੈਕਸ ਮਿਰਰ। ਸਿੰਪਲ ਹੈ, ਇਹ ਤੁਹਾਨੂੰ ਆਨਸਰ ਪਤਾ ਲੱਗ ਗਿਆ। ਚਲੋ ਨੈਕਸਟ ਦੇਖਦੇ ਹਾਂ ਜੀ, ਇਲੈਕਟ੍ਰਿਕ ਕਰੰਟ ਫਲੋਜ਼ ਇਨ ਕੰਡਕਟਰ ਡਿਊ ਟੂ, ਠੀਕ ਹੈ ਜੀ, ਇੰਪੀਅਰੇਜ, ਵਾਟੇਜ, ਪੋਟੈਂਸ਼ੀਅਲ ਡਿਫਰੈਂਸ, ਨਨ ਆਫ ਦੀਜ਼। ਠੀਕ ਹੈ, ਤੋ ਇਹਦੇ 'ਚ ਕੁਛ ਨਹੀਂ ਤੁਸੀਂ ਯਾਦ ਰੱਖਣਾ, ਬਸ ਇਹਨੂੰ ਯਾਦ ਹੀ ਕਰ ਲੈਣਾ ਤੁਸੀਂ ਕਿ ਇਲੈਕਟ੍ਰਿਕ ਕਰੰਟ ਜਿਹੜਾ ਫਲੋ ਕਰਦਾ ਹੈਗਾ ਆ ਅਤੇ ਉਹ ਕੰਡਕਟਰ ਦੇ ਵਿੱਚ ਉਹ ਪੋਟੈਂਸ਼ੀਅਲ ਡਿਫਰੈਂਸ ਕਰਕੇ ਹੁੰਦਾ। ਅਤੇ ਪੋਟੈਂਸ਼ੀਅਲ ਡਿਫਰੈਂਸ ਕੀ ਹੁੰਦਾ ਹੈਗਾ, ਇਹ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਹੁੰਦਾ ਉਹ ਇਲੈਕਟ੍ਰਿਕ ਪੋਟੈਂਸ਼ੀਅਲ ਬਿਟਵੀਨ 2 ਪੁਆਇੰਟ, ਉਹਦਾ ਜਿਹੜਾ ਡਿਫਰੈਂਸ ਹੁੰਦਾ ਉਹਨੂੰ ਆਪਾਂ ਪੋਟੈਂਸ਼ੀਅਲ ਡਿਫਰੈਂਸ ਕਹਿ ਦਿੰਦੇ ਹਾਂ। ਅਤੇ ਯਾਦ ਕਰਨ ਵਾਲਾ ਪੁਆਇੰਟ ਹੈ, ਬੜੇ ਆਰਾਮ ਨਾਲ ਹੋ ਜਾਊਗਾ। ਠੀਕ ਹੈ ਜੀ, ਚਲੋ ਨੈਕਸਟ ਦੇਖਦੇ ਹਾਂ ਅਸੀਂ। ਹਾਂਜੀ, तो वैक्सीन्स आर यूज टू बिल्ड इम्यूनिटी टू डिजीज़ बाय। ठीक है जी, ये हुण तुसीं देखना, इनू जरा पढ़ो क्वेश्चन नूं ते इनू समझो जरा, फिर मैं तुहानूं पहला दसदा कि वैक्सीन की हुंदी है। ठीक है जी, पढ़ो जरा क्वेश्चन ध्यान नाल। साइमुलेटिंग डिजीज़ इन द बॉडी टू प्रोड्यूस एंटीबॉडीज़, इंजैक्टिंग एंटीबॉडीज़ इन ब्लड स्ट्रीम, इनहेंसिंग इम्यूनिटी बाय ए लार्ज डोज of vitamins, enhancing immunity by a large dose of enzymes। ठीक है, ਹੁਣ ਇਹਨਾਂ ਆਪਸ਼ਨਸ ਦੇ ਵਿੱਚ ਸਾਨੂੰ ਨਾ ਇੱਕ ਚੀਜ਼ ਸਮਝਣ ਵਾਲੀ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੈ ਜੀ ਡਿਜ਼ੀਜ਼ ਹੋ ਗਈ, ਬੰਦੇ ਨੂੰ ਲੱਗੀ ਬਿਮਾਰੀ, ਉਹਨੂੰ ਕਰਨਾ ਅਸੀਂ ਠੀਕ, ਅਸੀਂ ਕੀ ਕਰਾਂਗੇ, ਉਹਨੂੰ ਮੈਡੀਸਨ ਦੇਵਾਂਗੇ। ਠੀਕ ਹੈ, ਲੇਕਿਨ ਵੈਕਸੀਨ ਕੀ ਚੀਜ਼ ਹੈ, ਵੈਕਸੀਨ ਉਹ ਚੀਜ਼ ਹੈ ਜਿਹਦੇ ਨਾਲ ਅਸੀਂ ਫਿਊਚਰ 'ਚ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣਾ ਹੈ। ਠੀਕ ਹੈ, ਅਤੇ ਉਹ ਅਸੀਂ ਕਿੱਦਾਂ ਰੋਕਾਂਗੇ, ਜਦੋਂ ਅਸੀਂ ਬੋਡੀ ਦੀ ਇਮਿਊਨਿਟੀ ਬਣਾ ਦੇਵਾਂਗੇ। ਹੁਣ ਇਹਦੇ 'ਚ ਹੁੰਦਾ ਕੀ ਹੈ ਕਿ ਵੈਕਸੀਨ ਐਕਚੁਅਲ 'ਚ ਉਹ ਡਿਜ਼ੀਜ਼ ਦੀ ਵੀਕ ਫਾਰਮ ਹੁੰਦੀ ਹੈ। ਸਪੋਜ਼ ਕੋਈ ਡਿਜ਼ੀਜ਼ ਹੈ, ਉਹ ਕਿਸੇ ਬੈਕਟੀਰੀਆ ਨਾਲ ਹੁੰਦੀ ਹੈ, ਅਸੀਂ ਉਹ ਬੈਕਟੀਰੀਆ ਦੀ ਨਾ ਵੀਕ ਫਾਰਮ ਜਾਂ ਡੈਡ ਫਾਰਮ ਜਾਂ ਉਹਨਾਂ ਰਿਲੇਟਿਡ ਪ੍ਰੋਟੀਨ ਉਸ ਵੈਕਸੀਨ 'ਚ ਪਾ ਦਿੰਦੇ ਹਾਂ। ਉਹ ਵੈਕਸੀਨ ਜਦੋਂ ਸਾਡੀ ਬੋਡੀ ਦੇ ਵਿੱਚ ਅਸੀਂ ਇੰਜੈਕਟ ਕਰਤੀ ਬੱਚੇ ਦੇ ਵਿੱਚ, ਜਦੋਂ ਅਸੀਂ ਬੱਚੇ ਦੀ ਵੈਕਸੀਨੇਸ਼ਨ ਕਰਾਉਂਦੇ ਹਾਂ, ਅਤੇ ਉਹਦੇ ਨਾਲ ਕੀ ਹੁੰਦਾ ਕਿ
ਉਹਨਾਂ ਦੀ ਬੋਡੀ ਐਂਟੀਬੋਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੀ ਆ। ਐਂਟੀਬੋਡੀਜ਼ ਕੀ ਹੁੰਦੀਆਂ, ਤੁਸੀਂ ਕਹਿ ਲਓ ਵੀ ਸਾਡੇ ਸਰੀਰ ਦੇ ਸਿਪਾਹੀ ਹੁੰਦੇ ਆ ਇਹ, ਜਿਹੜੇ ਬਾਹਰ ਤੋਂ ਆਉਣ ਵਾਲੇ ਕਿਸੇ ਨਾ ਕਿਸੇ ਐਂਟੀਜਨ ਯਾਨੀ ਕਿ ਫੋਰਨ ਬੋਡੀ ਨਾਲ ਲੜਦੇ ਆ। ਠੀਕ ਹੈ ਜੀ, ਜਦੋਂ ਸਾਡੀ ਬੋਡੀ ਦੇ ਵਿੱਚੋਂ ਮਾਈਲਡ ਸਟ੍ਰੇਨ ਬੈਕਟੀਰੀਆ ਦੀ ਜਾਂਦੀ ਆ ਤੇ ਸਾਡੀ ਬੋਡੀ ਨਾ ਉਹਨੂੰ ਰਿਕੋਗਨਾਈਜ਼ ਕਰ ਲੈਂਦੀ ਆ ਕਿ ਵੀ ਫਿਊਚਰ ਦੇ ਵਿੱਚ ਜੇ ਇੱਦਾਂ ਦਾ ਕੋਈ ਐਂਟੀਜਨ ਆਇਆ ਤਾਂ ਅਸੀਂ ਉਹਦਾ ਮੁਕਾਬਲਾ ਕਿੱਦਾਂ ਕਰਨਾ। ਤੋ ਯਾਨੀ ਕਿ ਵੈਕਸੀਨੇਸ਼ਨ ਦਾ ਜਿਹੜਾ ਮੇਨ ਪਰਪਸ ਹੈ ਉਹ ਸਾਡੀ ਬੋਡੀ ਨੂੰ ਤਿਆਰ ਕਰਨਾ ਹੁੰਦਾ ਹੈ ਕਿ ਭਈ ਫਿਊਚਰ ਦੇ ਵਿੱਚ ਆਪਾਂ ਇਸ ਬਿਮਾਰੀ ਨਾਲ ਕਿੱਦਾਂ ਲੜਨਾ। ਹੁਣ ਸਾਨੂੰ ਇੰਜੈਕਸ਼ਨ ਲੱਗ ਗਿਆ, ਫਿਊਚਰ 'ਚ ਜੇ ਕੋਈ ਉੱਦਾਂ ਦਾ ਬੈਕਟੀਰੀਆ ਆ ਗਿਆ, ਸਾਡੀ ਬੋਡੀ ਨੇ ਪਹਿਲੇ ਹੀ ਬਣਾਏ ਹੋਣੇ ਆ ਜੀ ਐਂਟੀਬੋਡੀਜ਼, ਆਰਾਮ ਨਾਲ ਉਹਨੂੰ ਟੈਕਲ ਕਰ ਲਊਗੀ। ਠੀਕ ਹੈ ਜੀ, ਕਹਿ ਦੂਗੀ ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਇਹਨੂੰ ਕਾਬੂ ਕਰਦੀ ਹਾਂ। ਹਾਂਜੀ ਕਲੀਅਰ। ਤੇ ਚਲੋ ਇਹ ਹੋ ਗਿਆ ਜੀ ਤੁਹਾਡਾ ਮੇਨ ਫੰਕਸ਼ਨ ਕਿਹਦਾ, ਵੈਕਸੀਨ ਦਾ। ਤਾਂ ਇੱਥੇ ਜਿਹੜਾ ਆਪਸ਼ਨ ਕਰੈਕਟ ਆਪਸ਼ਨ ਹੈਗਾ ਜੀ ਉਹ ਹੈਗਾ ਤੁਹਾਡਾ ਏ ਆਪਸ਼ਨ। ਚਲੋ ਅੱਗੇ ਚੱਲਦੇ ਹਾਂ। ਵਿਚ ਫੈਕਟ ਅਬਾਊਟ ਸਪੀਡ ਐਂਡ ਵੈਲੋਸਿਟੀ ਇਨਕਰੈਕਟ। A is speed is the distance traveled by body in a particular time. B is speed must be in a particular direction. Velocity is the speed in particular direction. Both speed and velocity depend distance and time. ਦੇਖੋ ਚਾਰੋਂ ਜਿਹੜੀਆਂ, ਹੁਣ ਜੇ ਆਪਾਂ ਇਸ ਕੁਐਸਚਨ ਦੀ ਗੱਲ ਕਰੀਏ ਨਾ, ਚਾਰੋਂ ਜਿਹੜੀਆਂ ਆਪਸ਼ਨਸ ਨੇ ਨਾ ਇਹ ਕਨਫਿਊਜ਼ਿੰਗ ਨੇ ਤੇ ਪੜ੍ਹਨ 'ਚ ਕਾਫੀ ਸੇਮ ਲੱਗਦੀਆਂ, ਕੋਈ ਵੀ ਇੱਥੇ ਕਨਫਿਊਜ਼ ਹੋ ਸਕਦਾ। ਤੇ ਇੱਕ ਸਿੰਗਲ ਪੁਆਇੰਟ ਨਾਲ ਤੁਸੀਂ ਇਹਦਾ ਜਵਾਬ ਦੇ ਸਕਦੇ ਹੋ, ਉਹ ਇਹ ਹੈ ਕਿ ਸਪੀਡ ਤੇ ਵੈਲੋਸਿਟੀ ਦੋਨੋਂ ਹੀ ਸੇਮ ਚੀਜ਼ ਨੇ। ਠੀਕ ਹੈ ਜੀ, ਤੇ ਦੋਨੋਂ ਜਿਹੜੇ ਹੈਗੇ ਹੈ ਉਹ ਮੀਟਰ ਪਰ ਸੈਕਿੰਡ ਨੇ। ਓਕੇ, ਤਾਂ ਹੁਣ ਇਹਨਾਂ 'ਚ ਡਿਫਰੈਂਸ ਕੀ ਹੈ ਕਿ ਇਹ ਜਿਹੜੀ ਸਪੀਡ ਹੈ ਇਹ ਸਕੇਲਰ ਕੁਆਂਟੀਟੀ ਹੈ, ਇਹ ਫਿਜ਼ਿਕਸ ਵਿੱਚ ਆਉਂਦਾ ਹੁੰਦਾ ਆ। ਤੇ ਬਸ ਤੁਹਾਨੂੰ ਮੈਂ ਸਿੰਪਲ ਲੈਂਗੁਏਜ ਦੱਸਾਂ ਕਿ ਇਹਦਾ ਮੈਗਨੀਟਿਊਡ ਹੁੰਦਾ ਹੈ। ਠੀਕ ਹੈ, ਪਰ ਜਦੋਂ ਵੈਲੋਸਿਟੀ ਦੀ ਗੱਲ ਆ ਗਈ ਉੱਥੇ ਨਾ ਨਾਲ ਡਾਇਰੈਕਸ਼ਨ ਇਨਵੋਲਵ ਹੋ ਜਾਂਦੀ ਹੈ ਵੀ ਕਿਸ ਡਾਇਰੈਕਸ਼ਨ 'ਚ ਚੀਜ਼ ਜਾ ਰਹੀ ਹੈ। ਹਾਂਜੀ ਕਲੀਅਰ। ਤੇ ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਸਪੀਡ ਹੈ ਉਹ 'ਚ ਡਾਇਰੈਕਸ਼ਨ ਨਹੀਂ ਹੋਗੀ, ਸਪੀਡ ਮਸਟ ਬੀ ਇਨ ਏ ਪਰਟੀਕੂਲਰ ਡਾਇਰੈਕਸ਼ਨ, ਤੇ ਸਾਨੂੰ ਇਹਦਾ ਜਵਾਬ ਆਟੋਮੈਟਿਕਲੀ ਮਿਲ ਜਾਣਾ। ਹਾਂਜੀ ਕਲੀਅਰ, ਸਮਝ ਲੱਗ ਗਿਆ। ਤੇ ਯਾਨੀ ਕਿ ਜਿਹੜਾ ਬੀ ਆਪਸ਼ਨ ਹੈਗਾ ਸਾਨੂੰ ਪਤਾ ਲੱਗਿਆ ਕਿ ਇਹ ਇਨਕਰੈਕਟ ਹੈ। ਕਿਉਂ? ਕਿਉਂਕਿ ਇੱਥੇ ਲਿਖਿਆ ਸਪੀਡ ਮਸਟ ਬੀ ਇਨ ਏ ਪਰਟੀਕੂਲਰ ਡਾਇਰੈਕਸ਼ਨ, ਤੇ ਆਪਾਂ ਇੱਥੇ ਨੀਚੇ ਕੀ ਕਿਹਾ ਕਿ ਜਿਹੜੀ ਸਪੀਡ ਹੈਗੀ ਉਹ ਸਕੇਲਰ ਕੁਆਂਟੀਟੀ ਹੈ, ਉਹ 'ਚ ਡਾਇਰੈਕਸ਼ਨ ਇਨਵੋਲਵ ਨਹੀਂ ਹੁੰਦੀ, ਉਹ ਵੈਲੋਸਿਟੀ 'ਚ ਹੁੰਦੀ ਹੈ। ਤਾਂ ਇਨਕਰੈਕਟ ਆਪਸ਼ਨ ਸਾਨੂੰ ਲੱਗ ਗਈ ਸਮਝ। ਹਾਂਜੀ ਕਲੀਅਰ ਜੀ। ਤੇ ਬੜਾ ਸਿੰਪਲ ਇਹ ਪੁਆਇੰਟ ਸੀਗਾ। ਠੀਕ ਹੈ, ਤਾਂ ਇੱਦਾਂ ਦੇ ਤੁਸੀਂ ਆਰਾਮ ਨਾਲ ਕੋਈ ਵੀ ਦੇਖੋ ਜੀਕੇ ਦੀ ਬੁੱਕ ਜਾਂ ਸਾਡੇ ਜਿਹੜੇ ਤੁਹਾਨੂੰ ਇੰਸਟੀਟਿਊਟਸ ਤੋਂ ਅਸੀਂ ਨੋਟਸ ਮਿਲਣਗੇ ਜਾਂ ਫਿਊਚਰ ਦੇ ਜਿਹੜੀ ਸਾਡੀ ਵੀਡੀਓਜ਼ ਹੋਣਗੀਆਂ ਸਾਇੰਸ ਦੀਆਂ, ਤੇ ਤੁਹਾਨੂੰ ਇਹ ਜਿੰਨੇ ਵੀ ਬੇਸਿਕ ਕਨਸੈਪਟ ਨੇ ਬਿਲਕੁਲ ਵਧੀਆ ਤਰੀਕੇ ਨਾਲ ਸਮਝਾਇਆ ਜਾਊਗਾ ਤਾਂ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਬਿਲਕੁਲ ਵਧੀਆ ਚੱਲੇ। ਠੀਕ ਹੈ ਜੀ। ਚਲੋ ਤਾਂ 15 ਜਿਹੜਾ ਹੈਗਾ, ਬਾਇਓਗੈਸ ਪਲਾਂਟ ਯੂਜ਼ ਫॉर ਪ੍ਰੋਡਿਊਸਿੰਗ ਡੋਮਸ, ਫਿਊਲ ਪ੍ਰੋਡਿਊਸਿਸ ਗੈਸਿਸ ਬਰਨ ਵਿਦਾਊਟ ਗਿਵਿੰਗ ਐਨੀ ਸਮੋਕ। ਤੇ ਸਿੰਪਲ ਕੁਐਸਚਨ ਹੈ ਕਿ ਬਾਇਓਗੈਸ ਪਲਾਂਟ ਦੇ ਵਿੱਚ ਕਿਹੜੀ ਗੈਸ ਨਿਕਲਦੀ, ਜਿਹੜੇ ਡੋਮ ਸ਼ੇਪਡ ਬਾਇਓਗੈਸ ਪਲਾਂਟ ਹੁੰਦੇ ਨੇ ਨਾ, ਤੁਸੀਂ ਦੇਖਿਆ ਹੋਣਾ ਵਿਲੇजेस ਦੇ ਵਿੱਚ ਇਹ ਡੋਮ ਸ਼ੇਪਡ ਬਾਇਓਗੈਸ ਪਲਾਂਟ ਹੁੰਦੇ ਨੇ, ਜ਼ਮੀਨ ਦੇ ਥੱਲੇ ਬਣਿਆ ਹੁੰਦਾ ਹੈ ਤੇ ਉੱਪਰ ਇਹਦੇ ਆਊਟਲੈਟ ਹੁੰਦੀ ਹੈ। ਤਾਂ ਕਿਹੜੀ ਗੈਸ ਅਸੀਂ ਇੱਥੇ ਕਲੈਕਟ ਕਰਦੇ ਹਾਂ। ਠੀਕ ਹੈ, ਤਾਂ ਮੇਰਾ ਖਿਆਲ ਹੈ ਕਿ ਮੋਸਟ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਟੂਡੈਂਟ ਬੈਠੇ ਹੋਣੇ ਆ ਜਿਹੜੇ ਤਿਆਰੀ ਕਰ ਰਹੇ ਪੂਰੇ ਦਿਲ ਲਾ ਕੇ, ਤੇ ਜਿਨ੍ਹਾਂ ਨੇ ਫਿਊਚਰ 'ਚ ਬਣਨਾ ਹੈਗਾ DSP, ਤੇ ਉਹਨਾਂ ਨੇ ਪਤਾ ਹੋਣਾ ਕਿ ਬਈ ਉਹਦੇ 'ਚੋਂ ਨਿਕਲਦੀ ਹੈਗੀ ਮਿਥੇਨ ਯਾਨੀ ਕਿ CH4। ਠੀਕ ਹੈ ਜੀ, ਕਾਰਬਨ ਦਾ ਇੱਕ ਐਟਮ ਤੇ ਹਾਈਡਰੋਜਨ ਦੇ 4 ਤੇ ਮਿਲ ਕੇ ਮੋਲੀਕੂਲ ਬਣ ਗਿਆ ਕਿਹਦਾ, ਮਿਥੇਨ ਦਾ, CH4। ਠੀਕ ਹੈ ਜੀ, ਤੇ ਇੱਥੇ ਜਿਹੜਾ ਆਨਸਰ ਹੋ ਗਿਆ ਤੁਹਾਡਾ ਮਿਥੇਨ। ਹਾਂਜੀ ਕਲੀਅਰ ਜੀ। ਤੇ ਬਾਇਓਗੈਸ ਪਲਾਂਟ ਦੇ ਵਿੱਚ ਮਿਥੇਨ ਬਣਦੀ ਹੈ, ਤੁਸੀਂ ਯਾਦ ਰੱਖਣਾ ਹੈ। ਨੈਕਸਟ ਦੇਖੋ ਜੀ, ਨੈਕਸਟ ਸਾਡੇ ਕੋਲ ਕੁਐਸਚਨ ਹੈਗਾ, ਇਹ ਸੋਲਰ ਵਾਟਰ ਹੀਟਰ ਕੈਨੋਟ ਬੀ ਯੂਜ਼ ਟੂ ਹੌਟ ਵਾਟਰ ਔਨ। ਬਈ ਇਹ ਤਾਂ ਅੱਖਾਂ ਬੰਦ ਕਰਕੇ ਕੁਐਸਚਨ ਆਨਸਰ ਕੀਤਾ ਜਾ ਸਕਦਾ ਹੈ ਕਿ ਬਈ ਜਿਹੜਾ ਸੋਲਰ ਵਾਟਰ ਹੀਟਰ ਹੈ ਕਿੱਦਣ ਨਹੀਂ ਕੰਮ ਕਰੂਗਾ। ਬਈ ਇਹ ਤਾਂ ਉਦਣ ਕੰਮ ਨਹੀਂ ਕਰੂਗਾ ਜਿੱਦਣ ਬੱਦਲ ਹੋਏ ਨੇ, ਯਾਨੀ ਕਿ ਜਿੱਦਣ ਕਲਾਊਡੀ ਡੇ ਹੈਗਾ। ਤੇ ਆਹ ਦੇਖੋ ਇਹਦਾ ਆਨਸਰ ਜਿਹੜਾ ਹੈਗਾ ਉਹ B ਆ ਜਾਏਗਾ ਕਿ ਕਲਾਊਡੀ ਡੇ ਦੇ ਉੱਤੇ ਅਸੀਂ ਨਹੀਂ ਯੂਜ਼ ਕਰ ਸਕਦੇ ਪਾਣੀ ਗਰਮ ਕਰਨ ਲਈ, ਕਿਹਨੂੰ, ਸੋਲਰ ਵਾਟਰ ਹੀਟਰ। ਠੀਕ ਹੈ ਜੀ, ਵਿੰਡੀ ਡੇ ਆ, ਹੌਟ ਡੇ ਆ, ਸੰਨੀ ਡੇ ਆ, ਤਾਂ ਇੱਕੋ ਚੀਜ਼ਾਂ ਹੈਗੀਆਂ। ਕਲਾਊਡੀ ਡੇ ਨੂੰ ਨਹੀਂ ਆਪਾਂ ਯੂਜ਼ ਕਰ ਸਕਦੇ। ਠੀਕ ਹੈ ਜੀ, ਤੇ ਇੱਦਾਂ ਦੇ ਬੇਸਿਕ ਜਿਹੜੇ ਹੈਗੇ ਆ ਉਹ ਕੁਐਸਚਨ ਤੁਹਾਨੂੰ ਆਉਣਗੇ। ਤੋ ਯਾਨੀ ਕਿ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜੇ ਤੁਸੀਂ 3-4 ਮਹੀਨੇ, ਕਈ ਵਾਰ ਨਾ ਸਾਨੂੰ ਸਟੂਡੈਂਟ ਕਹਿੰਦੇ ਕਿ ਸਰ 3-4 ਮਹੀਨੇ ਦੇ ਵਿੱਚ ਤਿਆਰੀ ਹੋ ਜਾਂਦੀ ਹੈ, ਤਾਂ ਮੈਂ ਤੁਹਾਨੂੰ ਇੱਕ ਪੱਕੀ ਗੱਲ ਕਹਿਦਾ, 3-4 ਮਹੀਨੇ ਜਿਸ ਬੰਦੇ ਨੇ ਸੀਰੀਅਸਲੀ ਪ੍ਰੈਪਰੇਸ਼ਨ ਕਰ ਲਈ ਤਾਂ ਬੜੇ ਆਰਾਮ ਨਾਲ ਜੀ ਉਹ DSP SDM ਲੱਗ ਸਕਦਾ, ਤੇ ਕੋਈ ਔਖੀ ਗੱਲ ਨਹੀਂ ਹੈ ਜੀ, ਤਹਿਸੀਲਦਾਰ ਲੱਗ ਸਕਦੇ ਹੋ ਤੁਸੀਂ। ਤੇ 3-4 ਮਹੀਨੇ ਦੀ ਬਿਲਕੁਲ ਇੱਕ ਵਾਰੀ ਥੋਰੋਲੀ ਤੁਸੀਂ ਸਾਰਾ ਸਿਲੇਬਸ ਕਵਰ ਕਰਨਾ ਹੈ। ਠੀਕ ਹੈ ਜੀ, ਤੇ ਉਹਦੇ ਵਿੱਚ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਤੇ ਤੁਹਾਡੀ ਆਰਾਮ ਨਾਲ ਪ੍ਰੈਪਰੇਸ਼ਨ ਜਿਹੜੀ ਹੈਗੀ ਆ ਹੋ ਜੂਗੀ। ਠੀਕ ਹੈ ਜੀ। ਚਲੋ ਨੈਕਸਟ ਦੇਖੋ ਜੀ, ਨੈਕਸਟ ਜਿਹੜਾ ਹੈਗਾ ਕੁਐਸਚਨ
ਕਿਡਨੀਜ਼ ਇਨ ਹਿਊਮਨ ਬੀਇੰਗਸ ਆਰ ਪਾਰਟ ਆਫ ਦਾ ਸਿਸਟਮ ਫॉर, ਠੀਕ ਹੈ, ਕਿ ਕਿਡਨੀ ਦਾ ਕੀ ਫੰਕਸ਼ਨ ਹੁੰਦਾ ਹੈ। ਤੇ ਇੱਥੇ ਦੇਖੋ ਇਸ ਕੁਐਸਚਨ ਨੂੰ ਨਾ ਵੈਸੇ ਥੋੜਾ ਮੁਸ਼ਕਿਲ ਵੀ ਬਣਾਇਆ ਜਾ ਸਕਦਾ ਸੀ ਜੇ ਅਸੀਂ 3-4 ਸਿਸਟਮ ਦੇ ਨਾਮ ਲਿਖ ਦਿੰਦੇ, ਪਰ ਇਹਨਾਂ ਨੇ ਬਹੁਤ ਹੀ ਸਿੰਪਲ ਇੱਥੇ ਆਪਸ਼ਨ ਦਿੱਤੇ ਨੇ, ਠੀਕ ਹੈ ਜੀ। ਨਿਊਟ੍ਰੀਸ਼ਨ ਪਤਾ ਹੈ ਜੀ ਨਹੀਂ ਹੁੰਦਾ, ਰੈਸਪੀਰੇਸ਼ਨ ਲਈ ਲੰਗਸ ਚਾਹੀਦੇ ਨੇ, ਐਕਸਕ੍ਰੀਸ਼ਨ ਜਿਹੜਾ ਹੈਗਾ ਇਹਦਾ ਸਹੀ ਆਪਸ਼ਨ ਹੈਗਾ, ਤੇ ਲੋਕੋਮੋਸ਼ਨ ਮੂਵਮੈਂਟ ਸਾਨੂੰ ਪਤਾ ਕਿਡਨੀ ਨੇ, ਵੀ ਬੰਦਾ ਕਿਡਨੀ ਨਾਲ ਨਹੀਂ ਤੁਰਦਾ, ਠੀਕ ਹੈ ਜੀ। ਕਿਡਨੀ ਦਾ ਜਿਹੜਾ ਕੰਮ ਹੁੰਦਾ ਹੈ ਉਹ ਹੁੰਦਾ ਬਲੱਡ ਨੂੰ ਸਾਫ਼ ਕਰਨਾ। ਹੁਣ ਕਈ ਜਿਹੜੇ ਹੈਗੇ ਸਟੂਡੈਂਟ ਉਹ ਥੋੜ੍ਹਾ ਜਿਹਾ ਕਨਫਿਊਜ਼ ਹੋ ਸਕਦੇ ਆ ਕਿ ਬਈ ਜਿਨ੍ਹਾਂ ਨੂੰ ਇਹ ਟਰਮ ਨਹੀਂ ਪਤਾ ਉਹ ਕਹਿਣਗੇ ਕਿ ਬਈ ਇਹਦਾ ਜਿਹੜਾ ਕਿਡਨੀ ਦਾ ਫੰਕਸ਼ਨ ਹੈ ਤਾਂ ਖੂਨ ਨੂੰ ਸਾਫ਼ ਕਰਨਾ ਹੁੰਦਾ ਹੈ। ਐਕਸਕ੍ਰੀਸ਼ਨ ਵਰਡ ਕੀ ਹੋਇਆ? ਦੇਖੋ ਐਕਸਕ੍ਰੀਸ਼ਨ ਦਾ ਮਤਲਬ ਹੁੰਦਾ ਹੈਗਾ ਕਿ ਜਿਹੜਾ ਵੇਸਟ ਮਟੀਰੀਅਲ ਹੈਗਾ ਉਹ ਸਾਡੀ ਬਾਡੀ ਦੇ ਵਿੱਚੋਂ ਬਾਹਰ ਕੱਢਣਾ ਆ, ਠੀਕ ਹੈ ਜੀ। ਤੇ ਹੁਣ ਜਿਹੜਾ ਕਿਡਨੀਜ਼ ਦਾ ਕੰਮ ਹੈਗਾ ਉਹ ਬਲੱਡ ਨੂੰ ਪਿਊਰੀਫਾਈ ਕਰਨਾ ਤਾਂ ਹੈ, ਪਰ ਜਦੋਂ ਬਲੱਡ ਨੂੰ ਪਿਊਰੀਫਾਈ ਕਰਦਾ ਉਹਦੇ ਚੋਂ ਨਿਕਲਣ ਵਾਲੇ ਜਿੰਨੇ ਵੀ ਉਹ ਸਬਸਟੈਂਸ ਨੇ ਉਹ ਯੂਰਿਨ ਦੇ ਰਾਹੀਂ ਬਾਡੀ ਚੋਂ ਬਾਹਰ ਜਾਂਦੇ ਨੇ, ਯਾਨੀ ਕਿ ਰਿਮੂਵ ਹੁੰਦੇ ਨੇ ਬਾਡੀ ਚੋਂ, ਤੇ ਇਸੇ ਕਰਕੇ ਇਹਨੂੰ ਐਕਸਕ੍ਰੀਟਰੀ ਸਿਸਟਮ ਦਾ ਪਾਰਟ ਕਿਹਾ ਜਾਂਦਾ ਹੈ। ਹਾਂਜੀ ਕਲੀਅਰ ਜੀ, ਚਲੋ ਸਿੰਪਲ ਇਹ ਹੋ ਗਿਆ। ਤੇ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਕਿਡਨੀਜ਼ ਹੁੰਦੇ ਨੇ ਉਹਦੇ ਨਾਲ ਯੂਰੇਟਰਸ ਜਿਹੜੇ ਹੁੰਦੇ ਨੇ ਉਹ 2 ਪਾਈਪਸ ਜੁਆਇਨ ਹੁੰਦੀਆਂ ਨੇ, ਠੀਕ ਹੈ ਜੀ। ਅੱਗੇ ਜਾ ਕੇ ਓਪਨ ਕਰਦੇ ਨੇ ਯੂਰੀਨਰੀ ਬਲੈਡਰ ਦੇ ਵਿੱਚ, ਤੇ ਯੂਰੀਨਰੀ ਬਲੈਡਰ ਤੋਂ ਫਰਦਰ ਯੂਰੇਥਰਾ ਜਿਹੜਾ ਹੁੰਦਾ ਹੈਗਾ ਉਹ ਯੂਰਿਨ ਨੂੰ ਬਾਡੀ ਤੋਂ ਬਾਹਰ ਪਾਸ ਕਰ ਦਿੰਦਾ ਹੈ, ਠੀਕ ਹੈ ਜੀ। ਚਲੋ ਕਿਡਨੀ ਦਾ ਗੱਲ ਹੋ ਗਈ, ਹੁਣ ਅਸੀਂ ਦੇਖਦੇ ਹਾਂ ਅੱਗੇ। ਹਾਂਜੀ ਨੈਕਸਟ ਕੁਐਸਚਨ ਹੈ ਦ ਜ਼ਾਈਲਮ ਇਨ ਪਲਾਂਟਸ ਆਰ ਰਿਸਪੋਂਸੀਬਲ ਫॉर। ਅੱਛਾ ਹੁਣ ਇਹ ਜ਼ਾਈਲਮ ਹੈ ਕਿ ਇਹ ਪਲਾਂਟਸ ਦੇ ਵਿੱਚ ਇੱਕ ਟਿਸ਼ੂ ਹੈ ਔਰ ਇੱਕ ਇਹਦਾ ਭਾਈ ਬੰਦੂ ਹੋਰ ਵੀ ਹੈ ਜਿਹਨੂੰ ਅਸੀਂ ਕਹਿੰਦੇ ਆ ਫਲੋਇਮ, ਠੀਕ ਹੈ ਜੀ। ਟਿਸ਼ੂ ਇੱਕ ਹੁਣ ਟਿਸ਼ੂ ਕੀ ਚੀਜ਼ ਹੈ? ਬਾਡੀ ਦੇ ਵਿੱਚ ਸੈੱਲ ਹੈ, ਹੁਣ ਸਾਡੀ ਬਾਡੀ ਦੇ ਵਿੱਚ ਵੀ ਸੈੱਲ ਨੇ, ਠੀਕ ਹੈ, 37.2 ਟ੍ਰਿਲੀਅਨ ਸੈੱਲ ਨੇ, ਠੀਕ ਹੈ ਜੀ। ਦੇਖੋ ਤਾਂ ਗੋਡ ਨੇ ਕਿੰਨਾ ਕੰਪਲੈਕਸ ਸਿਸਟਮ ਸਾਡੇ ਅੰਦਰ ਬਣਾਇਆ ਹੈਗਾ। ਟਿਸ਼ੂ ਕੀ ਹੁੰਦੇ? ਜਦੋਂ ਸੈੱਲ ਜੁੜ ਕੇ ਇੱਕ ਕੰਪੋਨੈਂਟ ਬਣਾਉਂਦੇ ਨੇ, ਇੱਕ ਖਾਸ ਤਰ੍ਹਾਂ ਦੇ ਸੈੱਲਸ ਦਾ ਗਰੁੱਪ ਜਿਹੜੇ ਕੋਈ ਸਪੈਸ਼ਲ ਫੰਕਸ਼ਨ ਕਰਦੇ ਨੇ ਉਹਨੂੰ ਅਸੀਂ ਕਹਿੰਦੇ ਆ ਟਿਸ਼ੂ। ਤੇ ਇਸੇ ਤਰ੍ਹਾਂ ਪਲਾਂਟਸ ਦੇ ਵਿੱਚ ਵੀ ਟਿਸ਼ੂ ਹੁੰਦੇ ਨੇ। ਇੱਕ ਟਿਸ਼ੂ ਜਿਹੜਾ ਹੈਗਾ ਆ ਉਹ ਜ਼ਾਈਲਮ ਹੁੰਦਾ ਹੈ ਔਰ ਇੱਕ ਹੈਗਾ ਫਲੋਇਮ। ਜ਼ਾਈਲਮ ਦਾ ਕੰਮ ਹੁੰਦਾ ਹੈਗਾ ਕਿ ਉਹ ਵਾਟਰ ਨੂੰ ਟਰਾਂਸਪੋਰਟ ਕਰਦਾ ਹੈਗਾ ਆ। ਸਪੋਜ਼ ਆਹ ਪਲਾਂਟ ਹੈਗਾ ਜੀ, ਠੀਕ ਹੈ ਜੀ। ਤਾਂ ਜ਼ਾਈਲਮ ਦਾ ਕੰਮ ਹੈਗਾ ਕਿ ਜਿਹੜੀਆਂ ਨੀਚੇ ਰੂਟਸ ਨੇ, ਜੜ੍ਹਾਂ ਨੇ, ਉੱਥੋਂ ਪਾਣੀ ਨੂੰ ਅਬਜ਼ੌਰਬ ਕਰਕੇ ਨਾ ਉਹ ਪੂਰੇ ਪਲਾਂਟ ਦੇ ਵਿੱਚ ਪਹੁੰਚਾਊਗਾ। ਔਰ ਜਿਹੜਾ ਫਲੋਇਮ ਹੈ ਇਹਦਾ ਕੰਮ ਹੈ ਕਿ ਇਹ ਵਾਟਰ ਪਲੱਸ ਮਿਨਰਲਸ ਪੂਰੇ ਪਲਾਂਟ ਨੂੰ ਸਪਲਾਈ ਕਰੇਗਾ। ਇਹਨਾਂ ਦੇ ਵਿੱਚ ਇੱਕ ਬੜਾ ਮੇਜਰ ਡਿਫਰੈਂਸ ਇਹ ਹੈ ਕਿ ਵਾਟਰ ਯਾਨੀ ਕਿ ਜਿਹੜੇ ਜ਼ਾਈਲਮ ਟਿਸ਼ੂ ਆ ਉਹ ਪਾਣੀ ਨੂੰ ਸਿਰਫ ਇੱਕ ਡਾਇਰੈਕਸ਼ਨ 'ਚ ਲੈ ਕੇ ਜਾਂਦਾ, ਨੀਚੇ ਤੋਂ ਉੱਪਰ ਵੱਲ ਨੂੰ, ਠੀਕ ਹੈ। ਲੇਕਿਨ ਜਿਹੜਾ ਫਲੋਇਮ ਹੈ ਇਹ ਵਾਟਰ ਤੇ ਮਿਨਰਲ ਨੂੰ ਮਲਟੀਪਲ ਡਾਇਰੈਕਸ਼ਨ ਦੇ ਵਿੱਚ ਸਾਰੇ ਪਲਾਂਟ ਦੇ ਵਿੱਚ ਸਪਰੈਡ ਕਰਦਾ, ਠੀਕ ਹੈ ਜੀ। ਤੋ ਇਹ ਇੱਕ ਇਹਦੇ 'ਚ ਡਿਫਰੈਂਸ ਹੈ। ਤੋ ਦ ਜ਼ਾਈਲਮ ਇਨ ਪਲਾਂਟਸ ਆਰ ਰਿਸਪੋਂਸਿਬਲ ਫॉर ट्रांसपोर्ट ऑफ वाटर, ठीक है जी। तो ये हो गया जी ਤੁਹਾਡਾ क्वेश्चन नंबर 18। हाँ जी आई होप कि ਤੁਹਾਨੂੰ ਸਮਝ ਲੱਗ ਰਿਹਾ ਹੈ, ਬਿਲਕੁਲ ਠੀਕ ਹੈ। तो बड़े सिंपल क्वेश्चन ने। तो ये हो गए प्लांट के 2 टिशू ਕਿਹੜੇ ਜ਼ਾਈਲਮ ਤੇ ਫਲੋਇਮ। ਤੇ ਟਿਸ਼ੂ ਕੀ ਹੁੰਦਾ ਹੈ? ਜਦੋਂ ਸਿਮਿਲਰ ਸੈੱਲ ਮਿਲ ਕੇ ਇੱਕ ਗਰੁੱਪ ਬਣਾਉਂਦੇ ਨੇ ਜਿਹੜੇ ਕੋਈ ਪਾਰਟਿਕੂਲਰ ਫੰਕਸ਼ਨ ਕਰਦੇ ਆ। ਚਲੋ ਨੈਕਸਟ ਦੇਖਦੇ ਹਾਂ ਜੀ ਆਪਾਂ। हाँ जी तो विच ऑफ द फॉलोइंग इज नॉट ए वेब ब्राउज़र, ठीक है जी। इंटरनेट एक्सप्लोरर, गूगल क्रोम, सफारी, विंडोज़ एक्सप्लोरर। तो हुण यार अजकल सारे तो नैट पर बैठे रहंदे ने सीगे, सारा दिन बफरिंग चलती रहिंदी ने, डाउनलोडिंग चलती रहिंदी है, तो तुहानूं पता होना कि ये की चीज़ है। तो इंटरनेट एक्सप्लोरर, विंडो एक्सप्लोरर, गूगल क्रोम, सफारी। तो इहदे चों किहड़ा वैब ब्राउज़र नहीं है? फैक्चुअल पॉइंट है विंडोज़ एक्सप्लोरर, ठीक है जी। ये वैब ब्राउज़र नहीं है। बाकी ਜਿਹੜੇ 3 ने ਉਹ ਕੀ ਨੇ? ਉਹ ਵੈਬ ਬਰਾਊਜ਼ਰ ਨੇ। ਚਲੋ ਅੱਗੇ ਚੱਲਦੇ ਹਾਂ। ਵਿਚ ਇਜ਼ ਕਰੈਕਟ ਅਬਾਊਟ ਦਾ ਰੇਸ਼ੀਓ ਫਰੀਕੁਐਂਸੀਜ਼, ਠੀਕ ਹੈ, ਹਾਇਰ ਦਾ ਫਰੀਕੁਐਂਸੀ। ਅੱਛਾ ਹੁਣ ਨਾ ਇੱਥੇ ਆਪਾਂ ਗੱਲ ਕਰਨੀ ਆ ਕਿ ਸਪੋਜ਼ ਕੋਈ ਜਦੋਂ ਆਪਾਂ ਵੇਵਸ ਦੀ ਗੱਲ ਕਰਦੇ ਹਾਂ, ਠੀਕ ਹੈ ਜੀ, ਤੇ ਇੱਥੋਂ ਲੈ ਕੇ ਇੱਥੇ ਤੱਕ, ਠੀਕ ਹੈ, ਯਾਨੀ ਕਿ मैं थोड़ा इनू बिल्कुल एक्यूरेट नहीं बनाया कि जिथे एक बिल्कुल लोएस्ट पॉइंट तो, ठीक है, हाईएस्ट पॉइंट दैन अगेन लोएस्ट पॉइंट, वो जिहड़ा एक डिस्टेंस हुंदा, मैं बिल्कुल तुहानूं सिंपल करके समझा रहा, उहनूं असीं कह दिंदे हैगे आ वेव लेंथ, यानी कि एक वेव दी लेंथ, ठीक है। एक पर्टिकुलर पॉइंट तो एक सैकेंड दे विच किन्नियां वेव्स गुजर रहीआं ने उहनूं असीं कह दिंदे आ फ्रीकुएंसी। बड़ा सिंपल है। एक वेव की पूरी लेंथ जिहड़ी हैगी आ वो की होगी?
ਵੇਵਲੈਂਥ ਤੇ ਫ੍ਰੀਕੁਐਂਸੀ ਕੀ ਹੋਈ ਕਿ 1 ਪੁਆਇੰਟ ਤੋਂ 1 ਪਰ ਸੈਕਿੰਡ ਕਿੰਨੀਆਂ ਵੇਵਸ ਜਿਹੜੀਆਂ ਹੈਗੀਆਂ ਉਹ ਗੁਜ਼ਰ ਰਹੀਆਂ ਨੇ। ਹੁਣ ਨਾ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਜੇ ਵੇਵਲੈਂਥ ਜ਼ਿਆਦਾ ਹੈ, ਜੇ ਵੇਵ ਲੰਬੀ ਹੈ ਤੇ ਪਰ ਸੈਕਿੰਡ ਘੱਟ ਨੰਬਰ ਆਫ ਵੇਵਸ ਜਿਹੜੀਆਂ ਹੈਗੀਆਂ ਆ ਉਹ ਇੱਥੋਂ ਪਾਸ ਕਰੂਗੀਆਂ, ਤੇ ਜੇ ਵੇਵਲੈਂਥ ਛੋਟੀ ਹੈ ਤੇ 1 ਸੈਕਿੰਡ ਵਿੱਚ ਬਹੁਤ ਸਾਰੀਆਂ ਵੇਵਸ ਇੱਥੋਂ ਪੁਆਇੰਟ ਤੋਂ ਕ੍ਰਾਸ ਕਰ ਜਾਣਗੀਆਂ। ਤਾਂ ਯਾਨੀ ਕਿ ਇਹ ਇਨਵਰਸਲੀ ਪ੍ਰਪੋਰਸ਼ਨਲ ਨੇ। ਇਨਵਰਸਲੀ ਪ੍ਰਪੋਰਸ਼ਨਲ ਦਾ ਮੀਨਿੰਗ ਹੁੰਦਾ ਹੈਗਾ ਕਿ ਜੇ ਵੇਵਲੈਂਥ ਜ਼ਿਆਦਾ ਹੈ ਤਾਂ ਫ੍ਰੀਕੁਐਂਸੀ ਘੱਟ ਹੋਊਗੀ, ਜੇ ਫ੍ਰੀਕੁਐਂਸੀ ਜ਼ਿਆਦਾ ਹੈ ਤਾਂ ਵੇਵਲੈਂਥ ਜੋ ਹੈ ਉਹ ਘੱਟ ਹੋਊਗੀ। ਠੀਕ ਹੈ ਜੀ, ਹੁਣ ਦੇਖਦੇ ਹਾਂ ਕਿ ਰੇਸ਼ੋ ਕਿਹੜੀ ਹੈ ਇੱਥੇ। ਹਾਇਰ ਦਾ ਫ੍ਰੀਕੁਐਂਸੀ ਲੋਅਰ ਵਿਲ ਬੀ ਦਾ ਵੇਵਲੈਂਥ, higher the frequency higher will be the wavelength, higher the frequency higher will be the amplitude and higher the frequency lower will be the amplitude। ਇੱਥੇ ਜਿਹੜਾ amplitude ਹੈ ਇਹ ਹਾਈਟ ਆਫ ਵੇਵ ਹੁੰਦਾ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਸੁਨਾਮੀ ਆ ਗਈ ਤਾਂ ਉਹਦਾ ਐਂਪਲੀਟਿਊਡ ਬਹੁਤ ਜ਼ਿਆਦਾ ਹੈ, ਠੀਕ ਹੈ, ਹਾਈਟ ਬਹੁਤ ਜ਼ਿਆਦਾ ਹੈ। ਹੁਣ ਇੱਥੇ ਅਸੀਂ ਗੱਲ ਕਰੀਏ ਤਾਂ ਜਿਹੜੀ ਇਹ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ ਕਿ ਜਿੰਨੀ ਫ੍ਰੀਕੁਐਂਸੀ ਹਾਈ ਹੋਊਗੀ ਉਨੀ ਵੇਵਲੈਂਥ ਜਿਹੜੀ ਹੈਗੀ ਉਹ ਲੋ ਹੋਊਗੀ। ਠੀਕ ਹੈ ਜੀ, ਇਸ ਕੰਸੈਪਟ ਦੇ ਬੇਸਿਸ ਤੇ ਸਿੰਪਲ। ਠੀਕ ਹੈ ਜੀ, ਚਲੋ ਇਹ ਜਿਹੜੇ ਕੁਐਸਚਨ ਸੀਗੇ ਇਹ ਸਾਡੇ 2013 ਦੇ ਪੇਪਰ ਸੀਗੇ। ਹੁਣ ਅਸੀਂ ਅੱਗੇ ਮੂਵ ਕਰਦੇ ਹਾਂ। ਹੁਣ ਸਾਡੇ ਕੋਲ 2015 ਦੇ ਕੁਝ ਕੁਐਸਚਨਸ ਨੇ ਉਹ ਦੇਖ ਲੈਂਦੇ ਆਪਾਂ। ਚਲੋ ਜੀ, ਇਹਦੇ 'ਚ ਫਸਟ ਕੁਐਸਚਨ ਹੈ ਸਾਡੇ ਕੋਲ ਹੀਮੋਗਲੋਬਿਨ in hemoglobin iron shows which one of the following oxidation states। तो फ्रेंड्स मैं ਤੁਹਾਨੂੰ ਨਾ ਇੱਥੇ ਇੱਕ ਸਮਝਾਦਾ ਥੋੜਾ ਜਿਹਾ। ਹੀਮੋਗਲੋਬਿਨ ਕੀ ਹੁੰਦਾ ਹੈ ਤੇ ਸਾਡੀ ਬਾਡੀ ਦੇ ਵਿੱਚ ਹੁੰਦਾ ਹੈ ਜੀ ਬਲੱਡ। ਠੀਕ ਹੈ, ਉਹ 'ਚ ਹੀਮੋਗਲੋਬਿਨ ਜਿਹੜੀ ਹੈਗੀ ਆ ਉਹ ਇੱਕ ਇੱਦਾਂ ਦੀ ਐਂਟੀਟੀ, ਇੱਦਾਂ ਦੀ ਚੀਜ਼ ਹੈਗੀ ਆ ਜਿਹੜੀ ਬਲੱਡ ਦੇ ਵਿੱਚ ਆਕਸੀਜਨ ਕੈਰੀ ਕਰਦੀ ਆ। ਹੁਣ ਆਕਸੀਜਨ ਜਿਹੜੀ ਆ ਕਿੱਥੇ ਜਾਊਗੀ, ਉਹ ਹਰ ਸੈੱਲ ਵਿੱਚ ਪਹੁੰਚਾਈ ਜਾਂਦੀ ਆ, ਕਿਉਂਕਿ ਹਰ ਸੈੱਲ ਦੇ ਵਿੱਚ ਪ੍ਰੋਸੈਸ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਰੈਸਪੀਰੇਸ਼ਨ। ਉਹਦੇ ਵਾਸਤੇ ਨਾ ਆਕਸੀਜਨ ਚਾਹੀਦੀ ਹੁੰਦੀ ਹੈ। ਠੀਕ ਹੈ ਜੀ, ਹੁਣ ਕਹਿੰਦੇ ਕਿ ਹੀਮੋਗਲੋਬਿਨ ਦੇ ਵਿੱਚ ਆਇਰਨ ਹੁੰਦਾ ਆ। ਆਇਰਨ ਜਿਹੜਾ ਹੈਗਾ ਉਹਦੀ ਆਕਸੀਡੇਸ਼ਨ ਸਟੇਟ ਅਸੀਂ ਕਿੱਦਾਂ ਡਿਫਾਈਨ ਕਰਦੇ ਹਾਂ ਕਿ ਜਦੋਂ ਆਕਸੀਡੇਸ਼ਨ ਸਟੇਟ ਹੁੰਦੀ ਹੈ ਤਾਂ ਉਹਦੇ ਵਿੱਚੋਂ ਜਿਹੜੇ ਇਲੈਕਟ੍ਰੋਨ ਹੁੰਦੇ ਨੇ ਉਹ ਲੂਜ਼ ਹੋ ਜਾਂਦੇ, ਯਾਨੀ ਕਿ ਉਹ ਜੋ ਰਿਮੂਵ ਹੋ ਜਾਂਦੇ ਨੇ ਤੇ ਉੱਤੇ ਪਲੱਸ ਦਾ ਸਾਈਨ ਆ ਜਾਂਦਾ। ਇੱਥੇ ਜਿਹੜੀ ਇਹਦੀ ਆਕਸੀਡੇਸ਼ਨ ਸਟੇਟ ਹੈ ਉਹ 2 ਪੋਜ਼ੀਟਿਵ ਹੁੰਦੀ ਹੈ। 2 ਪੋਜ਼ੀਟਿਵ ਇਸ ਕਰਕੇ ਹੁੰਦੀ ਹੈ ਕਿਉਂਕਿ ਜੇ 2 ਪੋਜ਼ੀਟਿਵ ਹੋਗੀ ਤਾਂ ਹੀ ਇਹਦੇ ਨਾਲ ਆਕਸੀਜਨ ਜਿਹੜੀ ਹੈਗੀ ਆ ਉਹਦਾ ਐਟਮ ਜਿਹੜਾ ਹੈਗਾ ਆ ਕੇ ਆਕਸੀਜਨ ਦਾ ਮੋਲੀਕੂਲ ਜੁਆਇਨ ਕਰੂਗਾ। ਠੀਕ ਹੈ, ਤੇ ਇਹ ਆਕਸੀਜਨ ਨੂੰ ਕੈਰੀ ਕਰ ਸਕਦਾ। ਜੇ ਇਹਨਾਂ ਦੇ ਵਿੱਚੋਂ ਕੋਈ ਹੋਰ ਆਕਸੀਡੇਸ਼ਨ ਸਟੇਟ ਹੁੰਦੀ ਫਿਰ ਇਹ ਆਕਸੀਜਨ ਦੇ ਜਿਹੜੇ ਇਹਦੇ ਵਿੱਚ ਕੰਪੋਨੈਂਟ ਹੈਗਾ ਇਹਦੇ ਨਾਲ ਜੁਆਇਨ ਨਹੀਂ ਕਰਨਾ ਸੀਗਾ ਤੇ ਉਹਨੂੰ ਲੈ ਕੇ ਉਹ ਨਹੀਂ ਜਾ ਸਕਦਾ ਸੀ। ਇਹ ਇਹਦਾ ਮੇਨ ਰੀਜ਼ਨ ਹੈ। ਠੀਕ ਹੈ ਜੀ, ਤਾਂ ਆਕਸੀਡੇਸ਼ਨ ਸਟੇਟ ਕਿਹੜੀ ਹੈ +2, ਤੇ ਇਹਦਾ ਜਿਹੜਾ ਆਪਸ਼ਨ ਹੋ ਗਿਆ ਉਹ ਜਿਹੜਾ ਕਰੈਕਟ ਹੈ ਉਹ ਕੀ ਹੈ A। ਠੀਕ ਹੈ ਜੀ, ਚਲੋ ਇਹ ਕੰਪਲੀਟ ਹੋ ਗਿਆ। ਨੈਕਸਟ ਅਸੀਂ ਦੇਖਦੇ ਹਾਂ ਆਈਸੋਟੋਪਸ। ਆਈਸੋਟੋਪਸ ਆਰ ਐਟਮਸ ਆਫ ਦਾ ਸੇਮ ਐਲੀਮੈਂਟ ਵਿਦ ਡਿਫਰੈਂਟ ਨੰਬਰ ਆਫ। ਤੋ ਇਸ ਤੋਂ ਪਹਿਲਾਂ ਨਾ ਸਾਨੂੰ ਥੋੜ੍ਹਾ ਸਮਝਣਾ ਪੈਣਾ ਵੀ ਆਈਸੋਟੋਪ ਹੁੰਦਾ ਕੀ ਹੈ। ਠੀਕ ਹੈ, ਤੋ ਵੈਸੇ ਤਾਂ ਡਿਟੇਲ ਵਿੱਚ ਮੈਂ ਤੁਹਾਨੂੰ ਬਾਅਦ 'ਚੋਂ ਦੱਸੂਗਾ ਤੇ ਮੈਂ ਤੁਹਾਨੂੰ ਬਹੁਤ ਸਿੰਪਲ ਕਰਕੇ ਦੱਸ ਦਿੰਦਾ। ਇਹ ਹੈਗਾ ਜੀ ਇੱਕ ਐਟਮ, ਤੇ ਬਚਪਨ ਤੋਂ ਹੀ ਆਪਾਂ ਪੜ੍ਹਦੇ ਹਾਂ ਕਿ ਐਟਮ ਜਿਹੜਾ ਹੈਗਾ ਬੇਸਿਕ ਯੂਨਿਟ ਆਫ ਮੈਟਰ ਹੈ ਜੀ, ਬੇਸਿਕ ਯੂਨਿਟ ਆਫ ਮੈਟਰ ਹੈ। ਪਰ ਇਹ ਐਟਮ ਦੇ ਵਿੱਚ ਕੁਝ ਸਬ ਐਟੋਮਿਕ ਪਾਰਟੀਕਲ ਵੀ ਹੁੰਦੇ ਨੇ, ਜਿੱਦਾਂ ਕਿ ਐਟਮ ਦੇ ਵਿੱਚ ਨਿਊਕਲੀਅਸ ਹੈ ਜੀ। ਨਿਊਕਲੀਅਸ ਦੇ ਵਿੱਚ ਇੱਕ ਪ੍ਰੋਟੋਨ ਹੁੰਦੇ ਨੇ ਜਿਹੜੇ ਪੋਜ਼ਿਟਿਵਲੀ ਚਾਰਜ ਹੁੰਦੇ ਨੇ, ਇੱਕ ਹੁੰਦੇ ਨੇ ਨਿਊਟਰੋਨ ਜਿਹੜੇ ਕਿ ਨਿਊਟਰਲ ਹੁੰਦੇ ਨੇ, ਤੇ ਇਹਦੇ ਦੁਆਲੇ ਸ਼ੈਲ ਦੇ ਵਿੱਚ ਜਿਹੜੇ ਘੁੰਮਦੇ ਨੇ ਉਹ ਹੁੰਦੇ ਨੇ ਜੀ ਇਲੈਕਟ੍ਰੋਨ, ਤੇ ਇਲੈਕਟ੍ਰੋਨ ਜਿਹੜੇ ਹੁੰਦੇ ਉਹ ਨੈਗੇਟਿਵਲੀ ਚਾਰਜ ਹੁੰਦੇ ਨੇ। ਕਲੀਅਰ। ਹੁਣ ਪੁਆਇੰਟ ਇੱਥੇ ਇਹ ਹੈ ਕਿ ਇਲੈਕਟ੍ਰੋਨ ਤੇ ਪ੍ਰੋਟੋਨ ਦਾ ਨੰਬਰ ਜਿਹੜਾ ਹੁੰਦਾ ਨਾ ਉਹ ਸੇਮ ਹੁੰਦਾ। ਠੀਕ ਹੈ ਜੀ, ਜਿੰਨੇ ਇਲੈਕਟ੍ਰੋਨ ਹੋਣਗੇ ਉਨੇ ਹੀ ਪ੍ਰੋਟੋਨ ਹੋਣਗੇ, ਔਰ ਜਿਹੜੇ ਨਿਊਟਰੋਨ ਨੇ ਇਹਨਾਂ ਦਾ ਵੀ ਕੋਈ ਨੰਬਰ ਹੋਊਗਾ। ਠੀਕ ਹੈ, ਹੁਣ ਜਦੋਂ ਅਸੀਂ ਕੋਈ ਕੰਪੋਨੈਂਟ ਲਿਖਦੇ ਹਾਂ, ਮੈਂ ਤੁਹਾਨੂੰ ਦੱਸਦਾ। ਹੁਣ ਜਿੱਦਾਂ ਇਹ ਹਾਈਡਰੋਜਨ ਦੇ ਆਈਸੋਟੋਪਸ, ਠੀਕ ਹੈ ਜੀ, ਇਹਨੂੰ ਅਸੀਂ ਡਿਊਟਰੀਅਮ ਜਾਂ ਟ੍ਰੀਟੀਅਮ ਵੀ ਕਹਿ ਦਿੰਦੇ ਹਾਂ। ਇੱਥੇ ਤੁਸੀਂ ਦੇਖੋ ਕਿ ਜੇ ਜਿਹੜਾ ਨੀਚੇ ਲਿਖਿਆ ਹੁੰਦਾ ਉਹ ਨੰਬਰ ਆਫ ਇਲੈਕਟ੍ਰੋਨ ਹੁੰਦਾ, ਇਹਨੂੰ ਅਸੀਂ ਕੀ ਕਹਿੰਦੇ ਹਾਂ ਐਟੋਮਿਕ ਨੰਬਰ। ਜਿਹੜਾ ਉੱਪਰ ਲਿਖਿਆ ਜਾਂਦਾ ਉਹਨੂੰ ਅਸੀਂ ਕਹਿੰਦੇ ਮਾਸ ਨੰਬਰ, ਤੇ ਜਿਹੜਾ ਮਾਸ ਨੰਬਰ ਹੁੰਦਾ ਉਹ ਹਮੇਸ਼ਾ ਪ੍ਰੋਟੋਨ ਪਲੱਸ ਨਿਊਟਰੋਨ ਹੁੰਦਾ ਆ। ਹਾਂਜੀ ਕਲੀਅਰ। ਹੁਣ ਦੇਖੋ ਮੈਂ ਤੁਹਾਨੂੰ ਕਿਹਾ ਕਿ ਜਿੰਨੇ ਇਲੈਕਟ੍ਰੋਨ ਹੁੰਦੇ ਹਮੇਸ਼ਾ ਪ੍ਰੋਟੋਨ ਉਨੇ ਹੀ ਹੁੰਦੇ ਆ। ਠੀਕ ਹੈ ਜੀ, ਹੁਣ ਦੇਖੋ ਇਹੀ ਜਿਹੜਾ ਨੰਬਰ ਹੈ ਇਹ ਪ੍ਰੋਟੋਨ ਪਲੱਸ ਨਿਊਟਰੋਨ ਆ। ਕਲੀਅਰ। ਜੇ ਇੱਥੇ 1 ਹੈਗਾ ਇਹਦਾ ਮਤਲਬ ਕਿ ਇਲੈਕਟ੍ਰੋਨ ਕਿੰਨੇ ਹੈਗੇ 1, ਤੇ ਮੈਂ ਤੁਹਾਨੂੰ ਕਿਹਾ ਸੀ ਜਿੰਨੇ ਇਲੈਕਟ੍ਰੋਨ ਹੁੰਦੇ ਹਮੇਸ਼ਾ ਉਨੇ ਪ੍ਰੋਟੋਨ ਹੁੰਦੇ, ਯਾਨੀ ਕਿ ਇੱਥੇ ਕੀ ਹੈਗਾ ਇੱਕ ਹੈਗਾ ਆ ਇਲੈਕਟ੍ਰੋਨ, ਇੱਕ ਹੈਗਾ ਪ੍ਰੋਟੋਨ, ਨਿਊਟਰੋਨ ਕੋਈ ਨਹੀਂ ਹੈਗਾ।
ठीक है जी। जे ਅਸੀਂ ਇੱਥੇ ਦੇਖੀਏ ਇੱਕ ਇੱਥੇ ਹੈਗਾ ਇਲੈਕਟ੍ਰੋਨ ਤੇ ਉੱਪਰ ਕੀ ਹੋਊਗਾ ਇੱਕ ਇਲੈਕਟ੍ਰੋਨ ਸੌਰੀ ਇੱਕ ਪ੍ਰੋਟੋਨ ਤੇ ਨਾਲ ਇੱਕ ਨਿਊਟਰੋਨ, ਕਿਉਂਕਿ ਜਿੰਨੇ ਇਲੈਕਟ੍ਰੋਨ ਆ ਉਨੇ ਹੀ ਪ੍ਰੋਟੋਨ ਹੋਣਗੇ। ਹਾਂਜੀ ਕਲੀਅਰ। ਤੇ ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਐਟੋਮਿਕ ਨੰਬਰ ਹੈਗਾ ਇੱਕ ਹੈਗਾ ਤੇ ਮਾਸ ਨੰਬਰ ਕੀ ਹੈਗਾ 2। ਹਾਂਜੀ ਕਲੀਅਰ। ਅੱਛਾ ਹੁਣ ਜੇ ਅਸੀਂ ਗੱਲ ਕਰੀਏ ਕਿ ਇਹਦੀ ਗੱਲ ਕਰੀਏ ਇਹਦੇ 'ਚ ਕੀ ਕੇਸ ਬਣਦਾ ਪਿਆ ਕਿ ਇੱਕ ਇਲੈਕਟ੍ਰੋਨ ਹੈਗਾ ਤੇ ਇੱਥੇ ਕੀ ਹੋਊਗਾ ਤਿੰਨਾਂ 'ਚੋਂ ਇੱਕ ਪ੍ਰੋਟੋਨ ਪਲੱਸ 2 ਨਿਊਟਰੋਨ। ਹਾਂਜੀ ਕਲੀਅਰ। ਤੇ ਹੁਣ ਆਈਸੋਟੋਪ ਦੀ ਡੈਫੀਨੇਸ਼ਨ ਉਹ ਹੁੰਦੀ ਹੈ ਕਿ ਉਹ ਐਂਟੀਟੀਜ਼ ਜਿਨ੍ਹਾਂ ਦੇ ਐਟੋਮਿਕ ਨੰਬਰ ਜਿਹੜੇ ਹੈਗੇ ਉਹ ਸੇਮ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਆਈਸੋਟੋਪ। ਹਾਂਜੀ ਕਲੀਅਰ। ਹੁਣ ਇਹ 'ਚ ਦੇਖੀਏ ਕਿ ਆਈਸੋਟੋਪਸ ਆਰ ਐਟਮਸ ਆਫ ਦਾ ਸੇਮ ਐਲੀਮੈਂਟ ਵਿਦ ਡਿਫਰੈਂਟ ਨੰਬਰਸ ਆਫ, ਤੇ ਇਹਦੇ 'ਚ ਡਿਫਰੈਂਟ ਨੰਬਰ ਆਫ ਕੀ ਆਇਆ ਇਹਨਾਂ ਦੇ ਵਿੱਚ ਪ੍ਰੋਟੋਨ ਦਾ ਨੰਬਰ ਵੀ ਸੇਮ ਹੈ, ਇਲੈਕਟ੍ਰੋਨ ਦਾ ਨੰਬਰ ਵੀ ਸੇਮ ਹੈ, ਤੇ ਡਿਫਰੈਂਟ ਕੀ ਹੈਗੇ ਇਹਦੇ 'ਚ ਨਿਊਟਰੋਨ। ਵੈਰੀ ਸਿੰਪਲ। ਠੀਕ ਹੈ ਜੀ। ਤੇ ਜੇ ਤੁਹਾਨੂੰ ਥੋੜਾ ਕਨਫਿਊਜ਼ਨ ਹੋਊਗਾ ਨਾ ਵੀਡੀਓ ਨੂੰ ਥੋੜਾ ਜਿਹਾ ਰਿਪੀਟ ਕਰਕੇ ਦੁਬਾਰਾ ਦੇਖ ਲਿਓ, ਤੁਹਾਨੂੰ ਸਮਝ ਆ ਜਾਊਗਾ। ਬੜਾ ਸਿੰਪਲ ਕੰਸੈਪਟ ਹੈ। ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ। ਦੇਖੋ ਜੀ ਜਿਆ ਐਂਡ ਰਾਮਾ ਡਿਵੈਲਪ ਫॉर ग्रीन रेवोल्यूशन इन इंडिया आर द वराइटीज़ ऑफ, तो ये क्वेश्चन नहीं है जी, ये फैक्चुअल क्वेश्चन हैगा। तो ਇਹਦਾ ਜਿਹੜਾ ਆਨਸਰ ਹੈਗਾ ਜੀ ਉਹ ਹੈਗਾ ਰਾਈਸ। तो ਰਾਈਸ ਦੀ ਵੈਰਾਈਟੀ ਸੀਗੀ ਜਿਆ ਐਂਡ ਰਾਮਾ, ਜਿਹਨੇ ਗ੍ਰੀਨ ਰੈਵੋਲੂਸ਼ਨ ਦੇ ਕਾਫੀ ਜ਼ਿਆਦਾ ਡਿਵੈਲਪਮੈਂਟ ਕੀਤੀ, ਬਹੁਤ ਜ਼ਿਆਦਾ ਪ੍ਰੋਡਕਸ਼ਨ ਵਧੀ ਰਾਈਸ ਦੀ ਇੰਡੀਆ ਦੇ ਵਿੱਚ ਇਹਨਾਂ ਕਰਕੇ। ਠੀਕ ਹੈ ਜੀ। ਅੱਗੇ ਚੱਲਦੇ ਹਾਂ। ਦ ਆਰਗਨ ਆਫ ਹਿਊਮਨ ਬੋਡੀ ਵਿਚ ਕਲੈਕਟਸ ਕਾਰਬੋਹਾਈਡਰੇਟਸ ਇਨ ਦ ਫਾਰਮ ਆਫ ਗਲਾਈਕੋਜਨ। तो लो जी एक होर क्वेश्चन आ गया। क्वेश्चन बड़ा सौखा, पर जिन्होंने बायो थोड़ी जी घट पढ़ी उन्होंने लगूगा कि यार पता नहीं की हैगा ये। देखो हुंदा की है जी, ये कोई परसन है, असी जो भी खाया, जो भी परसन ने खाया वो ग्लूकोज च कन्वर्ट हो जाता जी, तो ग्लूकोज जिहड़ा हैगा वो ब्लड दे विच चलिया जाता। ठीक है जी, क्योंकि ब्लड जिहड़ा हैगा उन्होंने अब्जॉर्ब कर लैंदा। हुण जे ग्लूकोज ज़्यादा हैगा तो वो कित्थे जाऊगा, ये ग्लूकोज जे एक्सैस विच बन जाए तो यदा बनेगा जी ग्लाइकोजन, तो ये जमा हुंदा जाके लीवर। हाँ जी क्लीयर। अच्छा तो ये एक होर इंपॉर्टेंट पॉइंट ये भी आ कि जे बई सानू टाइम ते खाण नू कुछ नहीं मिलिया, ग्लूकोज की बॉडी च कमी होगी, तो जी लीवर दे विच ग्लाइकोजन डिपॉजिट होई आ, यही ग्लाइकोजन दोबारा ग्लूकोज च कन्वर्ट हो के ते बॉडी दे विच यूज़ हो जूगी। हाँ जी क्लीयर। तो ये हो गया जी तुहाडा लीवर। ओके चलो नैक्सट देखते हैं। The working of the optical fiber cable is based on the principle of ਇੱਥੇ options ਨੇ total internal reflection, polarization, diffraction ਤੇ interference। ਤੇ फ्रेंड्स ਜਿਹੜੇ ਇਹ ਸਾਰੇ ਪੁਆਇੰਟ ਨੇ ਨਾ, ਜਦੋਂ ਸਾਡਾ ਲਾਈਟ ਦਾ ਚੈਪਟਰ ਹੋਊਗਾ ਅਸੀਂ ਉਹਨਾਂ ਨੂੰ ਡਿਟੇਲ 'ਚ ਕਰਾਂਗੇ। ਤੇ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਦੇ ਵਿੱਚ ਕੀ ਹੁੰਦਾ ਕਿ ਅੰਦਰ ਜਿਹੜੀ ਲਾਈਟ ਹੈਗੀ ਆ ਉਹ ਇੱਦਾਂ ਐਂਗਲਸ ਦੇ ਉੱਤੇ ਡਿਫਲੈਕਟ ਹੋ ਕੇ ਉਹ ਕੰਪੋਨੈਂਟ ਦੇ ਅੰਦਰ, ਯਾਨੀ ਕਿ ਕੇਬਲ ਦੇ ਅੰਦਰ ਮੂਵ ਕਰਦੀ ਆ। ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆਪਟੀਕਲ ਫਾਈਬਰ ਦੇ ਥਰੂ ਹੁਣ ਅੱਜ ਕੱਲ੍ਹ ਨੈਟ ਚੱਲ ਰਿਹਾ ਆ, ਉਹ ਸਾਰਾ ਕਿਹੜੇ ਪ੍ਰਿੰਸੀਪਲ ਤੇ ਬੇਸਡ ਹੈਗਾ, ਟੋਟਲ ਇੰਟਰਨਲ ਰਿਫਲੈਕਸ਼ਨ ਦੇ ਉੱਤੇ। ਠੀਕ ਆ ਜੀ। तो जी लाइट होंगी आ वो किसी भी चीज़ है जो अंदर ही रिफ्लैक्ट करती रही है। हुण डायमंड आ, ठीक है, ये इन्ना क्यों स्पार्कल करता, क्योंकि जिन्नी इहदी कटिंग वधिया हुई होगी, ठीक है, जिद्दां दी उहदी शेप की वधिया कटिंग होगी तो उन्नी ज़्यादा टोटल इंटरनल रिफ्लैक्शन ज़्यादा होगी, तो उसकी स्पार्कलिंग जी हैगी उन्नी ज़्यादा होगी। तो टोटल इंटरनल जी रिफ्लैक्शन हैगी आ वो ऑप्टिकल फाइबर दे विच यूज़ होंदी है। ठीक है, तो इत्थे जिहड़ा ऑप्शन हैगा वो हैगा ए। ठीक है, चलो नैक्सट देखते हैं। हाँ जी, हाँ जी, एक्सरेज डू नॉट शो द फिनोमिनन ऑफ, तो ये तुसीं देखना है जी डाइफ्रैक्शन, पोलराइजेशन, सीज, डिफ्लैक्शन ऑफ इलैक्ट्रिक फील्ड, इंटरफेरेंस। ठीक है जी, सो इंटरफेरेंस हो गया, ये डाइफ्रैक्शन हो गया, तो मैं तुहानूं वैसे ही दस दिना कि चारों ऑप्शनस दे विचों जिहड़ा करैक्ट ऑप्शन है वो तुहाडा सी है जी। ठीक है, क्योंकि जी एक्सरे होंदी है, डाइफ्रैक्शन की हुंदा हैगा कि जिहड़ा किसी क्रिस्टल का एटम हुंदा हैगा वो इहनूं डिफ्लैक्ट कर दिंदा एक्सरेज नूं। वैसे रफ डायग्राम है जी, कोई क्रिस्टल का एटम आ उत्थे डिफ्लैक्ट हो गया तो इहनूं डाइफ्रैक्शन कह दिंदे आ, ते उहदे नाल इहदियां प्रॉपर्टीज़ बारे साइंटिस्ट नूं पता लगा सी जो एक्सरे डाइफ्रैक्शन जिहड़ी सी वो कीती गई सी। ठीक है जी, तो किसी भी चीज़ की जिहड़ी इंटरनल शेप हैगी सानूं पता लग जाती। DNA की जिहड़ी इंटरनल स्ट्रक्चर सीगी जिन्हों आपां डबल हैलीकल स्ट्रक्चर कहने आ, वो किद्दां पता लगी सी, वो एक्सरे डाइफ्रैक्शन नाल ही पता लगी सी। ठीक है जी,
तो ये कंसैप्ट ਜਿਹੜੇ ਹੈਗੇ ਸਾਰੇ ਤੁਹਾਨੂੰ ਸਮਝਾਏ ਜਾਣਗੇ ਬਾਅਦ 'ਚ, ਠੀਕ ਹੈ। तो ਇੱਥੇ ਸਾਡੇ ਕੋਲ ਇਹਦਾ ਕਰੈਕਟ ਆਨਸਰ ਕੀ ਹੈਗਾ, ਇਲੈਕਟ੍ਰਿਕ ਫੀਲਡ ਦੇ ਨਾਲ ਇਹ ਡਿਫਲੈਕਟ ਨਹੀਂ ਹੁੰਦੀ, ਠੀਕ ਹੈ ਜੀ। तो ਇਹ ਜਿਹੜਾ ਹੈਗਾ ਆ ਇੱਥੇ ਆਪਸ਼ਨ ਹੈਗੀ, ਕਿਉਂਕਿ ਇੱਥੇ ਪੁੱਛਿਆ ਹੈਗਾ ਕਿ ਡੂ ਨਾਟ ਸ਼ੋ ਦਾ ਫਿਨੋਮੀਨਨ ਆਫ। ਹੁਣ ਇੱਥੇ ਡਾਈਫਰੈਕਸ਼ਨ ਵੀ ਹੁੰਦੀ ਆ, ਪੋਲਰਾਈਜੇਸ਼ਨ ਵੀ ਹੁੰਦੀ ਆ, ਇਹ 'ਚ ਲਿਖਿਆ ਡਿਫਲੈਕਸ਼ਨ ਬਾਈ ਇਲੈਕਟ੍ਰਿਕ ਫੀਲਡ, ਤੇ ਇਹ ਗਲਤ ਆ ਕਿਉਂਕਿ ਇਹ ਡਿਫਲੈਕਸ਼ਨ ਜਿਹੜੀ ਹੈਗੀ ਉਹ ਨਹੀਂ ਹੁੰਦੀ, ਠੀਕ ਹੈ। ਇਟ ਰਿਮੇਨਸ ਅਨਡਿਫਲੈਕਟਡ ਬਾਈ ਦ ਇਲੈਕਟ੍ਰਿਕ ਫੀਲਡ, ठीक है जी। चलो नेक्स्ट आ देखो H13 एंड HE4R। हुण ਇਹ 'ਚ ਅਸੀਂ देखना कि ਕੀ ਆ, देखो ਇਹਨੂੰ ना इदां करके लिखो तो ਇਹ बनता इदां, ठीक है जी। ये हीलियम हो गया, इत्थे 4 आ गया, 2 आ गया। ਹੁਣ ਜਿੱਦਾਂ ਅਸੀਂ ਪਹਿਲਾਂ ਆਈਸੋਟੋਪ ਦੀ ਗੱਲ ਕੀਤੀ ਸੀ, ਉਹਦੇ 'ਚ ਸੀਗਾ ਕਿ ਜਿਨ੍ਹਾਂ ਦਾ ਐਟੋਮਿਕ ਨੰਬਰ ਜਿਹੜਾ ਹੁੰਦਾ ਉਹ ਸੇਮ ਹੁੰਦਾ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, ਆਈਸੋਟੋਪਸ। ਹੁਣ ਦੇਖੋ ਇਹ 'ਚ ਕੀ ਹੈਗਾ, ਜੇ ਤੁਸੀਂ ਇਹ ਦੋਨੋਂ ਦੇਖੋਗੇ ਟਰਮਸ, ਤੁਸੀਂ ਧਿਆਨ ਨਾਲ ਦੇਖੋ ਕਿ ਇਹ 'ਚ ਕਿਹੜੀ ਚੀਜ਼ ਸੇਮ ਹੋਊਗੀ। ਉੱਪਰ 3 ਲਿਖਿਆ, 4 ਲਿਖਿਆ, ਤੇ 1 ਲਿਖਿਆ, 2 ਲਿਖਿਆ, ਗੈਸ ਕਰੋ ਜਰਾ, ਦੇਖੀਏ ਕਿੱਦਾਂ ਦਿਮਾਗ ਲਾਉਂਦੇ ਸਾਡੇ ਫਿਊਚਰ DSP। ਹਾਂਜੀ ਠੀਕ ਹੈ ਜੀ। ਹੁਣ ਇਹ ਹੋ ਗਿਆ, ਇਹ 'ਚ ਦੇਖੋ ਦੋਨਾਂ ਦਾ ਜਿਹੜਾ ਡਿਫਰੈਂਸ ਹੈਗਾ ਨਾ ਜੀ, ਉਹ ਨਿਊਟਰੋਨ ਆ। ਦੋਨਾਂ ਦਾ ਡਿਫਰੈਂਸ ਜਿਹੜਾ ਹੈਗਾ ਨਿਊਟਰੋਨ ਆ। ਇੱਥੇ ਨਿਊਟਰੋਨ ਜਿਹੜੇ ਹੈਗੇ ਆ ਉਹ ਕਿੰਨੇ ਨੇ, 2 ਨੇ। ਇੱਥੇ ਨਿਊਟਰੋਨ ਕਿੰਨੇ ਨੇ, 2। ਤੇ ਜਿਨ੍ਹਾਂ ਦੇ ਵਿੱਚ ਨਿਊਟਰੋਨ ਸੇਮ ਹੋਵੇ ਉਹਨਾਂ ਨੂੰ ਅਸੀਂ ਕਹਿੰਦੇ ਹੈਗੇ ਆ ਜੀ ਆਈਸੋਟੋਨ। ਲਓ ਜੀ B ਆ ਗਿਆ ਇਹਦਾ ਆਨਸਰ। ਹਾਂਜੀ ਕਲੀਅਰ। ਚਲੋ ਫਿਰ ਅੱਗੇ, ਵਿਚ ਪ੍ਰਿੰਟਰ ਯੂਜ਼ਿਜ਼ ਅ ਕੰਬੀਨੇਸ਼ਨ ਆਫ ਲੇਜ਼ਰ ਬੀਮ ਐਂਡ ਇਲੈਕਟ੍ਰੋਫੋਟੋਗ੍ਰਾਫਿਕ ਟੈਕਨੀਕਸ, ਠੀਕ ਹੈ ਜੀ। ਤੇ ਕੁਐਸਚਨ ਜਿਹੜਾ ਹੈਗਾ ਹੋ ਸਕਦਾ ਤੁਹਾਨੂੰ ਪਹਿਲਾਂ ਨਾ ਪਤਾ ਹੋਵੇ, ਬਟ ਆਪਸ਼ਨਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੇ ਕਿਸੇ ਲੇਮੈਨ ਨੇ ਅੰਦਾਜ਼ਾ ਲਾਉਣਾ, ਹੁਣ ਇੱਥੇ ਕੰਬੀਨੇਸ਼ਨ ਆਫ ਲੇਜ਼ਰ ਬੀਮ ਹੈ ਤਾਂ ਓਬਵੀਅਸ ਲੇਜ਼ਰ ਪ੍ਰਿੰਟਰ ਤੇ ਪਹਿਲਾਂ ਜਿਹੜਾ ਹੈਗਾ ਉਹ ਟਿਕ ਲੱਗੂਗਾ। ਹਾਂਜੀ ਠੀਕ ਹੈ ਜੀ। ਤੋ ਥੋੜ੍ਹੇ ਜਿਹੇ ਕੁਐਸਚਨ ਰਹਿ ਗਏ ਨੇ, ਕਾਫੀ ਜ਼ਿਆਦਾ ਅਸੀਂ ਕਵਰ ਕਰ ਲਏ ਨੇ, ਤੇ ਆਈ ਹੋਪ ਕਿ ਤੁਹਾਨੂੰ ਸਮਝ ਵੀ ਲੱਗ ਰਿਹਾ ਹੋਊਗਾ, ਠੀਕ ਹੈ ਜੀ। ਤਾਂ ਲੇਜ਼ਰ ਪ੍ਰਿੰਟਰ ਜਿਹੜਾ ਹੈਗਾ ਆ ਉਹਦੇ 'ਚ ਲੇਜ਼ਰ ਬੀਮ ਜਿਹੜਾ ਹੈਗਾ ਉਹ ਯੂਜ਼ ਹੁੰਦਾ ਹੈਗਾ, ਜਿਹਦੇ ਨਾਲ ਉਹ ਇੰਕ ਜਿਹੜੀ ਹੈਗੀ ਉਹ ਪੇਜ 'ਤੇ ਪੂਰਾ ਪ੍ਰਿੰਟ ਹੁੰਦੀ ਹੈਗੀ ਆ, ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ। ਹਾਂਜੀ, ਦ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਐਨ ਐਟਮ ਇਜ਼ 1s2 2s2 2p5, तो the number of unpaired electrons in this atom are, ठीक है जी। तो केमिस्ट्री का जोड़ा है थोड़ा जिहा टफ क्वेश्चन हैगा, तो ये अनपेयर्ड जोड़े इलैक्ट्रॉन है इन दिस एटम, तो इत्थे मैं तुहानूं अनपेयर्ड इलैक्ट्रॉन जोड़े है प्रॉपर कंसैप्ट है जो तुहानूं डिटेल च असीं दस्सांगे। तो इहदा ऑप्शन जोड़ा है इत्थे 1 होगा, क्योंकि जिहड़े न्यूक्लीअस के अराउंड जोड़े इलैक्ट्रॉन जोड़े है रिवॉल्व करते होंगे, तो उन्होंने विच पेयर्ड या अनपेयर्ड इलैक्ट्रॉन्स होंगे ने, तो उहदे बेसिस से जोड़े उन्होंने ऑर्बिट्स नूं असी डिटेल समझांगे कि वो किद्दां होंदे ने। तो इस करके इत्थे दा ऑप्शन हैगा वो 1 हैगा आ, यानी कि तुहाडा करैक्ट जिहड़ा हैगा आंसर A आ, ठीक है जी। तो ये क्वेश्चन जिहड़ा मैं आप कहूँगा कि PCS के लैवल के हिसाब नाल इन्ना सौखा नहीं हैगा, ठीक है जी। तो इहनूं समझण वास्ते तुहानूं इहदा ऑर्बिट्स का कंसैप्ट समझना पैना, ठीक है जी। तो एक अद्धा ही इदां दा क्वेश्चन आऊगा, बाकी जिहड़े तुहाडे हैगे आ क्वेश्चन वो सारे दे सारे डेली जिहड़े होंगे लाइफ चो वो होणगे, जिहड़ी तुहाडी डेली साइंस हुंदी है, ठीक है जी। चलो नैक्सट देख लैंदे आ। हाँ जी, कंसीडर द फॉलोइंग स्टेटमेंट, रेडॉन इज़ द हैवीएस्ट गैस, एस्टैटिन इज़ अ रेयर एलिमेंट ऑन अर्थ, ग्रेफाइट इज़ एन एलोट्रोप ऑफ कार्बन, ठीक है जी। विच अमंग द अबव स्टेटमेंट इज़ आर करैक्ट। तो इत्थे जिहड़ा हैगा ये भी फैक्चुअल पॉइंट हैगा, मैं तुहानूं सिंपली दस दिना कि ग्रेफाइट जिहड़ा हुंदा एलोट्रोप ऑफ कार्बन है, यानी कि कार्बन की एक फॉर्म हुंदी, जिद्दां डायमंड जिहड़ा हैगा आ, डायमंड जिहड़ा हैगा वो भी तो ग्रेफाइट दोनों जोड़े है ये फॉर्म ऑफ कार्बन है एक तरह जिन्होंने आप एलोट्रॉप कह देने हैं। एस्टैटिन ये भी फैक्चुअल पॉइंट ही है, ठीक है। बस तुहानूं पता होना चाहिए कि एस्टैटिन जो रेयर एलीमेंट है बहुत घट पाया जाता, तो रेडॉन जी हैगी हैवीएस्ट गैस हैगी, ये भी पॉइंट सही है। तो इत्थे जिहड़ा तुहाडा आंसर हैगा वो होगा D। हाँ जी, तो आई होप कि तुहानूं ये समझ आ गया होगा, ठीक है जी। चलो नैक्सट देखते हैं। नेम द स्पेस टेलीस्कोप दैट ऑन 6 Jan 2015 डिस्कवर्ड द 1000 एक्सोप्लैनेट। तो एक्सोप्लैनेट हुंदा हैगा कि अर्थ तो इलावा कोई होर प्लैनेट जिहड़ा साडी जिहड़ियां स्पेस ऑर्गेनाइजेशनस है उन्होंने डिस्कवर किया होवे। तो देखो 1000 यानी कि इन्ने एक्सोप्लैनेट जिहड़े हैगे असीं डिस्कवर कर चुके हैं, ठीक है जी। तो इहदे विच जिहड़ा स्पेस टैलीस्कोप यूज़ होया सीगा वो सीगा कैपलर,
ठीक है जी। तो कैपलर ਜਿਹੜਾ ਟੈਲੀਸਕੋਪ ਹੈਗਾ ਆ, तो ਜਿਹੜਾ ਨਾਸਾ ਸੀਗਾ, ਨਾਸਾ ਜਿਹੜੀ ਹੈਗੀ ਆ ਆਪਣੇ US ਦੀ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਕੈਪਲਰ ਟੈਲੀਸਕੋਪ ਦੇ ਥਰੂ 1000 ਐਕਸੋਪਲੈਨਟ ਜਿਹੜਾ ਸੀ ਉਹ ਇਸ ਕੌਂਸਟੀਲੇਸ਼ਨ ਦੇ ਵਿੱਚ, ਲਾਇਰਾ ਕੌਂਸਟੀਲੇਸ਼ਨ ਹੁੰਦਾ ਕਿ ਜਿਹਦਾ ਗਰੁੱਪ ਆਫ ਸਟਾਰਸ ਹੁੰਦਾ, ਠੀਕ ਹੈ ਜੀ। ਉਹ ਦੂਰ ਕੋਈ ਪਰਟੀਕੂਲਰ ਗਰੁੱਪ ਹੁੰਦਾ, ਉਹਦੀ ਇੱਕ ਪਰਟੀਕੂਲਰ ਸ਼ੇਪ ਹੁੰਦੀ, ਉਹਨੂੰ ਆਪਾਂ ਕੌਂਸਟੀਲੇਸ਼ਨ ਆਫ ਸਟਾਰਸ ਕਹਿ ਦਿੰਦੇ ਆ। ਉੱਥੇ ਇਹਨੂੰ ਦੇਖਿਆ ਗਿਆ ਸੀਗਾ 2015 ਦੇ ਵਿੱਚ, ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ ਜੀ। Which of the following statements are true about recently test fired Barak 8 missile? तो अच्छा, इदां दे ਜਿਹੜੇ ਕੁਐਸਚਨ ਹੋਣਗੇ, ਵੈਸੇ ਤਾਂ ਜਿਹੜੇ ਇਦਾਂ ਦੀ ਆਪਸ਼ਨ ਵਾਲੇ ਕੁਐਸਚਨ ਨੇ ਨਾ ਕੰਪੈਰੀਟਿਵਲੀ ਸਾਇੰਸ 'ਚੋਂ ਘੱਟ ਆਉਂਦੇ ਨੇ, ਬਟ ਜੇ ਇੱਕ ਅੱਧਾ ਆ ਗਿਆ ਤਾਂ ਇਹਦੇ 'ਚ ਫਿਰ ਇਹ ਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਉਹਨੂੰ ਡਿਟੇਲ 'ਚ ਨਾ ਪੜ੍ਹਿਆ ਹੋਵੇ ਉਹ ਜਿਹੜਾ ਟੌਪਿਕ ਹੈ। ਹੁਣ ਇੱਥੇ ਸਿੰਪਲੀ ਬੈਰਾਕ ਹੈਜ਼ ਬੀਨ ਜੁਆਇੰਟਲੀ ਡਿਵੈਲਪਡ ਬਾਈ ਇੰਡੀਆ ਐਂਡ ਇਜ਼ਰਾਈਲ। ਤਾਂ ਜਿਨ੍ਹਾਂ ਨੇ ਕਰੰਟ ਅਫੇਅਰ ਪੜ੍ਹੇ ਆ, ਠੀਕ ਹੈ, ਉਹਨਾਂ ਨੂੰ ਤਾਂ ਪਤਾ ਹੋਣਾ ਕਿ ਬਿਲਕੁਲ ਸਹੀ ਹੈ। इट इज़ अ सरफेस टू सरफेस मिसाइल। तो फ्रेंड्स यही जी ऑप्शन है ये गलत है, क्योंकि ये सरफेस टू एयर, ठीक है, अटैक करती हैगी, तो सरफेस टू सरफेस नहीं हैगी। तो सैकेंड ऑप्शन होगी गलत। इट हैज़ रेंज ऑफ 80 किलोमीटर। तो यही जी ऑप्शन हैगी ये सही है। तो करैक्ट तुहाडी ऑप्शन किहड़ी होगी 1 और 3। तो हेयर आंसर शुड बी डी, ठीक है जी। तो इनू आपां कहने की एलिमिनेशन मैथड, 3 स्टेटमेंट दित्तियां, विचों देख लो कि किहड़ी एलिमिनेट हो सकती, किहड़ी गलत हैगी, बाकी जो बचा वो तुहाडा आंसर बन गया, ठीक है जी। चलो हुण आ गए जी लेटेस्ट साडे 2018 के क्वेश्चन, ठीक है। ये असीं जिहड़े मेन साडे क्वेश्चन इंपॉर्टेंट ने वो सारे डिस्कस करांगे कि तुहानूं एक जनरल आइडिया हो जाए कि तुसीं किदां प्रिपरेशन करनी है। चलो ये असीं देखते हैं द एलीमेंट विच इज़ जनरली एब्जॉर्ब्ड बाय प्लांट्स अलॉन्ग विद जिंक एंड कॉजेज आउच डिजीज़ इन ह्यूमन बींग्स। तो फ्रेंड्स इत्थे मैं तुहानूं दसदा कि जिहड़ा तुहाडा एनवायरनमेंट का कंपोनेंट है ਉਹਦੇ ਵਿੱਚ ਨਾ हैवी मैटल ਦੀ ਆਪਾਂ ਗੱਲ ਕਰਾਂਗੇ। ਤੇ हैवी मैटल ਜਿਹੜੇ ਸੋਇਲ ਵਿੱਚ ਹੁੰਦੇ ਜਾਂ ਇੰਡਸਟਰੀ ਚੋਂ ਨਿਕਲਦੇ ਹੈਗੇ, ਉਹ ਕੀ ਹੁੰਦਾ ਕਿ ਅਬਜ਼ੌਰਬ ਹੋ ਜਾਂਦੇ ਆ, ਜਾਂ ਤਾਂ ਸੋਇਲ 'ਚ ਹੁੰਦੇ ਆ, ਸੋਇਲ ਦੇ ਵਿੱਚੋਂ ਪਲਾਂਟਸ ਚੱਲ ਗਏ, ਪਲਾਂਟਸ ਤੋਂ ਸਾਡੀ ਬੋਡੀ 'ਚ ਆ ਗਏ, ਜਾਂ ਫਿਰ ਉਹ ਡਰਿੰਕਿੰਗ ਵਾਟਰ ਦੇ ਥਰੂ ਬੋਡੀ 'ਚ ਆ ਜਾਂਦੇ ਆ। ਤੇ ਜਦੋਂ ਬੋਡੀ 'ਚ ਆ ਗਏ ਉੱਥੇ ਉਹਨਾਂ ਨੇ ਕਰਨੀ ਹੈਗੀ ਪ੍ਰੋਬਲਮ। ਹੁਣ ਇਹ ਦੇਖੋ ਆਊਚ ਡਿਜ਼ੀਜ਼। ਹੁਣ ਆਊਚ, ਇਹ ਉਹੀ ਆਊਚ ਹੈ ਜਿਹੜਾ ਅਸੀਂ ਸੱਟ ਲੱਗਣ 'ਤੇ ਕਰਦੇ ਹਾਂ, ਇੰਗਲਿਸ਼ 'ਚ ਕਰਦੇ ਹਾਂ ਆਊਚ, ਠੀਕ ਹੈ। ਪੰਜਾਬੀ 'ਚ ਅਸੀਂ ਕਹਿੰਦੇ ਹਾਏ ਮੈਂ ਮਰ ਗਿਆ, ਠੀਕ ਹੈ। ਤੇ ਆਊਚ ਡਿਜ਼ੀਜ਼ ਕੀ ਸੀਗਾ, ਇਹ ਕੈਡਮੀਅਮ ਤੋਂ ਹੁੰਦੀ ਹੈ। ਜਦੋਂ ਤੁਹਾਡੀ ਬੋਡੀ ਦੇ ਵਿੱਚ ਕੈਡਮੀਅਮ ਜਿਹੜਾ ਹੈਗਾ ਇਨਕਰੀਜ਼ ਹੋ ਜਾਂਦਾ ਤੇ ਤੁਹਾਡੇ ਜੁਆਇੰਟ ਜਿਹੜੇ ਹੈਗੇ ਉਹ ਪੇਨ ਕਰਦੇ ਕਾਫੀ ਜ਼ਿਆਦਾ, ਤੇ ਇਹਦਾ ਫਿਰ ਨਾਮ ਜਿਹੜਾ ਸੀ ਉਹ ਆਊਚ ਡਿਜ਼ੀਜ਼ ਹੋ ਗਿਆ। ਇਸ ਤੋਂ ਇਲਾਵਾ ਇਹਨੂੰ ਇਤਾਈ ਡਿਜ਼ੀਜ਼ ਵੀ ਕਹਿੰਦੇ ਆ, ਠੀਕ ਹੈ ਜੀ। ਤੇ ਕੈਡਮੀਅਮ ਦੇ ਨਾਲ ਹੁੰਦੀ ਹੈ। ਤੋ ਇੱਦਾਂ ਦੀਆਂ ਜਿੱਦਾਂ ਮਰਕਰੀ ਦਾ ਵੀ ਕੁਐਸਚਨ ਆਇਆ ਸੀਗਾ, ਉਹ ਵੀ ਇਹਦੇ ਵਿੱਚ ਅਸੀਂ ਦੇਖਾਂਗੇ। ਤੋ ਮਰਕਰੀ ਤੋਂ ਵੀ ਜਿਹੜਾ ਮਰਕਰੀ ਹੈਵੀ ਮੈਟਲ ਵਿੱਚ ਆਉਂਦਾ ਹੈਗਾ, ਤਾਂ ਉਹਦੇ ਨਾਲ ਵੀ ਇੱਕ ਡਿਜ਼ੀਜ਼ ਹੁੰਦੀ ਹੈ, ਉਹ ਵੀ ਅੱਗੇ ਆਊਗੀ, ਠੀਕ ਹੈ ਜੀ। ਵਟ ਇਜ਼ ਮੀਨਡ ਬਾਈ ਦ ਟਰਮ ਆਇਲ ਜ਼ੈਪਰ दैट ਵੀ ਫਰੀਕੁਐਂਟਲੀ ਹੀਅਰ ਇਨ ਦ ਨਿਊਜ਼। तो ये भी करंट अफेयर का क्वेश्चन है, वैसे ये साइंस एंड टैक के बायोटैक्नोलॉजी पार्ट में भी आता है। देखो जी, इट इज़ एन ईको फ्रेंडली टैक्नोलॉजी फॉर द रेमीडिएशन ऑफ ऑयली स्लज एंड ऑयल स्पिल। इट इज़ द लेटेस्ट टेक्नोलॉजी डेवलप्ड फॉर अंडर सी ऑयल एक्सप्लोरेशन एंड इट इज़ जेनेटिकली इंजीनियर्ड हाई बायोफ्यूल यील्डिंग maize variety and it is the latest technology to control the accidentally caused flames from oil wells। तो जिन्होंने तक बायोटैक्नोलॉजी या उन्होंने रिलेटेड करंट अफेयर पढ़िया है वो बड़े आराम ने दा आंसर कर देंगे। तो इसका जो करैक्ट आंसर है जी वो है ए, ठीक है जी। तो ऑयल जैपर की है, ये कोई टेक्नीक नहीं हैगी, एक बैक्टीरिया है जो बायोटैक्नोलॉजी की हैल्प के नाल बनाया सी, ठीक है। तो ये जो बैक्टीरिया है ऑयल जैपर, इनू असी यूज़ करते हैं जी ऑयल स्पिल का मतलब होंगे कि सी दे कोई एक्सीडेंट हो गया, टैंकर जोड़ा सी क्रूड ऑयल लेके जाता पाया सी, सारा जो ऑयल सी वो पानी च डिग पिया, तो उत्थे दे जिहड़े मरीन एनीमल ने उन्होंने तो खतरा हो जाऊगा। तो वो फिर ऑयल स्पिल जो खिलारा पिया ऑयल का उन्होंने साफ करने लिए यह बैक्टीरिया यूज़ होंदा जी ऑयल जैपर, ठीक है जी, सिंपल। चलो अगे चलते हैं। अगे है जी वट इज़ द डिफरेंस बिटवीन CFL एंड LED, ठीक है जी। हुण ये तुसीं बड़ा कॉमनली पढ़िया होना, एक फ्लोरिसेंट लैंप हुंदा जी, एक लाइट एमिटिंग डायोड हुंदा हैगा। हुण असीं देखना भी इत्थे जिहड़ियां स्टेटमेंट्स हैगियां वो किहड़ी गलत ते किहड़ी सही है, ठीक है जी। तो मैं तुहानूं वैसे ही दस देना कि जिहड़ा LED लैंप हैगा CFL नालों वधिया गिणिया जांदा, ठीक है जी। हुण तुसीं ना सिंपली स्टेटमेंट दे के देखना कि कित्थे LED की ज़्यादा तारीफ हुई है, ठीक है। टू प्रोड्यूस लाइट CFL यूजेज मरकरी वेपर एंड फॉस्फोर वाइल एंड LED लैंप यूजेज सेमीकंडक्टर मटीरियल, ठीक है जी, बिल्कुल। एवरेज लाइफ स्पैन ऑफ CFL इज़ मच लॉन्गर दैन दैट ऑफ LED लैंप।
ਵੀ ਇਹ ਤਾਂ ਹੁਣ LED ਨੂੰ ਡਾਊਨ ਕਰ ਦਿੱਤਾ ਇਹਨਾਂ ਨੇ, ਤਾਂ ਜਦ ਕਿ LED ਤਾਂ ਵਧੀਆ ਹੋਣਾ ਚਾਹੀਦਾ। ਤੇ ਇਹ ਪੁਆਇੰਟ ਜਿਹੜਾ ਹੈਗਾ ਜੀ ਤੁਹਾਡਾ ਹੋ ਗਿਆ ਜੀ ਗਲਤ। ਠੀਕ ਹੈ ਜੀ, ਇਹ CFL ਇਜ਼ ਲੈਸ एनर्जी एफिशिएंट एज कंपेयर टू द LED लैंप। तो इत्थे इन्होंने LED लैंप की तारीफ की है। तो बस सिंपल फर्स्ट सही है, थर्ड भी सही है, तो तुसी देखो किहड़ी करैक्ट होगी जी तुहाडी सी ऑप्शन। ओके, क्योंकि जी LED लैंप हैगी है लाइट एमिटिंग डायोड, ये काफ़ी ज़्यादा एफिशिएंट हैगी एज कंपेयर टू द CFL। एनर्जी भी घट कंज्यूम करती है, तो जी ये लाइट हैगी आ वो भी बहुत ज़्यादा होंगी हैगी आ। तो दूजी गल हैगी तो ये ड्यूरेबल बहुत होंगी है, काफ़ी ज़्यादा टाइम स्पैन ये कढ़ती हैगी आ। ठीक है जी, चलो अगे चलते हैं जी। नैक्सट क्वेश्चन देखो जी। हाँ जी, कंपाउंड्स ऑफ डैश कॉज मिनामाटा डिजीज़। लो जी, एक फिर हैवी मैटल का क्वेश्चन आ गया। तो फ्रेंड्स मैं तुहानूं कहा सीगा कि जिद्दां इन्हां दे विचों कोई ना कोई डिजीज़ होंदी है, तो मिनामाटा डिजीज़ जिहड़ी हैगी आ वो होंदी हैगी आ जी मरकरी दे नाल। ठीक है जी, तो ये हिस्टरी मैं तुहानूं दस दिना थोड़ी जी। होया की सीगा 1952 दे विच जिहड़ी मिनामाटा बे जापान दे नेड़े बे तुसीं समझदे हो, जिद्दां हडसन बे हैगी आ समुंदर दे विच, एक तो गल्फ हुंदा ना, गल्फ जिन्हों आपां गल्फ ऑफ मैक्सीको जिद्दां हैगा, एक बे हुंदी आ काफ़ी वड्डा एरिया जिद्दां बे ऑफ बंगाल हैगी आ, कितना वड्डा एरिया हडसन बे हैगी आ। ठीक है जी, उधर अमेरिका वाल। तो इसे तरह मिनामाटा बे जिहड़ी सी जापान के नेड़े सी, उत्थे की सीगा कि बहुत सारी जिहड़ी इंडस्ट्री सीगी उहदे चों मरकरी निकल के आ रहा सी पानी दे विच। पानी विच गया तो वह फिशिज़ दे विच आ गया, बहुत ज़्यादा मछलियां सीगियां, चलो वो कंज्यूम कर गईयां। हुण फिशिज़ दे विच बहुत ज़्यादा अमाउंट सीगा मरकरी दा। हुण लोकी जिहड़े सीगे वो सारे फिश फूड जिहड़े सी फूड खांदे सीगे, फिशिज़ दे उत्ते बड़े डिपेंडेंट सी, लोकां ने फिशिज़ नूं खाया ते मरकरी जिहड़ा सी वो एंटर कर गया ह्यूमन बॉडीज़ दे विच, ते उत्थे जाके वो कीता असर, तो वो लोकी हो गए बीमार, तो वो फिर डिजीज़ का नाम ही उस एरिए ते पै गया मिनामाटा डिजीज़ ड्यू टू मरकरी। हाँ जी, क्लीयर जी। तो ये तुहाडे एनवायरनमेंट दे विच जिहड़े साडे होणगे टीचर तुहानूं बहुत डिटेल च वधिया समझाउणगे ये। ठीक है जी, चलो अगे चलते हैं। विच ऑफ द फॉलोइंग स्टेटमेंट्स आर ट्रू अबाउट अग्नि 5 मिसाइल दैट वाज सक्सैसफुली टेस्ट फायर्ड फ्रॉम व्हीलर्स आइलैंड। तो ये देखो जी, ये विच सानू देखना की हैगा, इट इज़ न्यूक्लीयर कैपेबल इंटर कॉन्टीनेंटल मिसाइल। ठीक है जी, एक्चुअली ना यही जी न्यूज़ सी हिंदू दे विच ते इंडियन एक्सप्रैस दे विच आई सी, हू बहू उन्होंने न्यूज़ विचों चक के क्वेश्चन बनाता। तो जे तुसी सर्च भी मारोगे ना, तो तुहानूं जे क्वेश्चन बारे तुसी लभोगे नैट के उत्ते, तो सीधा वो पेपर की कटिंग आ जाऊगी सामने, उत्ते डायरैक्ट लिखिया होया। ठीक है जी, देखो न्यूक्लीयर कैपेबल इंटरकॉन्टीनेंटल बलिस्टिक मिसाइल है, क्योंकि अग्नि के जोड़े पहले वेरीएंट से जिदा 1 2 3 4 उन्होंने रेंज घट सी, पर अग्नि 5 जी हैगी है ये 5000 किलोमीटर की रेंज सी, जिस करके इन्हूं इंटरकॉन्टीनेंटल आपां कहने आ। तो पहली स्टेटमेंट तो सही होगी। हुण दूजी स्टेटमेंट जिहड़ी हैगी है, जिन्होंने नहीं पढ़िया उन्होंने तो लगूगा कि यार पता नहीं की लिखिया कि इट फीचर्स रिंग लेजर गायरो बेस्ड इनर्शियल नैविगेशन सिस्टम, या फिर इट डज नॉट हैव माइक्रो नैविगेशन सिस्टम। ठीक है जी, हुण पॉइंट ये आ कि इत्थे देखो फर्स्ट सही है, सैकेंड जिहड़ी हैगी सही है, हुण जे थर्ड इत्थे ना डज नॉट लिखिया। तो जे तुसीं न्यूज़पेपर कटिंग देखोगे उहदे च तीनों पॉइंट्स लिखे ने कि न्यूक्लीयर कैपेबल भी है, इहदे च ये भी सिस्टम है और माइक्रो नैविगेशन सिस्टम भी है। तो जिहड़ी थर्ड स्टेटमेंट हैगी है वो हो जाती है जी इत्थे गलत। इत्थे जे लिखिया हुंदा कि इट आल्सो हैव माइक्रो नैविगेशन सिस्टम, तो सही हो जाना सी। हुण फर्स्ट एंड सैकेंड स्टेटमेंट जिहड़ी हैगी है तुहाडी करैक्ट है जी। तो पूछा की गया हैगा, हाँ जी करैक्ट पूछा गया, तो लो जी तुहाडा आंसर की हो गया डी, बड़े आराम नाल। ठीक है जी, तो ताही करंट अफेयर की जिहड़ी इंपॉर्टेंस इन्नी ज़्यादा है कि जे कोई स्टूडेंट इदा कहता ना कि मैं करंट अफेयर नूं इग्नोर करदा, तो एक गल पक्की है कि तुसी फिर PCS क्लीयर नहीं कर सकते। ठीक है, तो करंट अफेयर पर अपना पूरा एम्फेसिस रखो, जिन्ने ज़्यादा तुसी करंट अफेयर करोगे उन्ने ये जिहड़े क्वेश्चन है बड़े आराम नाल तुसी करोगे। और एक पॉइंट ना मैं तुहानूं बड़ा सिंपल जिहा ऐड कर देवां कि चाहे साइंस होवे, चाहे जोग्राफी होवे, चाहे कोई भी सबजैक्ट होवे, ਜਦੋਂ ਉਹਦਾ ਕੁਐਸਚਨ ਬਣਦਾ ਨਾ ਉਹ ਕਿਤੇ ਨਾ ਕਿਤੇ ਕਿਸੇ ਕਰੰਟ ਅਫੇਅਰ ਨਾਲ ਹੀ ਰਿਲੇਟਡ ਹੁੰਦਾ। ਜੇ ਜਿਓਗ੍ਰਾਫੀ 'ਚੋਂ ਸਾਈਕਲੋਨ ਬਾਰੇ ਕੁਐਸਚਨ ਆ ਰਿਹਾ ਤਾਂ ਰੀਸੈਂਟਲੀ ਜ਼ਰੂਰ ਕੋਈ ਨਾ ਸਾਈਕਲੋਨ ਆਇਆ ਹੋਊਗਾ। ਠੀਕ ਹੈ, ਹੁਣ ਜਿੱਦਾਂ ਤੁਸੀਂ ਦੇਖਿਆ ਕਿ ਇੰਡੀਆ 'ਚ ਰੀਸੈਂਟਲੀ ਅਮਫਾਨ ਵਗੈਰਾ ਸਾਈਕਲੋਨ ਆਏ ਨੇ, ਤਾਂ ਪੱਕੀ ਗੱਲ ਹੈ ਕਿ ਜਿਓਗ੍ਰਾਫੀ 'ਚੋਂ ਜਿਹੜਾ ਕੁਐਸਚਨ ਹੈ ਸਾਈਕਲੋਨ ਨਾਲ ਰਿਲੇਟਡ ਹੋਊਗਾ। ठीक है जी, जे कोई रीसेंटली कोई मिसाइल नवी गवर्नमेंट ने बनाती हैगी है जी, डिवेलप की हैगी है, तो साइंस एंड टैक जो क्वेश्चन होगा वो किसी ना किसी मिसाइल के नाल किसी इदां दी टैक्नोलॉजी नाल रिलेटेड होगा। ठीक है जी,
तो इदां ਦੀਆਂ ਚੀਜ਼ਾਂ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈਗਾ। चलो विच ऑफ द फॉलोइंग इज़ रिलेटेड टू रिसेंटली लॉन्च इनोवेट इन इंडिया यानी कि I3 प्रोग्राम। तो ये फैक्चुअल पॉइंट हैगा है जी। तो मैं तुहानूं वैसे ही दस दिना जिद्दां हुण इत्थे मिशनस लिखे होए आ, तो ये भी न्यूज़ विच आया सीगा कि नैशनल जिहड़ा बायो फार्मा मिशन हैगा जो फार्मासूटिकल्स नूं डिवेलप करन दी गल जिहड़ी हो रही सी, उहदे सीगा कि इंडिया दे विच ज़्यादा तो ज़्यादा जिहड़ियां मैडिसन जिहड़ियां हैगियां उहनूं डिवेलप कीता जा सके इत्थे। ठीक है जी। तो ये जिहड़ा सी इनोवेट इन इंडिया कि इनोवेशन वधाई जावे, रिसर्च जिहड़ी हैगी आ फार्मासूटिकल कंपनीज़ दे विच इस फील्ड दे विच उहनूं इनक्रीज़ कीता जावे। ठीक है जी। तो इहदा जिहड़ा ऑप्शन हैगा करैक्ट वो सी होऊगा। चलो नैक्सट देखते हैं। वैन ए बॉल ड्रॉप्स ऑन द फ्लोर इट बाउंसिस, दिस इज़ अकॉर्डिंग टू। बहुत सिंपल है जी। ਅਸੀਂ ਬਚਪਨ ਤੋਂ ਪੜ੍ਹਦੇ ਆਏ ਜੀ ਨਿਊਟਨਸ ਥਰਡ ਲਾ ਆਫ ਮੋਸ਼ਨ, ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਤੇ ਬॉल ਜਿਹੜੀ ਹੈਗੀ ਆ ਟਕਰਾਊਗੀ ਤਾਂ ਓਬਵੀਅਸ ਉਹ ਬਾਉਂਸ ਕਰੂਗੀ, ਕਿਉਂਕਿ ਜਿਹੜਾ ਗਰਾਊਂਡ ਸਰਫੇਸ ਹੈਗਾ ਉਹ ਵੀ ਉਹਦੇ ਤੇ ਆਪਣਾ ਇੰਪੈਕਟ ਕਰੂਗਾ। ਤਾਂ ਇਹਦਾ ਜੀ ਕਰੈਕਟ ਆਨਸਰ ਸੀ। ਇਹ ਸਾਰਿਆਂ ਨੂੰ ਵੈਸੇ ਹੀ ਪਤਾ ਹੋਊਗਾ। ਹਾਂਜੀ ਅੱਗੇ ਚੱਲਦੇ ਹਾਂ ਜੀ। ਦ ਹਾਈਡ੍ਰੋਲਿਕ ਬ੍ਰੇਕ ਯੂਜ਼ ਇਨ ਆਟੋਮੋਬਾਈਲ ਇਜ਼ ਅ ਡਾਇਰੈਕਟ ਐਪਲੀਕੇਸ਼ਨ ਆਫ ਪਾਸਕਲ ਲਾਅ। ठीक है जी। फिजिक्स ਵਿੱਚ ਆਪਾਂ ਪੜ੍ਹਦੇ ਸੀਗੇ ਕਿ ਮਤਲਬ ਕਿ ਲਿਕੁਇਡ ਦੇ ਉੱਤੇ ਫੋਰਸ ਲੱਗਦੀ ਆ ਫਲੂਇਡਸ ਦੇ ਉੱਤੇ ਤੇ ਉਹ ਇੰਪੈਕਟ ਕਰਦੇ ਆ, ਦੂਜੀ ਸਾਈਡ ਪ੍ਰੈਸ਼ਰ ਐਗਜ਼ਰਟ ਕਰਦੇ ਆ ਤੇ ਪਾਸਕਲ ਲਾਅ ਸੀਗਾ। ਤੇ ਇੱਥੇ ਆਟੋਮੋਬਾਈਲ ਦੇ ਵਿੱਚ ਸਿੰਪਲ ਇਹਦੀ ਐਪਲੀਕੇਸ਼ਨ ਹੁੰਦੀ ਹੈ। ਤੇ ਜਦੋਂ ਅਸੀਂ ਸਾਇੰਸ ਕੰਪੋਨੈਂਟ ਕਰਾਂਗੇ ਇਹਨੂੰ ਪ੍ਰੋਪਰ ਡਿਟੇਲ ਦੇ ਵਿੱਚ ਅਸੀਂ ਸਮਝਾਂਗੇ ਕਿ ਕਿੱਦਾਂ ਵਰਕ ਕਰਦਾ ਤੇ ਕੀ ਚੀਜ਼ ਹੈ ਇਹ। ਠੀਕ ਹੈ ਜੀ। तो मैं तुहानूं वैसे ही दस देना, ये बिल्कुल फैक्चुअल पॉइंट हैगे आ। ते पास्कल लॉ जिहड़ा हैगा वो ऑटोमोबाइल 'ਚ यूज़ हुंदा हैगा। चलो अगे देखो। वेलोसिटी ऑफ साउंड इन एयर डज नॉट डिपेंड ऑन। हाँ जी ये थोड़ा जिहा क्वेश्चन सोचण वाला हैगा। तो जे तुसीं इहनूं ध्यान नाल देखोगे इत्थे पुछया गया हैगा साउंड बारे। ठीक है। तो साउंड बारे फ्रेंड्स एक तुहानूं गल क्लीयर होनी चाहिए आ कि साउंड नूं ट्रैवल करन वास्ते ना कोई मीडियम चाहिए। हुण मीडियम का मतलब की हैगा या एयर या सॉलिड। ठीक है। सॉलिड दे विच साउंड बहुत स्पीड नाल ट्रैवल करती है, एयर दे विच जिहड़ी हैगी उहदी स्पीड घट जाती है। तो जे तुसीं चल गए मून दे उत्ते तो मून दे उत्ते तां कोई साउंड सुणदी नहीं। जे कोई बोल भी रहा तुसीं कहना यार एवें मूँह हिलाई जांदा पता नहीं की करदा पिया। ठीक है। क्यों नहीं सुणदा? क्योंकि उत्ते वैक्यूम आ, एयर तो है नहीं गी ते ओह साउंड जिहड़ी ट्रैवल नहीं होऊगी। हुण यानी कि एक गल पक्की हो गई कि साउंड नूं ट्रैवल होण लई कोई मीडियम चाहिए, चाहे वो एयर ही होवे। हुण लिखिਆ कि किहड़े कंपोनेंट के उत्ते डिपेंड नहीं करती, डेंसिटी के उत्ते करूगी, टैंपरेचर ते भी करूगी, ह्यूमिडिटी ते भी करूगी। ठीक है जी। और एटमोसफेरिक प्रैशर के उत्ते वो डिपेंड नहीं करती। ठीक है जी। इत्थे जिहड़ा इहदा आंसर होऊगा वो सी होऊगा। हाँ जी क्लीयर जी। चलो नैक्सट है जी। हुण वट हैपन्स वैन लाइट ट्रैवल फ्रॉम एयर टू ग्लास। ठीक है जी। तो ये जिहड़ा क्वेश्चन हैगा ये तुहाडे लाइट कंपोनेंट दा हैगा, जिस असीं लाइट नूं डिस्कस करते हैं कि जो लाइट ट्रैवल करती है अलग अलग रिफ्रैक्टिव इंडैक्स दे विच की चेंज आती हैगी आ। ठीक है जी। तो ये आपां ना जिद्दां इंसीडेंट एंगल या क्रिटिकल एंगल हैगे उहदी डायग्राम्स थोड़ी डिटेल च करन वालियां हैगियां ते जिहड़ी असीं साइंस कंपोनेंट च करांगे। तो इत्थे सिंपली ये आ ये फैक्चुअल पॉइंट है। मैं तुहानूं वैसे ही दस दिना कि उहदे च बैंड हुंदी हैगी टूवर्ड्स अ नॉर्मल लाइन। तो ये असीं उदों समझांगे जदों असीं क्रिटिकल एंगल ते इंसीडेंट जिहड़े हैगे एंगल सारा आपां इंसीडेंट रे वगैरह करांगे डिटेल च। ठीक है जी। तो ये च असीं मेन गल जिहड़ी हैगी रिफ्रैक्टिव इंडैक्स दी करदे हैगे। तो जे रेयर मीडियम लाइटर मीडियम तो वो सारा डिटेल च करांगे। ठीक है जी। और ये जिहड़ा क्वेश्चन है प्रॉपर फिजिक्स चो हैगा, तो प्रॉपर फिजिक्स दे भी इदां दे क्वेश्चन जिहड़े हैगे वो आ सकदे ने। बट इन्हां दा नंबर जिहड़ा हैगा वो कंपैरेटिवली घट हुंदा। क्यों? क्योंकि जिहड़े ज़्यादा क्वेश्चन होणगे वो किते ना किते तुहाडे करंट अफेयर नाल ज़्यादा रिलेटेड होणगे। ठीक है जी। चलो आ देखो अगे। विच ऑफ द फॉलोइंग मैडिकल प्रोसीजर यूजेज द प्रिंसिपल ऑफ टोटल इंटरनल रिफ्लैक्शन। तो इत्थे देखो एक्सरे, CT स्कैन, एंडोस्कोपी, नन ऑफ द अबव। ठीक है। तो फ्रेंड्स जो इंटरनल रिफ्लैक्शन का जो मेन कंसैप्ट होंदा है उन्होंने एक ये भी होंदा कि जिद्दां मैं तुहानूं कहा कि कोई ट्यूब है, कोई चैनल है, उस लाइट जिहड़ी हैगी वो मल्टीपल उहदियां डिफ्लैक्शनस होंदियां अगे ट्रैवल करदियां ते उहनूं असीं किसी दूर की चीज़ नूं देखण लई भी यूज़ कर सकते हैं। हुण देखण दा जिहड़ा प्रोसैस है वो किहदे च हुंदा हैगा? एंडोस्कोपी। जो असीं किसी इंटरनल ऑर्गन दे विच अंदर कैमरे दे नाल तुसीं देखिआ डॉक्टर्स जिहड़े हैगे वो देखदे ने। ठीक है जी। तो एंडोस्कोपी दे विच आपां फिर किहड़ा प्रिंसिपल यूज़ करते हैं? टोटल इंटरनल रिफ्लैक्शन। ठीक है जी।
ਇਹ ਮੈਥਡ ਜਿਹੜਾ ਹੈਗਾ ਇਹ ਯੂਜ਼ ਹੁੰਦਾ ਹੈਗਾ ਐਂਡੋਸਕੋਪੀ ਦੇ ਵਿੱਚ। CT ਸਕੈਨ ਐਕਸਰੇ ਦੇ ਵਿੱਚ ਨਹੀਂ ਯੂਜ਼ ਹੁੰਦਾ, ਜਿੱਥੇ ਐਕਸਰੇ ਯੂਜ਼ ਹੁੰਦੀ ਸਾਨੂੰ ਪਤਾ ਹੀ ਹੈ, ਠੀਕ ਹੈ ਜੀ। ਇਹਦੇ 'ਚ ਪ੍ਰਿੰਸੀਪਲ ਕਿਹੜਾ ਹੈਗਾ, ਟੋਟਲ ਇੰਟਰਨਲ ਰਿਫਲੈਕਸ਼ਨ। ਹਾਂਜੀ ਕਲੀਅਰ ਜੀ। ਚਲੋ ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਜੀ ਬਹੁਤ ਸਿੰਪਲ, ਦ ਹਾਫ ਲਾਈਫ ਪੀਰੀਅਡ ਆਫ ਏ ਰੇਡੀਓ ਐਕਟਿਵ ਸਬਸਟੈਂਸ ਇਜ਼ 70, 1 ग्राम ऑफ द सेम सब्सटेंस विल बिकम 0.25। बई ये तो सिंपल मैथमेटिक्स है। कोई 1 ग्राम है, हाफ लाइफ होंदा भी किन्नी देर दे विच ਉਹ ਆਪਣੀ ਕੁਆਂਟੀਟੀ ਦਾ ਹਾਫ ਰਹਿ ਜਾਊਗਾ, ਰੇਡੀਓ ਐਕਟਿਵ ਮਟੀਰੀਅਲ ਦੇ ਵਿੱਚ ਜ਼ਿਆਦਾ ਹੁੰਦਾ ਹੈਗਾ। ਤੇ ਹੁਣ ਜੇ 70 ਡੇਜ਼ ਹੈ, 1 ਗ੍ਰਾਮ ਹੈ ਜੀ, 1 ਗ੍ਰਾਮ ਤੋਂ ਉਹਨੂੰ 0.5 ਹੋਣ ਦੇ ਵਿੱਚ ਕਿੰਨਾ ਟਾਈਮ ਲੱਗੂਗਾ, 0.5 ਹੋਣ 'ਚ 70 ਡੇਜ਼, ਤੇ ਇਹਨੂੰ ਫਰਦਰ ਹਾਫ ਹੋਣ 'ਚ 0.25 ਤੇ ਪਹੁੰਚਣ ਨੂੰ ਕਿੰਨਾ ਲੱਗੂ, 70 ਹੋਰ ਦਿਨ ਲੱਗ ਜਾਣਗੇ, 140। ਸੋ ਹੇਅਰ ਕਰੈਕਟ ਆਂਸਰ ਸ਼ੁੱਡ ਬੀ 140। ਠੀਕ ਹੈ ਜੀ, ਏ ਇਜ਼ ਦਾ ਆਪਸ਼ਨ। ਚਲੋ ਇਹ ਵੀ ਹੋ ਗਿਆ। ਅੱਛਾ ਨੈਕਸਟ ਜਿਹੜਾ ਹੈਗਾ ਕੁਐਸਚਨ ਤੁਹਾਡਾ, ਇਹ ਸਿੰਪਲੀ ਫੈਕਚੁਅਲ ਹੈਗਾ, ਇਹ 'ਚ ਕੋਈ ਸਮਝਣ ਵਾਲੀ ਚੀਜ਼ ਨਹੀਂ। ਵਿਨੇਗਰ ਯਾਨੀ ਕਿ ਸਿਰਕਾ ਜਿਹੜਾ ਹੁੰਦਾ ਉਹ ਕੀ ਹੁੰਦਾ, ਇਜ਼ ਅ ਸੋਲਿਊਸ਼ਨ ਆਫ 5 to 20% ਐਸਿਟਿਕ ਐਸਿਡ ਇਨ ਵਾਟਰ। ਠੀਕ ਹੈ ਜੀ, ਇਹਨੂੰ ਅਸੀਂ ਵਿਨੇਗਰ ਕਹਿੰਦੇ ਹਾਂ। ਤਾਂ ਇਹ ਫੈਕਚੁਅਲ ਪੁਆਇੰਟ ਹੈ, ਇਹ ਤੁਹਾਨੂੰ ਵੈਸੇ ਹੀ ਯਾਦ ਕਰਨੇ ਪੈਣੇ। ਐਕਚੁਅਲੀ ਜਿਹੜੀਆਂ ਤੁਹਾਡੀਆਂ ਨੋਰਮਲ ਕੋਈ ਵੀ GK ਦੀ ਬੁੱਕ ਹੁੰਦੀ ਨਾ, ਉਹ 'ਚ ਇੱਕ ਲਿਸਟ ਦਿੱਤੀ ਹੁੰਦੀ ਟੇਬਲ, ਉਹ 'ਚ ਜਿੰਨੇ ਵੀ ਮੇਨ ਐਸਿਡ ਹੁੰਦੇ, ਟਾਰਟੈਰਿਕ ਐਸਿਡ ਹੋ ਗਿਆ, ਮੈਲਿਕ ਐਸਿਡ ਕਿੱਥੇ ਪਾਇਆ ਜਾਂਦਾ, ਸਿਟਰਿਕ ਐਸਿਡ ਕੀ ਹੁੰਦਾ ਹੈਗਾ, ਐਸਕੋਰਬਿਕ ਐਸਿਡ ਕਿਹਨੂੰ ਕਹਿੰਦੇ ਆ, ਉਹ ਜਿੰਨੇ ਐਸਿਡਸ ਹੁੰਦੇ ਨਾ ਸਾਰਿਆਂ ਲਿਸਟ ਹੁੰਦੀ ਆ। ਤੇ ਉਹ 'ਚ ਇੱਦਾਂ ਦੇ ਸਾਰੇ ਫੈਕਚੁਅਲ ਪੁਆਇੰਟ ਹੁੰਦੇ ਜਿੱਥੋਂ ਤੁਸੀਂ ਆਰਾਮ ਨਾਲ ਹੀ ਇੱਕ ਵਾਰੀ ਪੜ੍ਹ ਸਕਦੇ ਹੋ। ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ, ਲਿਟਮਸ ਇਜ਼ ਓਬਟੇਨਡ ਫਰੋਮ। तो लिटमस ਜਿਹੜਾ ਹੈਗਾ ਕਿੱਥੋਂ ਮਿਲਦਾ ਹੈਗਾ, ਅਸੀਂ ਕੈਮਿਸਟਰੀ ਦੇ ਐਕਸਪੈਰੀਮੈਂਟ ਵੀ ਯੂਜ਼ ਕਰਦੇ ਰਹੇ ਹਾਂ। ਠੀਕ ਹੈ ਜੀ, ਤਾਂ ਇਹ ਜਿਹੜਾ ਹੈਗਾ ਇਹ ਸਾਨੂੰ ਲਾਈਕਨਸ ਤੋਂ ਮਿਲਦਾ ਹੈਗਾ ਆ। ਠੀਕ ਹੈ ਜੀ, ਤੇ ਲਾਈਕਨਸ ਜਿਹੜੇ ਹੁੰਦੇ ਬਿਲਕੁਲ ਮਾਈਨਿਊਟ ਪਲਾਂਟ ਫਾਰਮਸ ਹੁੰਦੀਆਂ ਹੈਗੀਆਂ ਆ। ਠੀਕ ਹੈ, ਜਿਹਨੂੰ ਆਪਾਂ ਬਾਇਓ ਦੇ ਵਿੱਚ ਕਰਾਂਗੇ ਡਿਟੇਲ 'ਚ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਪਸ਼ਨ ਹੈਗਾ ਸਹੀ ਉਹ ਹੈਗਾ ਡੀ, ਫੰਗਸ ਹੁੰਦਾ ਹੈਗਾ। ਠੀਕ ਹੈ ਜੀ, ਬੈਕਟੀਰੀਅਮ, ਐਲਗੀ ਵੀ ਤੁਹਾਨੂੰ ਪਤਾ ਹੋਣਾ ਹੈਗਾ, ਜਿਹਨੂੰ ਅਸੀਂ ਕਾਈ ਕਹਿੰਦੇ ਹੈਗੇ, ਕਾਈ ਜੰਮੀ ਹੁੰਦੀ ਹੈ ਜਿੱਥੇ ਪਾਣੀ ਖੜਾ ਰਹਿੰਦਾ ਹੈਗਾ, ਤੇ ਉਹਨੂੰ ਆਪਾਂ ਐਲਗੀ ਕਹਿੰਦੇ। ਤੇ ਲਾਈਕਨਸ ਜਿਹੜੇ ਹੈਗੇ ਆ ਉਤੋਂ ਇਹ ਲਿਟਮਸ ਓਬਟੇਨ ਹੁੰਦਾ, ਕੈਮੀਕਲ ਸਬਸਟੈਂਸ ਹੁੰਦਾ। ਠੀਕ ਹੈ ਜੀ। In an undamaged blood vessel, conversion of prothrombin to thrombin is prevented by। तो फ्रेंड्स ये जो क्वेश्चन है थोड़ा समझने वाला। देखो ये बंदे की स्किन का सरफेस हैगा जी, इत्थे सट लग गई, सट लग गई तो ये ब्लड बाहर निकलन लग पिया। तो उस टाइम ते की हुंदा, उस टाइम ते साडे ब्लड दे विच फैक्टर्स हुंदे ने जिहड़ा इत्थे क्लॉट यानी कि इहनूं बंद करदे ने। जे इत्थे इंजरी लगी है, इत्थे प्लेटलैट आउणगे, प्लेटलैट साडे ब्लड ਦੇ ਵਿੱਚ ਇੱਕ ਸੈੱਲ ਹੁੰਦੇ ਨੇ, ਪਲੇਟਲੈਟ ਇੱਥੇ ਆ ਕੇ ਜੁੜਨ ਲੱਗ ਪੈਂਦੇ ਨੇ, ਜਿਹੜੇ ਕਲੌਟ ਯਾਨੀ ਕਿ ਉਹਦੇ ਜਿਹਨੂੰ ਅਸੀਂ ਨਾ ਪੰਜਾਬੀ 'ਚ ਕਹਿੰਦੇ ਖਰਿੰਡ ਬਣ ਗਿਆ ਹੈ ਨਾ, ਸੱਟ ਲੱਗੀ ਆ, ਉਹ ਇੱਥੇ ਬਣਦੇ ਨੇ। ਉਸ ਤੋਂ ਬਾਅਦ ਉਹ ਇੱਦਾਂ ਦਾ ਕੈਮੀਕਲ ਛੱਡਦੇ ਨੇ ਕਿ ਜਿਹੜੇ ਹੋਰ ਪਲੇਟਲੈਟ ਨੂੰ ਸੱਦ ਲੈਂਦੇ ਨੇ ਇੱਥੇ, ਤੇ ਇਹਦੇ ਵਿੱਚ ਫਾਈਬਰਿਨ ਜਿਹੜੇ ਹੁੰਦੇ ਉਹ ਫਾਈਬਰਸ ਬਣ ਕੇ ਉਹਨਾਂ ਨੂੰ ਬੰਨ੍ਹ ਦਿੰਦੇ ਨੇ, ਇੱਥੇ ਇੱਕ ਬਲੌਕ ਲੱਗ ਜਾਂਦਾ। ਠੀਕ ਹੈ, ਜਿਹਨੂੰ ਅਸੀਂ ਬਲੱਡ ਕਲੌਟਿੰਗ ਕਹਿੰਦੇ ਆ। ਤਾਂ ਬਲੱਡ ਕਲੌਟਿੰਗ ਟਾਈਮ ਹੁੰਦਾ ਨਾ ਕਿ ਕਿੰਨੀ ਦੇਰ ਦੇ ਵਿੱਚ ਉਹ ਜਿਹੜਾ ਬਲੱਡ ਹੈਗਾ ਕਲੌਟ ਹੋ ਗਿਆ, ਉਹ ਜੰਮ ਗਿਆ, ਤਾਂ ਕਿ ਜਿਹੜਾ ਸੱਟ ਜਿਹੜੀ ਲੱਗੀ ਆ ਉਹ ਹੋਰ ਬਲੀਡਿੰਗ ਨਾ ਹੋਵੇ, ਹੈ ਨਾ। ਪਰ ਹੁਣ ਕੁਐਸਚਨ ਕੀ ਹੈਗਾ, ਇੱਥੇ ਸੱਟ ਬਾਰੇ ਨਹੀਂ ਪੁੱਛ ਰਹੇ, ਇੱਥੇ ਪੁੱਛ ਰਹੇ ਇਨ ਐਨ ਅਨਡੈਮੇਜ ਬਲੱਡ ਵੈਸਲ, ਜਦੋਂ ਕੋਈ ਸੱਟ ਨਹੀਂ ਲੱਗੀ, ਦ ਕਨਵਰਸ਼ਨ ਆਫ ਪ੍ਰੋਥਰੋਮਬਿਨ ਟੂ ਥਰੋਮਬਿਨ ਇਜ਼ ਪ੍ਰੀਵੈਂਟਡ ਬਾਈ। ਜਦੋਂ ਸਾਡੀ ਬੋਡੀ ਦੇ ਵਿੱਚ ਨੋਰਮਲੀ ਬਲੱਡ ਫਲੋ ਕਰ ਰਿਹਾ ਹੁੰਦਾ ਆ ਸਾਡੀਆਂ ਵੈਸਲ ਦੇ ਵਿੱਚ, ਤੇ ਉਹਦੇ 'ਚ ਧਿਆਨ ਰੱਖਣਾ ਪੈਂਦਾ ਹੈ ਬੋਡੀ ਨੂੰ, ਬਈ ਉਹ ਬਲੱਡ ਜੰਮੇ ਨਾ। ਤੁਸੀਂ ਦੇਖੋ ਬਲੱਡ ਨੂੰ ਤੁਸੀਂ 20 ਸਕਿੰਟ ਹਵਾ 'ਚ ਰੱਖ ਦਿਓ ਓਪਨ ਦੇ ਵਿੱਚ, ਤੇ ਉਹ ਜੰਮਣਾ ਸ਼ੁਰੂ ਹੋ ਜਾਂਦਾ, ਤਾਂ ਕੁਛ ਹੋਰ ਹੀ ਬਣ ਜਾਂਦਾ। ਤੇ ਸਾਡੀ ਬੋਡੀ ਦੇ ਵਿੱਚ ਦੇਖੋ ਸਾਰੀ ਉਮਰ ਫਲੋ ਕਰਦਾ, ਪਰ ਉਹ ਜੰਮਦਾ ਨਹੀਂ। ਕਿਉਂ? ਕਿਉਂਕਿ ਉੱਥੇ ਇੱਕ ਫੈਕਟਰ ਹੁੰਦਾ ਹੈਗਾ ਜੀ ਹੈਪਰਿਨ। ਇਹ ਜਿਹੜਾ ਹੈਪਰਿਨ ਹੈਗਾ ਇਹ ਪ੍ਰੋਥਰੋਮਬਿਨ ਨੂੰ ਥਰੋਮਬਿਨ 'ਚ ਕਨਵਰਟ ਨਹੀਂ ਹੋਣ ਦਿੰਦਾ, ਉਹਦੇ ਕਲੌਟ ਨਹੀਂ ਬਣਨ ਦਿੰਦਾ, ਉਹਨੂੰ ਬਲੱਡ ਨੂੰ ਪਤਲਾ ਕਰਕੇ ਰੱਖਦਾ ਹੈਗਾ। ਠੀਕ ਹੈ ਜੀ, ਉਹ ਇਹ ਕੰਪੋਨੈਂਟ ਹੁੰਦਾ ਆ। ਠੀਕ ਹੈ, ਤਾਂ ਇੱਥੇ ਜਿਹੜਾ ਕਰੈਕਟ ਆਂਸਰ ਹੈਗਾ ਜੀ ਤੁਹਾਡਾ ਡੀ, ਹੈਪਰਿਨ। ਓਕੇ, ਤਾਂ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਆਈ ਹੋਪ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ। ਤੋ ਇਹ ਸੀਗੇ ਸਾਡੇ ਅੱਜ ਦੇ ਕੁਐਸਚਨ। ਠੀਕ ਹੈ ਜੀ, ਤੋ 2018 ਦੇ ਵਿੱਚ ਇੰਨੇ ਕੁ ਜਿਹੜੇ ਸੀਗੇ ਬਹੁਤ ਜਿਹੜੇ ਇੰਪੋਰਟੈਂਟ ਕੁਐਸਚਨ ਸੀਗੇ ਉਹ ਸੀਗੇ। ਤੋ ਆਈ ਹੋਪ ਕਿ ਤੁਹਾਨੂੰ ਇਹ ਸੈਸ਼ਨ ਜਿਹੜਾ ਹੈਗਾ ਕਾਫੀ ਜ਼ਿਆਦਾ ਹੈਲਪਫੁਲ ਲੱਗਿਆ ਹੋਊਗਾ, ਤੇ ਮੈਂ ਆਸ ਕਰਦਾ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈਗੀ ਆ ਉਹ ਬਹੁਤ ਵਧੀਆ ਇਸੇ ਢੰਗ ਨਾਲ ਚੱਲਦੀ ਰਹੇ। ਤੋ 3-4 ਮਹੀਨੇ ਜਿਹੜੇ ਤੁਹਾਡੇ ਕੋਲ ਹੈਗੇ ਮੰਥ, ਉਹ ਪੂਰੇ ਜ਼ੋਰਦਾਰ ਤਿਆਰੀ ਕਰੋ। ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਾਮਯਾਬ ਬਣਾਉਣ ਲਈ, ਤੇ very best of luck for your studies. Okay, so in next video we will take some other topic. Thank you.